वक़्त और तख़्त पे सुभाइमान, बाणी के मोहित कृपा दे सागर, नाम दे खजाने ज्ञान बख्शण वाले परोपकारी सतगुरु। धन धन गुरु ग्रंथ साहिब महाराज जी की पावन पवित्र और मुबारक गोद के अंदर अज दे इन्हां सजे हुए विशेष दीवाना दे अंदर जो कि संध्या वेले धन धन गुरु अर्जन साहिब महाराज सतगुरां जी दे महान पवित्र आगमन पुरब आप समुचियां संगतां बड़ी भाव भावनी दे नाल सत्कार दे नाल मना रहे अते आप सारियां दे उत्ते गुरु ने कृपा कीती है। संगत रूप दे अंदर आप जी गुरु चरणां दे पास जुड़ बैठे हो। हरमंदर साहिब जी दे उसरइये बाणी के बोहित शहीदां दे सरताज अत गहर गंभीर पर उपकारी दाता सतगुरु धन गुरु अर्जन साहिब महाराज जी के जीवन अज दे इन्हां दीवानां दे विच आपां तुष बुद्धि के अनुसार विचारन दा यतन करना है। आप सर्वत्र माई भाई जितने भी हाजिर होए हो सतगुरां जी के जीवन विचारन तो पहला आपां सारे जने रल मिल के गुरु चरणां दे पास एक बार हाजरी लवाइए। कलगीधर पातशाह अमृत के दाते सतगुरां जी की बख्शी हुई फतेह दोए कर जोड़ सारे जने प्रवान करो जी। आखो जी वाहिगुरु जी का खालसा वाहिगुरु जी की फतेह। धन धन गुरु अर्जन साहिब महाराज जी सतगुरां जी का जीवन बड़ा पवित्र है। सतगुरां जी का जीवन अत दा सत्कार अते प्रेम दे नाल भरिया होया है। जीवन दे अंदर भगति भरपूर, जीवन दे अंदर गुण भरपूर, जीवन दे अंदर सच भरपूर ते जीवन दे अंदर अत दा प्रेम धन गुरु अर्जन साहिब महाराज जी दे जीवन दे अंदर संजोया होया है, जिन्हों अज आपां विचारना है। मैं थोड़ी जी प्रारंभता दे विच धन गुरु अर्जन साहिब महाराज जी दे चरणां नूं परसदियां होया थोड़ी जी सतगुरां जी दी वडियाई बाणी दे विचों करन दा तुहाडे नाल यतन करां। भट्टां दे सवैये आपां पढ़ रहे हैं। भट्ट सहबान जी ने बड़े कमाल दे वचन धन गुरु अर्जन साहिब महाराज जी दे परथाए उचारण कीते ने जी। उन्हां दे सवैयां नूं पढ़ के ज्ञान प्राप्त हुंदा है। भट्ट सहबान कहते ने धन गुरु अर्जन साहिब महाराज पंचम गुरुदेव सतगुरु जीओ तुसी गुरु रामदास महाराज के घर के अंदर प्रकाश ले आए, जन्म ले आए। ते धन गुरु अर्जन साहिब महाराज सच्चे पातशाह तुसी आम नहीं
ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਰੱਬ ਦਾ ਪ੍ਰੇਮ ਲੈ ਕਰਕੇ ਆਏ ਹੋ ਤੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਭਗਤ ਬਣ ਕੇ ਉਤਰ ਕੇ ਆਏ ਹੋ। ਤੁਸੀਂ ਪਰਮੇਸ਼ਵਰ ਦੇ ਘਰੋਂ ਧੁਰੋਂ ਹੀ ਭਗਤੀ ਲੈ ਕੇ ਆਏ, ਪਰਮੇਸ਼ਵਰ ਦੇ ਘਰੋਂ ਧੁਰੋਂ ਹੀ ਪ੍ਰੇਮ ਲੈ ਕੇ ਆਏ। ਤੁਸੀਂ ਪਰਮੇਸ਼ਵਰ ਦੇ ਘਰੋਂ ਧੁਰੋਂ ਹੀ ਗੁਣਾਂ ਨੂੰ ਸੰਜੋ ਕਰਕੇ ਆਏ ਹੋ। ਰੱਬ ਨੇ ਤੁਹਾਨੂੰ ਭਗਤ ਬਣਾ ਕੇ ਸੰਸਾਰ ਦੇ ਉੱਤੇ ਘੱਲਿਆ ਹੈ। ਸਤਿਗੁਰਾਂ ਜੀ ਦੀ ਬਾਣੀ ਦੇ ਵਿੱਚੋਂ ਭੱਟ ਸਾਹਿਬਾਨ ਆਖਦੇ ਨੇ, ਸਤਿਗੁਰੂ ਜੀ ਆਖਦੇ ਨੇ, ਗੁਰ ਅਰਜਨ ਘਰ ਗੁਰ ਰਾਮਦਾਸ। ਵਿਸ਼ਰਾਮ ਥੋੜਾ ਜਿਹਾ ਆਪਾਂ ਧਿਆਨ ਦੇ ਨਾਲ ਦੇਾਂਗੇ ਤੇ ਅਰਥ ਬੜੇ ਸਪਸ਼ਟ ਹੋ ਜਾਂਦੇ ਨੇ। ਕਈ ਸਿੱਧਾ ਪੜ ਜਾਂਦੇ ਨੇ ਗੁਰ ਅਰਜਨ ਘਰ ਗੁਰ ਰਾਮਦਾਸ, ਇਹ ਵਿਸ਼ਰਾਮ ਗਲਤ ਹੈ। ਵਿਸ਼ਰਾਮ ਆਉਣਾ ਗੁਰ ਅਰਜਨ ਤੋਂ ਬਾਅਦ। ਭੱਟ ਸਾਹਿਬਾਨ ਆਖਦੇ ਨੇ ਗੁਰ ਅਰਜਨ, ਅੱਗੇ ਆਖਦੇ ਨੇ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਓ, ਤੁਸੀਂ ਭਗਤੀ ਸਰੂਪ ਲੈ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿਹੜੇ ਦੇ ਵਿੱਚ ਅਵਤਰਨ ਲਿਆ। ਤੁਸੀਂ ਇਹ ਵਡਿਆਈ ਦੇ ਬਚਨ ਭੱਟ ਸਾਹਿਬਾਨ ਨੇ ਆਖੇ। ਇੱਕ ਬਚਨ ਭੱਟ ਸਾਹਿਬਾਨ ਜੀ ਦਾ ਹੋਰ ਆਉਂਦਾ ਹੈ। ਭੱਟ ਸਾਹਿਬਾਨ ਜੀ ਆਖਦੇ ਨੇ, ਗੁਰ ਰਾਮਦਾਸ ਘਰ ਕੀਓ ਪਰਗਾਸਾ। ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਓ, ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਅੰਦਰ ਪ੍ਰਕਾਸ਼ ਕੀਤਾ, ਜਨਮ ਲਿਆ, ਪ੍ਰਕਾਸ਼ਵਾਨ ਹੋਏ ਹੋ। ਸਗਲ ਮਨੋਰਥ ਪੂਰਨ ਆਸਾ। ਅੱਗੇ ਕਹਿੰਦੇ ਨੇ, ਤਹ ਜਨਮਤ ਗੁਰਮਤ ਬ੍ਰਹਮ ਪਛਾਨਿਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਓ, ਤੁਹਾਡੇ ਅੰਦਰ ਬਹੁਤ ਨਿਰੰਕਾਰ ਨੇ ਕਿਰਪਾ ਕੀਤੀ। ਧੁਰ ਦਰਗਾਹ ਤੋਂ ਤੁਸੀਂ ਨਿਰੰਕਾਰ ਦੇ ਘਰ ਦਾ ਗਿਆਨ ਲੈ ਕੇ ਆਏ। ਧੁਰ ਦਰਗਾਹ ਤੋਂ ਤੁਸੀਂ ਰੱਬ ਦੇ ਘਰ ਦਾ ਗਿਆਨ ਪ੍ਰਾਪਤ ਕਰਕੇ ਝੋਲੀ ਵਿੱਚ ਪਵਾ ਕੇ ਸੰਸਾਰ ਤੇ ਆਏ। ਤੁਸੀਂ ਜਨਮ ਲੈਂਦੇ ਸਾਰੀ ਬ੍ਰਹਮ ਦੇ ਗਿਆਨੀ ਬਣ ਗਏ। ਦੇਖੋ ਕਿੰਨੀ ਵੱਡੀ ਵਡਿਆਈ ਕੀਤੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ। ਮੈਂ ਬੜੀ ਵਾਰ ਸੰਗਤ ਦੇ ਨਾਲ ਇਹ ਬੋਲ ਸਾਂਝ ਪਾਏ, ਗੁਰੂ ਦੀ ਵਡਿਆਈ ਆਪਣੇ ਮੁਖ ਤੋਂ ਜ਼ਰੂਰ ਕੁਝ ਨਾ ਕੁਝ ਕਰਨ ਦਾ ਯਤਨ ਕਰਿਆ ਕਰੋ। ਜਿੰਨੀ ਵਡਿਆਈ ਕਰੋਗੇ ਗੁਰੂ ਦੀ, ਗੁਰੂ ਦਾ ਪ੍ਰੇਮ, ਗੁਰਬਾਣੀ ਦਾ ਪ੍ਰੇਮ ਤੁਹਾਡੇ ਮਨ ਹਿਰਦੇ ਦੇ ਵਿੱਚ ਪੈਦਾ ਹੋਵੇਗਾ ਵਡਿਆਈ ਕਰਨ ਦੇ ਨਾਲ। ਆ ਜਿਹੜਾ ਮਨ ਸੁੱਕਿਆ ਪਿਆ ਏ, ਵਡਿਆਈ ਕਰਕੇ ਹਰਾ ਹੋ ਜਾਂਦਾ ਹੈ। ਵਡਿਆਈ ਕਰਕੇ ਪ੍ਰਭੂ ਦੇ ਪ੍ਰਤੀ, ਗੁਰੂ ਦੇ ਪ੍ਰਤੀ ਅੰਦਰ ਪ੍ਰੇਮ ਦੀ ਜਗਿਆਸਾ ਪੈਦਾ ਹੁੰਦੀ ਹੈ, ਅੰਦਰ ਪ੍ਰੇਮ ਪੈਦਾ ਹੁੰਦਾ ਹੈ। ਭੱਟ ਸਾਹਿਬਾਨ ਆਖਦੇ ਨੇ, ਤੁਸੀਂ ਧੁਰੋਂ ਹੀ ਬ੍ਰਹਮ ਦਾ ਗਿਆਨ ਹਾਸਲ ਕਰਕੇ ਆਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਓ, ਤੁਸੀਂ ਇੰਨੇ ਮਹਾਨ, ਤੁਸੀਂ ਇੰਨੇ ਕਿਰਪਾਵਾਨ ਸਤਿਗੁਰੂ ਜੀ, ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਅੰਦਰ ਪ੍ਰਕਾਸ਼ ਲਿਆ ਹੈ। ਇੱਕ ਸਵਈਆ ਭੱਟ ਸਾਹਿਬਾਨ ਜੀ ਦਾ ਤੁਹਾਡੇ ਨਾਲ ਸਾਂਝ ਪਾਵਾਂ। ਤੁਸੀਂ ਵੈਸੇ ਉਹ ਸਵਈਆ ਬੜੀ ਵਾਰ ਸੁਣਿਆ, ਪਰ ਅਰਥ ਬੜੇ ਕਮਾਲ ਦੇ ਨੇ ਉਸ ਸਵਈਏ ਦੇ। ਭੱਟ ਸਾਹਿਬਾਨ ਨੇ ਉਸ ਸਵਈਏ ਦੇ ਵਿੱਚ ਬੜੇ ਕਮਾਲ ਦੀਆਂ ਗੱਲਾਂ, ਬੜਾ ਕਮਾਲ ਦਾ ਗਿਆਨ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਪ੍ਰਥਾਏ ਦਿੱਤਾ। ਉਹਦੇ ਅੰਦਰ ਪਤਾ ਕੀ ਕਹਿੰਦੇ ਨੇ? ਉਹਦੇ ਅੰਦਰ ਕਹਿੰਦੇ ਨੇ, ਇਹ ਨਿਰੰਕਾਰ ਜੀਓ, ਸੰਸਾਰ ਦੇ ਅੰਦਰ ਤੁਹਾਡੇ ਅਨੇਕਾਂ ਹੀ ਨਾਮ ਨੇ। ਸੁਣਿਓ ਗੌਰ ਨਾਲ, ਨਿਰੰਕਾਰ ਜੀਓ, ਤੁਹਾਨੂੰ ਅਨੇਕਾਂ ਨਾਮਾਂ ਦੇ ਨਾਲ ਸੰਸਾਰ ਪੁਕਾਰਦਾ ਹੈ। ਕੋਈ ਤੁਹਾਨੂੰ ਅੱਲਾ ਕਹਿੰਦਾ, ਕੋਈ ਤੁਹਾਨੂੰ ਵਾਹਿਗੁਰੂ ਰੱਬ ਕਹਿੰਦਾ ਹੈ,
ਕੋਈ ਤੁਹਾਨੂੰ ਗੋਪਾਲ ਕਹਿੰਦਾ, ਕੋਈ ਤੁਹਾਨੂੰ ਬੀਠਲ ਕਹਿੰਦਾ, ਕੋਈ ਤੁਹਾਨੂੰ ਨਾਰਾਇਣ ਕਹਿੰਦਾ। ਅਨੇਕਾਂ ਪ੍ਰਕਾਰਾਂ ਦੇ ਨਾਲ ਤੁਹਾਨੂੰ ਸੰਬੋਧਨ ਕੀਤਾ ਜਾਂਦਾ, ਯਾਦ ਕੀਤਾ ਜਾਂਦਾ ਹੈ। ਤੇ ਇਹ ਨਿਰੰਕਾਰ ਜੀਓ, ਭੱਟ ਸਾਹਿਬਾਨ ਕਹਿੰਦੇ ਨੇ ਸਾਨੂੰ ਇੱਕ ਗੱਲ ਦਾ ਗਿਆਨ ਹੋਇਆ, ਨਿਰੰਕਾਰ ਜੀਓ ਤੁਹਾਡਾ ਕੋਈ ਵੀ ਨਾਮ ਕੋਈ ਪੁਕਾਰੇ, ਉਹ ਤਾਂ ਕਰਕੇ ਪੁਕਾਰਦਾ ਕਿਉਂਕਿ ਉਹਨੂੰ ਵਿਸ਼ਵਾਸ ਹੈ ਮੈਂ ਰੱਬ ਦਾ ਨਾਮ ਪੁਕਾਰ ਕੇ ਭਵ ਸਾਗਰ ਤੋਂ ਪਾਰ ਹੋ ਜਾਵਾਂ। ਜੇ ਕੋਈ ਅੱਲਾ ਅੱਲਾ ਕਹਿੰਦਾ ਉਹਦਾ ਮਕਸਦ ਇਹੀ ਹੈ ਨਾ ਵੀ ਮੈਨੂੰ ਅੱਲਾ ਪ੍ਰਾਪਤ ਹੋ ਜਾਵੇ, ਅੱਲਾ ਦਾ ਪ੍ਰੇਮ ਹਾਸਲ ਹੋ ਜਾਵੇ। ਜੇ ਕੋਈ ਬੀਠਲ ਕਹਿੰਦਾ, ਜੇ ਕੋਈ ਗੋਪਾਲ ਕਹਿੰਦਾ, ਨਾਰਾਇਣ ਕਹਿੰਦਾ, ਉਹਦੇ ਕਹਿਣ ਦਾ ਭਾਵ ਇਹੀ ਹੈ ਨਾ ਮੈਨੂੰ ਨਾਰਾਇਣ ਅੱਲਾ ਗੋਪਾਲ ਪ੍ਰਾਪਤ ਹੋਵੇ, ਭਵ ਸਾਗਰ ਤੋਂ ਪਾਰ ਲੰਘ ਜਾਵਾਂ। ਭੱਟ ਸਾਹਿਬਾਨ ਕਹਿੰਦੇ ਨੇ ਇਹ ਸਤਿਗੁਰੂ ਜੀਓ ਦੁਨੀਆ ਅੱਲਾ ਗੋਪਾਲ ਨਾਰਾਇਣ ਕਹਿ ਕੇ ਅਕਾਲ ਪੁਰਖ ਜੀਓ ਤੁਹਾਨੂੰ ਪੁਕਾਰਦੀ ਏ ਵੱਖ-ਵੱਖ ਨਾਵਾਂ ਦੇ ਨਾਲ। ਧੰਨ ਗੁਰੂ ਅਰਜਨ ਪਾਤਸ਼ਾਹ ਜੀਓ ਜਦੋਂ ਤੋਂ ਤੁਸੀਂ ਪ੍ਰਕਾਸ਼ ਲਿਆ ਨਾ, ਅੱਲਾ ਦਾ ਇੱਕ ਹੋਰ ਨਾਮ ਜੁੜ ਗਿਆ, ਰੱਬ ਦਾ ਇੱਕ ਹੋਰ ਨਾਮ ਜੁੜ ਗਿਆ, ਉਹ ਰੱਬ ਦਾ ਨਾਮ ਜੁੜ ਗਿਆ ਧੰਨ ਗੁਰੂ ਅਰਜਨ ਪਾਤਸ਼ਾਹ। ਰੱਬ ਜੀਓ ਤੁਹਾਡੇ ਨਾਮ ਦੇ ਵਿੱਚ ਇੱਕ ਹੋਰ ਇਜ਼ਾਫਾ ਹੋ ਗਿਆ। ਹੁਣ ਜਿਹੜਾ ਇਨਸਾਨ ਰੱਬ ਦਾ ਨਾਮ ਪੁਕਾਰਦਾ ਵੀ ਭਵ ਸਾਗਰ ਤੋਂ ਪਾਰ ਲੰਘ ਜਾਵਾਂ, ਇਹ ਦੁਨੀਆ ਦੇ ਲੋਕ ਜਿਹੜਾ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਿਮਰਨ ਕਰੇਗਾ ਨਾ, ਉਹ ਵੀ ਭਵ ਸਾਗਰ ਤੋਂ ਜ਼ਰੂਰ ਪਾਰ ਲੰਘ ਜਾਵੇਗਾ, ਉਹ ਵੀ ਭਵ ਸਾਗਰ ਤੋਂ ਪਾਰ ਲੰਘ ਜਾਵੇਗਾ। ਇਹ ਨਿਰੰਕਾਰ ਜੀਓ ਤੁਹਾਡਾ ਇੱਕ ਹੋਰ ਨਾਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਗਿਆ ਹੈ। ਸਵਈਆ ਆਪਾਂ ਪੜ੍ਹਦੇ ਹਾਂ, ਜਬ ਲਉ ਨਹੀਂ ਭਾਗ ਲੀਲਾਰ ਉਦੈ, ਤਬ ਲਉ ਭ੍ਰਮ ਤੇ ਫਿਰਤੇ ਬਹੁਤ ਆਇਓ। ਮੈਂ ਪੂਰੇ ਅਰਥ ਨਹੀਂ ਕਰਨੇ, ਸਮਾਂ ਬਹੁਤਾ ਲੱਗ ਜਾਵੇਗਾ। ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਅੱਗੇ ਕਹਿੰਦੇ ਨੇ ਤਤ ਵਿਚਾਰ ਜੈ ਹੈ ਮਥੁਰਾ, ਆਖਦੇ ਨੇ ਮੈਂ ਤਤ ਦੀ ਗੱਲ ਕਰਾਂ, ਮੈਂ ਤਤ ਵਿਚਾਰ ਕੇ ਤੁਹਾਡੇ ਨਾਲ ਸਾਂਝ ਪਾ ਰਿਹਾ। ਤਤ ਵਿਚਾਰ ਜਾਂ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਤੇ ਗੁਰਸਿੱਖੋ ਚੇਤੇ ਰੱਖਿਓ, ਜਪਿਓ ਜਿਨ ਅਰਜਨ ਦੇਵ ਗੁਰੂ। ਇਹ ਵਡਿਆਈ ਏ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਰੱਬ ਜੀ ਤੇਰਾ ਸਿਮਰਨ ਕਰਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਨੇ। ਧੰਨ ਗੁਰੂ ਅਰਜਨ ਪਾਤਸ਼ਾਹ ਤੇਰਾ ਸਿਮਰਨ ਕਰਕੇ, ਤੇਰੇ ਨਾਮ ਨੂੰ ਅਰਾਧ ਕੇ ਵੀ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਨੇ। ਤੂੰ ਇੰਨਾ ਮਹਾਨ ਹੈ, ਭਾਵ ਤੂੰ ਆਪ ਹੀ ਰੱਬ ਹੈ, ਤੂੰ ਆਪ ਹੀ ਅੱਲਾ ਹੈ, ਤੂੰ ਆਪ ਹੀ ਗੋਪਾਲ ਹੈ, ਤੂੰ ਆਪ ਹੀ ਬੀਠਲ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਜੀਓ ਤੁਹਾਡੇ ਵਿੱਚ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੈ। ਜਿਹਨੂੰ ਬਾਣੀ ਦੇ ਵਿੱਚ ਆਪਾਂ ਇਉਂ ਵੀ ਪੜ੍ਹਦੇ ਆ, ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਅਤੇ ਰੱਬ ਇਹਨਾਂ ਦੋਵਾਂ ਦੇ ਵਿੱਚ ਕੋਈ ਭੇਦ ਨਹੀਂ। ਮੈਂ ਥੋੜੀ ਜਿਹੀ ਵਡਿਆਈ ਕਰਨ ਦਾ ਯਤਨ ਕਰਦਾ ਪਿਆ ਤਾਂ ਜੋ ਸਾਡੇ ਹਿਰਦੇ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਪ੍ਰਤੀ ਪ੍ਰੇਮ ਪੈਦਾ ਹੋ ਸਕੇ, ਸਾਡਾ ਮਨ ਟਿਕ ਸਕੇ। ਇਸ ਤੋਂ ਅਗਲਾ ਹੀ ਸਵਈਆ ਪੜ੍ਹ ਕੇ ਵੇਖੋ ਤੁਸੀਂ ਭੱਟ ਸਾਹਿਬਾਨ ਜੀ ਦਾ। ਉਹਦੇ ਵਿੱਚ ਕਹਿ ਰਹੇ ਨੇ, ਧਰਨ ਗਗਨ ਨਵਖੰਡ ਮਹਿ। ਸੱਜੇ ਪਾਤਸ਼ਾਹ ਜੀਓ ਧਰਤੀ ਤੋਂ ਲੈ ਕੇ ਆਕਾਸ਼, ਆਕਾਸ਼ ਤੋਂ ਲੈ ਕੇ ਧਰਤੀ ਤੇ ਨਵਖੰਡਾਂ ਦੇ ਵਿੱਚ ਜੋ ਸਰੂਪੀ ਰਹਿਓ ਭਾਰ। ਇਹ ਨਿਰੰਕਾਰ ਜੀਓ ਤੁਹਾਡੀ ਜੋਤ ਸਾਰੇ ਅੰਦਰ ਪਸਰ ਰਹੀ ਏ। ਤੇ ਭੱਟ ਸਾਹਿਬਾਨ ਕਹਿੰਦੇ ਨੇ ਕਿ ਇਹ ਦੁਨੀਆ ਦੇ ਲੋਕੋ ਜਿਹੜੀ ਜੋਤ ਨਿਰੰਕਾਰ ਦੀ ਸਾਰਿਆਂ ਦੇ ਵਿੱਚ ਪਸਰਦੀ ਪਈ ਏ, ਉਹ ਜੋਤ ਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਨੇ। ਧਰਨ ਗਗਨ ਨਵਖੰਡ ਮੈਂ ਜੋ ਸਰੂਪੀ ਰਹਿਓ ਭਾਰ।
ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪਰ ਤਖ ਹਰ। ਇਹ ਦੁਨੀਆ ਦੇ ਲੋਕੋ ਉਸ ਜੋਤ ਵਿੱਚ, ਨਿਰੰਕਾਰ ਦੇ ਵਿੱਚ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਵਿੱਚ ਹੁਣ ਕੋਈ ਭੇਦ ਨਹੀਂ। ਤੁਸੀਂ ਨਿਰੰਕਾਰ ਨੂੰ ਪੂਜ ਲਿਆ, ਧੰਨ ਗੁਰੂ ਅਰਜਨ ਪਾਤਸ਼ਾਹ ਨੂੰ ਪੂਜ ਲਿਆ, ਇੱਕੋ ਹੀ ਗੱਲ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਇੰਨੇ ਮਹਾਨ ਜੀਵਨ ਵਾਲੇ ਸਤਿਗੁਰੂ ਜੀ। ਸਤਿਗੁਰਾਂ ਜੀ ਦੇ ਜੀਵਨ ਵੱਲ ਆਪਾਂ ਤੁਰਨ ਦਾ ਯਤਨ ਕਰੀਏ। ਥੋੜਾ ਜਿਹਾ ਸੁਚੇਤ ਹੋ ਕੇ ਸੁਣਦੇ ਜਾਵਾਂਗੇ, ਇਤਿਹਾਸ ਤੁਹਾਨੂੰ ਸਮਝ ਆਉਂਦਾ ਜਾਣਾ ਹੈ। ਸੁਰਤ ਨੂੰ ਕਿਤੇ ਜਾਣ ਨਾ ਦਿਆ ਜੇ, ਯਤਨ ਕਰਿਆ ਜੇ, ਬੈਠੇ ਹੋ ਸੁਰਤ ਵੀ ਟਿਕੇ। ਇਤਿਹਾਸ ਕਹਿੰਦਾ ਕਿ ਲਾਹੌਰ ਦੀ ਧਰਤੀ, ਜਿੱਥੇ ਇੱਕ ਬਾਜ਼ਾਰ ਚੂਨਾ ਮੰਡੀ ਜਿਹਨੂੰ ਕਹਿੰਦੇ ਨੇ, ਮੈਂ ਥੋੜਾ ਜਿਹਾ ਪਿਛੋਕੜ ਲੈ ਕੇ ਸਤਿਗੁਰਾਂ ਜੀ ਦੇ ਜੀਵਨ ਦਾ, ਉਹਨਾਂ ਦੇ ਪਰਿਵਾਰ ਦਾ ਪਿਛੋਕੜ ਲੈ ਕੇ ਤੁਰਨ ਦਾ ਯਤਨ ਕਰਨਾ ਹੈ। ਲਾਹੌਰ ਦੀ ਧਰਤੀ ਦੇ ਉੱਤੇ ਚੂਨਾ ਮੰਡੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ। ਪਰਿਵਾਰ ਦੇ ਬਜ਼ੁਰਗ, ਪਰਿਵਾਰ ਦੇ ਮੁਖੀ ਦਾ ਨਾਮ ਹੈ ਗੁਰਦਿਆਲ ਜੀ। ਗੁਰਦਿਆਲ ਜੀ ਦਾ ਅੱਗੋਂ ਇੱਕ ਸੁਪੁੱਤਰ ਹੈ ਜਿਹਦਾ ਨਾਮ ਹੈ ਠਾਕੁਰਦਾਸ। ਇਹ ਸਾਰਾ ਪਰਿਵਾਰ ਬੜਾ ਨਿਮਰ, ਬੜਾ ਪ੍ਰੇਮ ਭਰਿਆ ਤੇ ਬੜਾ ਬੰਦਗੀ ਵਾਲਾ। ਠਾਕੁਰਦਾਸ ਦਾ ਅੱਗੋਂ ਇੱਕ ਪੁੱਤਰ ਹੈ ਹਰਦਾਸ ਜੀ। ਨਾਵਾਂ ਨੂੰ ਯਾਦ ਰੱਖਣ ਦਾ ਯਤਨ ਕਰਿਆ ਕਰੋ। ਗੁਰਦਿਆਲ ਜੀ ਦਾ ਪਰਿਵਾਰ ਹੈ, ਉਹਨਾਂ ਦਾ ਪੁੱਤਰ ਹੈ ਠਾਕੁਰਦਾਸ। ਠਾਕੁਰਦਾਸ ਜੀ ਦਾ ਅੱਗੋਂ ਪੁੱਤਰ ਹੈ ਹਰਦਾਸ ਜੀ। ਤੇ ਜਿਹੜੇ ਹਰਦਾਸ ਜੀ ਨੇ ਨਾ, ਇਹਨਾਂ ਦੇ ਗ੍ਰਹਿ ਦੇ ਵਿੱਚ ਇਹਨਾਂ ਦੀ ਧਰਮ ਸੁਪਤਨੀ ਦਾ ਨਾਮ ਹੈ ਜੀ ਦਇਆ ਕੌਰ। ਦਇਆ ਕੌਰ ਇਹਨਾਂ ਦੇ ਗ੍ਰਹਿ ਦੇ ਵਿੱਚ, ਇਹਨਾਂ ਦੇ ਪਵਿੱਤਰ ਕੁੱਖ ਦੇ ਵਿੱਚੋਂ ਗੁਰੂ ਸਵਾਰਿਓ ਪਹਿਲੇ ਪੁੱਤਰ ਨੇ ਪ੍ਰਕਾਸ਼ ਲਿਆ, ਜਨਮ ਲਿਆ, ਜਿਹਦਾ ਨਾਮ ਰੱਖਿਆ ਗਿਆ ਜੇਠਾ ਜੀ, ਕਿਉਂਕਿ ਪਹਿਲਾ ਸੀ ਵੱਡਾ। ਦਇਆ ਕੌਰ ਜੀ ਦੀ ਕੁੱਖ ਦੇ ਵਿੱਚ, ਸ਼ਾਇਦ ਮੈਂ ਪਹਿਲਾਂ ਵੀ ਬੇਨਤੀ ਕੀਤੀ, ਜਿਹੜਾ ਕੌਰ ਸ਼ਬਦ ਹੈ ਜੀ ਬੜਾ ਪੁਰਾਣਾ ਹੈ। ਬੀਬੀਆਂ ਦੇ ਪਿੱਛੇ ਕੌਰ ਸ਼ਬਦ ਲੱਗਦਾ, ਇਹ ਹੈ ਬਹੁਤ ਪੁਰਾਤਨ ਸ਼ਬਦ ਹੈ। ਭਾਵੇਂ ਦੀ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੰਘਾਂ ਦੇ ਪਿੱਛੇ ਸਿੰਘ ਅਤੇ ਬੀਬੀਆਂ ਦੇ ਪਿੱਛੇ ਕੌਰ ਸ਼ਬਦ ਦਿੱਤਾ ਸਾਨੂੰ ਪਰਪੱਕ ਤੌਰ ਤੇ, ਪਰ ਇਹ ਸ਼ਬਦ ਕੌਰ ਸ਼ਬਦ ਹੈ ਬੜਾ ਪੁਰਾਣਾ। ਗੁਰੂ ਰਾਮਦਾਸ ਮਹਾਰਾਜ ਜੀ ਦੀ ਮਾਤਾ ਦਾ ਨਾਮ ਦਇਆ ਕੌਰ ਸੀ। ਉਸ ਤੋਂ ਥੋੜਾ ਜਿਹਾ ਤੁਸੀਂ ਅੱਗੇ ਤੁਰੋ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਮਹਿਲ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਮਾਤਾ, ਉਹਨਾਂ ਦਾ ਨਾਮ ਕ੍ਰਿਸ਼ਨ ਕੌਰ ਸੀ। ਕੌਰ ਸ਼ਬਦ ਬੜਾ ਪੁਰਾਣਾ ਹੈ। ਖੈਰ, ਦਇਆ ਕੌਰ ਜੀ ਦੀ ਕੁੱਖ ਦੇ ਵਿੱਚੋਂ ਭਾਈ ਜੇਠਾ ਜੀ ਦਾ ਪ੍ਰਕਾਸ਼ ਹੋਇਆ। ਵੱਡਾ ਪੁੱਤਰ ਦੇ ਨਾਮ ਚਾਉ ਦੇ ਨਾਲ ਰੱਖਿਆ ਜੇਠਾ। ਇਤਿਹਾਸ ਤੁਸੀਂ ਸਾਰਿਆਂ ਨੇ ਪੜ੍ਹਿਆ ਸੁਣਿਆ, ਮੈਂ ਖਿੰਨ ਮਾਤਰ ਕੇਵਲ ਛੂੰਹਦਾ ਜਾਣਾ ਹੈ। ਜਦੋਂ ਪ੍ਰਕਾਸ਼ ਹੋ ਗਿਆ ਨਾ, ਤੇ ਇਤਿਹਾਸ ਕਹਿੰਦਾ ਕੁਝ ਕੁ ਸਮਾਂ ਬਤੀਤ ਹੋਇਆ, ਥੋੜਾ ਜਿਹਾ ਤਕਰੀਬਨ 6-7 ਸਾਲ ਹੀ ਗੁਜ਼ਰੇ ਨੇ। ਪਹਿਲਾਂ ਮਾਤਾ ਦਇਆ ਕੌਰ ਜੀ ਅਕਾਲ ਚਲਾਨਾ ਕਰ ਗਏ। ਰੱਬ ਦੀ ਐਸੀ ਖੇਡ ਵਾਪਰੀ, ਹਰਦਾਸ ਜੀ ਵੀ 7 ਸਾਲ ਦੀ ਉਮਰ ਦੇ ਵਿੱਚ, ਜਦੋਂ ਜੇਠੇ ਜੀ ਦੀ ਉਮਰ 7 ਸਾਲ ਸੀ, ਉਹ ਵੀ ਰੱਬ ਨੂੰ ਪਿਆਰੇ ਹੋ ਗਏ, ਅਕਾਲ ਚਲਾਨਾ ਕਰ ਗਏ। ਬੜੀ ਸੰਕਟ ਦੀ ਘੜੀ ਬਣ ਗਈ 7 ਸਾਲ ਦੀ ਉਮਰ। ਚਾਚੇ ਤਾਏ ਪਰਿਵਾਰ ਦੇ ਜੀ ਬਹੁਤ ਰਹਿੰਦੇ ਨੇ ਉਸ ਲਾਹੌਰ ਚੂਨਾ ਮੰਡੀ ਦੇ ਵਿੱਚ, ਪਰ ਦੁਨੀਆ ਦਾ ਇੱਕ ਦਸਤੂਰ ਹੈ, ਜਦੋਂ ਸੁੱਖ ਆਉਂਦਾ ਤੇ ਸਾਰੇ ਨੇੜੇ ਹੁੰਦੇ ਨੇ, ਜਦੋਂ ਦੁੱਖ ਆਉਂਦਾ ਉਦੋਂ ਸਾਰੇ ਦੂਰ ਹੋ ਜਾਂਦੇ ਨੇ। ਕੀ ਆਪਣੇ ਤੇ ਕੀ ਪਰਾਏ, ਇਹ ਸੱਚ ਹੈ ਜੀ ਦੁਨੀਆ ਦਾ। ਸੁੱਖ ਵੇਲੇ ਸਾਰੇ ਸਾਥੀ ਨੇ, ਦੁੱਖ ਵੇਲੇ ਕੋਈ ਨਹੀਂ ਜੇ ਸਾਥੀ ਬਣਦਾ।
ਬਾਣੀ ਨੇ ਆਖਿਆ ਜਿਸ ਮਨੁੱਖ ਦੇ ਨਾਲ ਇਹ ਕੁਝ ਵਾਪਰਦਾ ਪਿਆ ਨਾ, ਉਹਦੀ ਪੀੜਾ ਕੇਵਲ ਉਹੀ ਜਾਣਦਾ, ਹੋਰ ਕੋਈ ਨਹੀਂ ਜੇ ਜਾਣ ਸਕਦਾ। ਜਿਹਦੇ ਨਾਲ ਇਹ ਕੁਝ ਵਾਪਰਿਆ, ਨਾ ਪਿਤਾ ਦਾ ਸਾਇਆ ਨਾ ਮਾਂ ਦਾ ਸਾਇਆ। ਤੁਸੀਂ ਸੋਚ ਕੇ ਵੇਖੋ, 7 ਸਾਲ ਦੇ ਬੱਚੇ ਨੂੰ ਰਾਤ ਨੂੰ ਕੋਈ ਭੋਜਨ ਵੀ ਨਹੀਂ ਪੁੱਛਣ ਆਉਂਦਾ ਵੀ ਤੂੰ ਖਾਧਾ ਕਿ ਨਹੀਂ ਖਾਧਾ, ਪਤਾ ਨਹੀਂ ਕਿੰਨੇ ਕੁ ਦਿਨ ਵਿਚਾਰੇ ਭੁੱਖੇ ਸੁੱਤੇ ਹੋਣਗੇ। ਇਹ ਕੇਵਲ ਉਹੀ ਜਾਣਦੇ ਨੇ। ਬਾਣੀ ਨੇ ਇੱਕ ਬਚਨ ਕਿਹਾ ਜੀ, ਜਿਸ ਤਨ ਲਾਗੈ ਸੋਈ ਜਾਣੈ, ਕੌਣ ਜਾਣੈ ਪੀਰ ਪਰਾਈ। ਹੋਰ ਕੋਈ ਨਹੀਂ ਜਾਣ ਸਕਦਾ। ਸੁੱਖ ਦੇ ਵਿੱਚ ਸਾਰੇ ਕਹਿੰਦੇ ਨੇ ਅਸੀਂ ਤੇਰੇ ਮਿੱਤਰ, ਅਸੀਂ ਤੇਰੇ ਭੈਣ ਭਰਾ, ਅਸੀਂ ਤੇਰੇ ਸਾਕ ਸੰਬੰਧੀ, ਅਸੀਂ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਆ। ਪਰ ਜਦੋਂ ਕਿਤੇ ਰੰਚਕ ਮਾਤਰ ਦੁੱਖ ਆ ਜਾਵੇ, ਉਦੋਂ ਸਾਰੇ ਪਿੱਠ ਫੇਰ ਲੈਂਦੇ ਨੇ, ਮੂੰਹ ਫੇਰ ਲੈਂਦੇ ਨੇ। ਇਹ ਦੁਨੀਆ ਦਾ ਦਸਤੂਰ ਹੈ ਜੀ। ਭਾਈ ਜੇਠੇ ਤੋਂ ਵੀ ਪਿੱਠ ਫੇਰ ਲਈ। ਅੱਤ ਦਾ ਦੁੱਖ ਆਇਆ ਜੀਵਨ ਦੇ ਵਿੱਚ। ਚਲੋ ਇੱਕ ਬੁੱਢੜੀ ਮਾਂ ਨਾਨੀ ਨੇ ਬਾਂਹ ਫੜੀ, ਰਿਸ਼ਤੇ ਦੇ ਵਜੋਂ ਨਾਨੀ ਲੱਗਦੇ ਨੇ ਦਇਆ ਕੌਰ ਦੀ ਮਾਤਾ ਜੀ ਨੇ। ਹੁਣ ਉਸ ਬੁੱਢੜੀ ਮਾਂ ਨਾਨੀ ਦਾ ਵੀ ਕੋਈ ਸਹਾਰਾ ਨਹੀਂ ਜੀ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਕਿਤੇ ਨਾਨੇ ਦਾ ਜ਼ਿਕਰ ਨਹੀਂ ਆਇਆ ਇਤਿਹਾਸ ਵਿੱਚ, ਕਿਤੇ ਭਾਈ ਜੇਠਾ ਜੀ ਦੇ ਮਾਮੇ ਦਾ ਜ਼ਿਕਰ ਨਹੀਂ ਆਇਆ ਇਤਿਹਾਸ ਵਿੱਚ। ਉਹ ਕੱਲੜੀ ਵਿਚਾਰੀ ਬੁੱਢੜੀ ਮਾਂ, ਨਾਨੀ ਮਾਂ ਦਾ ਜ਼ਿਕਰ ਆਇਆ ਵੀ ਨਾਨੀ ਮਾਂ ਨੇ ਆ ਕੇ ਬਾਂਹ ਫੜੀਏ, ਕਿਉਂਕਿ ਉਹ ਆਪ ਕੱਲੀਏ, ਅੱਗੋਂ ਦੋਤਾ ਵੀ ਕੱਲਾ ਹੋ ਗਿਆ। ਉਹਨੇ ਇਸ ਆਸ ਦੇ ਨਾਲ ਆ ਬਾਂਹ ਫੜੀ ਵੀ ਇਹ ਪੁੱਤਰ ਜੇ ਤੇਰਾ ਵੀ ਕੋਈ ਨਹੀਂ ਤੇ ਮੇਰਾ ਵੀ ਕੋਈ ਨਹੀਂ, ਆਪਾਂ ਦੋਵੇਂ ਇੱਕ ਦੂਜੇ ਦੇ ਸਹਾਰਾ ਬਣਨ ਦਾ ਯਤਨ ਕਰਦੇ ਹਾਂ। ਉਹਨੇ ਆ ਕੇ ਬਾਂਹ ਫੜੀ। ਵੈਸੇ ਬਾਣੀ ਨੇ ਇੱਕ ਵਚਨ ਕਿਹਾ, ਬਾਣੀ ਨੇ ਆਖਿਆ ਵੀ ਸੰਸਾਰ ਜਿਹੜਾ ਬੰਦਾ ਸੁਖੀ ਹੈ ਨਾ, ਉਹਨੂੰ ਸਾਰੇ ਸੁਖੀ ਲੱਗਦੇ ਨੇ, ਤੇ ਜਿਹੜਾ ਬੰਦਾ ਦੁਖੀ ਹੈ ਉਹਨੂੰ ਸਾਰੇ ਦੁਖੀ ਲੱਗਦੇ ਨੇ, ਹੈਨਾ ਜੀ। ਜਿਹੜਾ ਬੰਦਾ ਰੋਗੀ ਹੈ ਉਹਨੂੰ ਲੱਗਦਾ ਸਾਰਾ ਸੰਸਾਰ ਹੀ ਰੋਗੀਆਂ ਦੇ ਨਾਲ ਭਰਿਆ ਹੈ, ਤੇ ਜਿਹੜਾ ਬੰਦਾ ਤੰਦਰੁਸਤ ਹੈ ਉਹ ਕਹਿੰਦਾ ਜੀ ਨਾ ਜੀ ਨਾ, ਤੁਸੀਂ ਤੇ ਝੂਠ ਬੋਲਦੇ ਹੋ, ਸਾਰੇ ਤੰਦਰੁਸਤ ਨੇ ਸਰੀਰ ਕਰਕੇ, ਸਾਰੇ ਤੰਦਰੁਸਤ ਨੇ। ਹੁਣ ਵੇਖਣ ਨੂੰ ਲਾਹੌਰ ਦੀ ਮੈਂ ਜਿਹੜੇ ਬਚਨ ਕਰਨਾ ਚਾਹੁੰਦਾ, ਲਾਹੌਰ ਦੀਆਂ ਗਲੀਆਂ ਦੇ ਵਿੱਚ ਬੜੇ ਬੜੇ ਅਮੀਰ ਲੋਕ ਰਹਿੰਦੇ ਨੇ। ਭਾਈ ਜੇਠਾ ਜੀ ਦੇ ਚਾਚੇ ਤਾਏ ਵੀ ਬੜੇ ਅਮੀਰ ਨੇ, ਬੜੇ ਵੱਡੇ ਵੱਡੇ ਵਪਾਰ ਕਰਦੇ ਨੇ। ਸਾਰਿਆਂ ਨੂੰ ਇਉਂ ਹੀ ਲੱਗਦਾ ਹੋਵੇਗਾ ਨਾ ਵੀ ਨਹੀਂ ਜੀ ਜੇਠੇ ਨੂੰ ਕੀ ਹੋ ਗਿਆ, ਮਾਂ ਚਲੇ ਗਈ, ਪਿਤਾ ਚਲੇ ਗਿਆ, ਫਿਰ ਵੀ ਸਾਰਾ ਕੁਝ ਹੈ ਘਰ ਦੇ ਵਿੱਚ। ਪਰ ਮੈਂ ਅਰੰਭਤਾ ਵਿੱਚ ਬੇਨਤੀ ਕੀਤੀ, ਜਿਹਦੇ ਉੱਤੇ ਘਟਦਾ ਨਾ ਉਹਨੂੰ ਪਤਾ ਲੱਗਦਾ ਕੀ ਵਾਪਰਦਾ ਪਿਆ। ਦੂਜਿਆਂ ਦੇ ਲਈ ਤੇ ਚਿੜੀਆਂ ਦਾ ਮਰਨਾ ਤੇ ਗਵਾਰਾਂ ਦਾ ਹਾਸਾ ਹੀ ਹੁੰਦਾ ਹੈ। ਸਤਿਗੁਰਾਂ ਨੇ ਆਖਿਆ ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਸਤਿਗੁਰੂ ਜੀ ਆਖਦੇ ਨੇ ਸੁਖੀਏ ਨੂੰ ਸਾਰਾ ਸੰਸਾਰ ਸੁਖੀਆ ਲੱਗਦਾ, ਰੋਗੀ ਨੂੰ ਸਾਰਾ ਸੰਸਾਰ ਰੋਗੀ ਲੱਗਦਾ। ਪਰ ਗੁਰੂ ਸਵਾਰਿਓ ਉੱਥੇ ਜਿਹੜੇ ਸੁੱਖ ਭੋਗਣ ਵਾਲੇ ਲਾਹੌਰ ਦੀ ਧਰਤੀ ਤੇ ਰਹਿੰਦੇ ਸਨ, ਉਹਨਾਂ ਵਿੱਚੋਂ ਕਿਸੇ ਨੇ ਵੀ ਭਾਈ ਜੇਠੇ ਦੀ ਬਾਂਹ ਨਹੀਂ ਫੜੀ। ਆਪਾਂ ਅਕਸਰ ਇਹ ਵਿਚਾਰ ਸਾਂਝ ਪਾਉਂਦੇ ਆ, ਜਦੋਂ ਉਹਨਾਂ ਦੇ ਘਰ ਨੂੰ ਤਾਲਾ ਲਾਇਆ ਜਾ ਰਿਹਾ ਸੀ ਨਾ, ਕਿਉਂਕਿ ਬੁੱਢੜੀ ਮਾਂ ਨਾਨੀ ਮਾਂ ਜਿਹੜੀ ਏ ਉਹਨਾਂ ਨੂੰ ਬਾਸਰ ਕੇ ਲੈ ਆਈ ਸੀ। ਮੈਂ ਆਖਦਾ ਕਿਸੇ ਦੇ ਮਨ ਦੇ ਵਿੱਚ ਜੀ ਰੱਤੀ ਭਰ ਵੀ ਤਰਸ ਨਹੀਂ ਆਇਆ ਵੀ ਚਲੋ ਇੱਕ ਬੱਚਾ ਹੀ ਹੈ, ਕਿੰਨੀ ਕੁ ਲੋੜ ਹੋਵੇਗੀ ਉਸ ਬੱਚੇ ਦੀ। 7 ਸਾਲ ਦੇ ਬੱਚੇ ਨੇ ਕੀ ਲੈ ਲੈਣਾ ਹੈ? 2 ਵਕਤ 2 ਪ੍ਰਸ਼ਾਦੇ ਹੀ ਲੈਣੇ ਨੇ ਨਾ, ਜਾਂ ਤਨ ਦੇ ਉੱਤੇ ਪਾਉਣ ਦੇ ਲਈ ਕੇਵਲ ਤੇ ਕੇਵਲ ਇੱਕ ਜੋੜਾ ਕੱਪੜਾ ਹੀ ਚਾਹੀਦਾ ਹੈ। ਹੋਰ ਕੀ ਲੈ ਲੈਣਾ ਬੱਚੇ? ਨਾ ਉਹਨੂੰ ਜਾਇਦਾਦਾਂ ਚਾਹੀਦੀਆਂ ਨੇ, ਨਾ ਉਹਨੂੰ ਬਹੁਤਾ ਧਨ ਸੋਨਾ ਚੰਦ ਕੋਈ ਲੇਖੇ ਵਿੱਚ ਨਹੀਂ ਉਹਦੇ ਬੱਚੇ ਤੇ। ਉਹਨੂੰ ਚਾਹੀਦਾ ਕੇਵਲ ਤੇ ਕੇਵਲ ਢਿੱਡ ਭਰਨ ਦੇ ਲਈ 2 ਪ੍ਰਸ਼ਾਦੇ ਤੇ ਤਨ ਢੱਕਣ ਦੇ ਲਈ ਕੱਪੜਾ। ਪਰ ਗੁਰੂ ਸਵਾਰਿਓ ਲਾਹੌਰ ਦੀ ਧਰਤੀ ਦੇ ਲੋਕਾਂ ਨੂੰ ਕਿਸੇ ਨੂੰ ਤਰਸ ਨਹੀਂ ਆਇਆ ਵੀ ਇਸ ਬੱਚੇ ਨੂੰ, ਜਿੱਥੇ ਅਸੀਂ 36 ਪਦਾਰਥ ਖਾ ਕੇ ਜੀਨੇ ਪਏ ਆ, ਕਿਤੇ ਇਸ ਬੱਚੇ ਨੂੰ ਵੀ 2 ਪ੍ਰਸ਼ਾਦੇ ਹੀ ਦੇ ਆਈਏ। ਕਿਸੇ ਨੂੰ ਤਰਸ ਨਹੀਂ ਆਇਆ।
ਬਾਣੀ ਨੇ ਤਾਂ ਹੀ ਬੇਨਤੀਆਂ ਕੀਤੀਆਂ। ਬਾਣੀ ਨੇ ਕਿਹਾ, ਸੁਣਿਓ ਹੁਣ ਗੌਰ ਦੇ ਨਾਲ, ਬਾਣੀ ਨੇ ਕਿਹਾ ਬੰਦਿਆ, ਰੱਬ ਨੇ ਜੇ ਤੈਨੂੰ ਸੋਹਣੇ ਕੱਪੜੇ ਤੇ ਸੋਹਣੇ ਪਦਾਰਥ ਹੰਡਾਉਣ ਨੂੰ ਦਿੱਤੇ ਨੇ ਨਾ, ਕਦੀ ਇਹਨਾਂ ਚੀਜ਼ਾਂ ਦਾ ਮਾਣ ਨਾ ਕਰੀ। ਹਾਂ, ਜੇ ਤੇਰੇ ਕੋਲ ਸਭ ਕੁਝ ਰੱਬ ਦਾ ਦਿੱਤਾ ਹੋਇਆ, ਇਹਨਾਂ ਦੇ ਨਾਲ ਕਿਸੇ ਦੀ ਮਦਦ ਜ਼ਰੂਰ ਕਰ ਲਵੀਂ, ਪਰ ਇਹਦਾ ਮਾਣ ਨਾ ਕਰੀ, ਕਿਉਂਕਿ ਗੱਲ ਚੇਤੇ ਰੱਖੀ, ਇਹ ਜਿਹੜੇ ਕੱਪੜੇ ਨੇ, ਇਹ ਜਿਹੜੇ ਛੱਤੀ ਪਦਾਰਥ ਨੇ, ਭਾਵੇਂ ਜਿੰਨਾ ਮਰਜ਼ੀ ਤੂੰ ਮਾਲੋ ਮਾਲ ਹੋਵੇ, ਇੱਕ ਦਿਨ ਤੈਨੂੰ ਸਾਰਾ ਕੁਝ ਛੱਡ ਕੇ ਜਾਣਾ ਪੈਣਾ। ਇਹ ਬਾਣੀ ਦਾ ਬਚਨ ਹੈ। ਜੇ ਤੇ ਤੂੰ ਇਹਨਾਂ ਦੇ ਨਾਲ ਕਿਸੇ ਦੀ ਮਦਦ ਕਰਦਾ, ਸ਼ਾਇਦ ਮੈਂ ਕੱਲ ਬੇਨਤੀ ਕੀਤੀ ਵੀ ਉਹ ਸਿੱਖ ਹੀ ਕਾਹਦਾ ਜਿਹਦੇ ਦਰ ਦੇ ਉੱਤੇ ਕੋਈ ਲੋੜਵੰਦ ਆਵੇ ਤੇ ਉਹਦੀ ਲੋੜ ਪੂਰੀ ਕਰਨ ਦਾ ਯਤਨ ਨਾ ਕਰ ਸਕਦਾ ਹੋਵੇ। ਸਤਿਗੁਰਾਂ ਨੇ ਆਖਿਆ ਮਾਣ ਨਾ ਕਰੀ ਇਹਨਾਂ ਚੀਜ਼ਾਂ ਦਾ। ਲਾਹੌਰ ਵਾਲਿਆਂ ਨੇ ਬੜਾ ਮਾਣ ਕੀਤਾ ਤੇ ਲਾਹੌਰ ਦਾ ਹਸ਼ਰ ਕੀ ਹੋਇਆ ਤੁਹਾਡਾ ਸਾਹਮਣੇ, ਆਪਾਂ ਇਤਿਹਾਸ ਪੜ੍ਹਿਆ ਸੁਣਿਆ ਸਾਰੇ। ਲਾਹੌਰ ਦਾ ਹਸ਼ਰ ਕੀ ਉੱਜੜ ਗਿਆ ਸਾਰਾ ਲਾਹੌਰ। ਸਤਿਗੁਰੂ ਜੀ ਕਹਿੰਦੇ ਨੇ ਮਾਣ ਕਾਹਦਾ। ਤੁਸੀਂ ਰੋਜ਼ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨ ਪੜ੍ਹਨ ਵਾਲੇ ਬੈਠੇ ਹੋ, ਸਤਿਗੁਰੂ ਜੀ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ, ਅੱਗੇ ਕਹਿੰਦੇ ਨੇ ਜੀ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ ਰਹ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ। ਜੇ ਤੇਰੇ ਤਨ ਦੇ ਉੱਤੇ ਰੇਸ਼ਮ ਦੇ ਕੱਪੜੇ ਪਾਏ ਹੋਏ ਨੇ ਨਾ, ਇਹ ਕੱਪੜੇ ਵੀ ਸੜ ਜਾਣੇ ਨੇ ਤੇ ਨੰਗੇਜ਼ ਸਰੀਰ, ਨੰਗੇਜ਼ ਆਤਮਾ ਨੂੰ ਜਮਦੂਤਾਂ ਨੇ ਰੱਬ ਦੇ ਘਰ ਤੱਕ ਲੈ ਕੇ ਜਾਣਾ ਹੈ। ਨੰਗਾ ਦੋਜੇ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਕਣ ਪਛਤਾਵਣਾ। ਇੱਕ ਦਿਨ ਪਛਤਾਉਣਾ ਪਵੇਗਾ ਜੇ ਇਹਨਾਂ ਚੀਜ਼ਾਂ ਦੇ ਉੱਤੇ ਤੂੰ ਮਾਣ ਕਰੀ ਬੈਠਾ ਹੈ। ਖੈਰ ਭਾਈ ਜੇਠਾ ਜੀ ਦੀ ਮੈਂ ਬੇਨਤੀ ਕਰ ਰਿਹਾ ਸੀ, ਕਿਸੇ ਨੇ ਬਾਂਹ ਨਾ ਫੜੀ ਹੈ, ਸਾਰਿਆਂ ਕੁਝ ਬਹੁਤ ਸੀ, ਬੜੇ ਅਮੀਰ ਲਾਹੌਰ ਦੇ ਲੋਕ, ਪਰ 2 ਰੋਟੀਆਂ ਤੇ ਕਿਤੇ ਕੱਪੜਾ ਸਰਿਆ ਨਹੀਂ ਕਿਸੇ ਕੋਲ ਭਾਈ ਜੇਠੇ ਨੂੰ ਦੇਣ ਦੇ ਲਈ। ਭਾਈ ਜੇਠਾ ਜੀ ਨੂੰ ਬਾਸਰ ਕੇ ਨਾਨੀ ਲੈ ਆਈ, ਘੁੰਗਣੀਆਂ ਦਾ ਵਪਾਰ ਸ਼ੁਰੂ ਕੀਤਾ। ਮੈਂ ਛੇਤੀ ਨਾਲ ਨਿਕਲਾ। ਇੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਬਾਸਰ ਕੇ ਰਹਿੰਦੇ ਪਏ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਪਤਾ ਲੱਗਾ ਕਿ ਸਾਡੇ ਨਗਰ ਦੀ ਬੁੱਢੜੀ ਮਾਂ ਹੈ, ਉਹਦੇ ਵਿਚਾਰੇ ਜਵਾਈ ਦਾ ਵੀ ਜਿਹੜਾ ਸੰਸਕਾਰ ਹੋ ਚੁੱਕਾ, ਅਕਾਲ ਚਲਾਨਾ ਕਰ ਗਿਆ, ਧੀ ਵੀ ਅਕਾਲ ਚਲਾਨਾ ਕਰ ਗਈ ਹੈ। ਸਤਿਗੁਰੂ ਜੀ ਦੁੱਖ ਸੁੱਖ ਸਾਂਝਾ ਕਰਨ ਲਈ ਆਏ, ਨਗਰ ਦਾ ਫਰਜ਼ ਬਣਦਾ ਮੋਢੀ ਸਾਂ। ਦੁੱਖ ਸੁੱਖ ਸਾਂਝਾ ਕੀਤਾ ਤੇ ਇਹ ਧਿਆਨ ਦੇਣ ਯੋਗ ਗੱਲ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਜਾ ਚਲੇ ਗਏ ਸਨ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਜਾ ਕੇ ਸੇਵਾ ਨਿਭਾਉਣਾ ਕੀਤੀ। ਸਤਿਗੁਰਾਂ ਜੀ ਦੇ ਘਰ ਦੇ ਅੰਦਰ ਵੀ 4 ਸੰਤਾਨਾਂ ਨੇ ਜਨਮ ਲਿਆ ਜੀ, 4 ਸੰਤਾਨਾਂ ਨੇ। ਤੇ ਇਹਨਾਂ 4 ਸੰਤਾਨਾਂ ਨੂੰ, ਪਰਿਵਾਰ ਨੂੰ ਨਾਲ ਲੈ ਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਸੇਵਾ ਕਰਦੇ ਨੇ। ਕਈਆਂ ਨੇ ਕਿਹਾ ਜੀ ਅਮਰੂ ਨਿਥਾਵਾਂ ਹੈ, ਅਮਰੂ ਦਾ ਕੋਈ ਥਾਂ ਨਹੀਂ, ਬਹੁਤ ਕੁਝ ਲੋਕਾਂ ਨੇ ਕਿਹਾ ਜੀ। ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਰਿਸ਼ਤੇ ਵਜੋਂ ਕੁੜਮ ਲੱਗਦੇ ਸਨ। ਧਿਆਨ ਨਾਲ ਸੁਣਦੇ ਜਾਇਓ ਜੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ, ਇਹਨਾਂ ਦੋਵਾਂ ਦਾ ਜਿਹੜਾ ਨਾਤਾ ਹੈ ਕੁੜਮਾਂ ਦਾ ਨਾਤਾ ਹੈ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਧੀ ਹੈ ਗੁਰੂ ਸਵਾਰਿਓ, ਜੇ ਉਹ ਜਿਹੜੀ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਤੀਜੇ ਛੱਜੂ ਜੀ ਦੇ ਨਾਲ ਵਿਆਹੀ ਹੋਈ, ਰਿਸ਼ਤੇ ਦੇ ਵਜੋਂ ਕੁੜਮਾਂ ਚ ਆ ਗਈ। ਲੋਕੀ ਤਾਂ ਹੀ ਗੱਲਾਂ ਕਰਦੇ ਸਨ ਵੀ ਇਹ ਤੇ ਕੁੜਮਾਂ ਦੇ ਦਰ ਦੇ ਉੱਤੇ ਬੈਠਾ ਹੋਇਆ ਜੀ, ਕੁੜਮਾਂ ਦਾ ਪਾਣੀ ਢੋਂਦਾ ਏ, ਕੁੜਮਾਂ ਦੇ ਘਰ ਸੇਵਾ ਕਰਦਾ ਏ, ਇਹ ਤੇ ਅਮਰੂ ਨਿਥਾਵਾਂ। ਜੁਲਾਈ ਵਰਗੀ ਨੇ ਵੀ ਕਹਿ ਦਿੱਤਾ ਸੀ। ਲੋਕ ਬੜੀਆਂ ਗੱਲਾਂ ਕਰਦੇ ਸੀ, ਪਰ ਜਿਨ੍ਹਾਂ ਲੋਕਾਂ ਨੇ ਗੱਲਾਂ ਕੀਤੀਆਂ ਨਾ,
ਗੁਰੂ ਸਵਾਰਿਓ ਨਿੰਦਿਆ ਰੱਜ ਕੇ ਨਿੰਦਿਆ ਗਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ, ਪਰ ਬਾਣੀ ਨੇ ਬਚਨ ਕੇ ਬਾਬੇ ਕਬੀਰ ਨੂੰ ਵੀ ਨਿੰਦਿਆ ਗਿਆ ਸੀ ਨਾ। ਬਾਬੇ ਕਬੀਰ ਨੇ ਕਿਹਾ ਨਹੀਂ ਲੋਕੋ ਰੱਜ ਕੇ ਨਿੰਦੋ ਕੋਈ ਪਰਵਾਹ ਨਹੀਂ, ਮੈਂ ਤੇ ਇੱਕ ਗੁਰੂ ਦਾ ਹੋ ਕੇ ਜੀਣਾ ਸਿੱਖ ਲਿਆ ਤੇ ਮੈਨੂੰ ਭਰੋਸਾ ਹੈ ਵੀ ਇੱਕ ਗੁਰੂ ਹੀ ਮੈਨੂੰ ਪਾਰ ਲੰਘਾਵੇਗਾ। ਤੁਹਾਡੀ ਨਿੰਦਿਆ ਮੈਨੂੰ ਡੋਬ ਨਹੀਂ ਸਕਦੀ, ਤੁਹਾਡੀ ਨਿੰਦਿਆ ਵੀ ਮੈਨੂੰ ਸਗੋਂ ਤਾਰੇਗੀ। ਜਿਹਨੂੰ ਤੁਸੀਂ ਪੜ੍ਹਦੇ ਹੋ ਨਿੰਦੋ ਨਿੰਦੋ ਮੋਕੋ ਲੋਗ, ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਨਿੰਦਾ ਹੀ ਮੈਨੂੰ ਤਾਰੇਗੀ। ਨਿੰਦਾ ਤੇ ਲੋਕਾਂ ਨੇ ਪਿਓ ਬਣਾ ਲਈ, ਮਾਂ ਬਣਾ ਲੇ, ਪਰ ਮੈਨੂੰ ਤਾਰਨ ਵਾਲੀ ਵੀ ਨਿੰਦਾ ਏ, ਕਿਉਂਕਿ ਮੈਨੂੰ ਭਰੋਸਾ ਏ ਮੇਰਾ ਗੁਰੂ ਮੈਨੂੰ ਡੁੱਬਣ ਨਹੀਂ ਦੇਵੇਗਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਵੀ ਕੁੜਮ ਕਰਕੇ ਨਾਤਾ ਨਹੀਂ ਜੋੜਿਆ। ਇੱਕ ਗੁਰੂ ਅਤੇ ਇੱਕ ਸਿੱਖ, ਇੱਕ ਚੇਲਾ, ਕੇਵਲ ਆਹ ਨਾਤਾ ਗੁਰੂ ਅਮਰਦਾਸ ਪਾਤਸ਼ਾਹ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਵਿੱਚ ਰੋਜ਼ ਸੇਵਾ ਕਰਦੇ ਨੇ, ਰੋਜ਼ ਪ੍ਰੇਮ ਹਾਸਲ ਕਰਦੇ ਨੇ। ਗੁਰੂ ਸਵਾਰਿਓ ਜਦੋਂ ਸਮਾਂ ਆਇਆ ਨਾ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰ ਗੱਦੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ। ਤੇ ਜਦੋਂ ਗੁਰ ਗੱਦੀ ਬਖਸ਼ਿਸ਼ ਕਰ ਦਿੱਤੀ ਨਾ ਤੇ ਦੁਨੀਆ ਹੈਰਾਨ ਹੋ ਗਈ। ਜਿਹੜੀ ਦੁਨੀਆ ਕਹਿੰਦੀ ਸੀ ਨਾ ਅਮਰੂ ਨਿਥਾਵਾਂ ਏ, ਅਮਰੂ ਦੇ ਕੋਲ ਕੋਈ ਥਾਂ ਨਹੀਂ, ਕੁੜਮਾਂ ਦੇ ਘਰ ਦੇ ਵਿੱਚ ਡਿੱਗਿਆ ਪਿਆ ਏ, ਅੱਜ ਉਹੀ ਦੁਨੀਆ ਦੇ ਲੋਕ ਜਦੋਂ ਸਮਾਂ ਬਦਲਿਆ ਤੇ ਅੱਜ ਆ ਕੇ ਅਰਦਾਸਾਂ ਕਰਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੂੰ ਨਿਮਾਣਿਆਂ ਦਾ ਮਾਣ ਏ, ਤੂੰ ਨਿਤਾਣਿਆਂ ਦਾ ਤਾਣ ਏ, ਤੂੰ ਨਿਉਟਿਆਂ ਦੀ ਓਟ ਏ, ਤੂੰ ਨਿਆਸਰਿਆਂ ਦਾ ਆਸਰਾ ਏ, ਤੂੰ ਨਿਗੱਤਿਆਂ ਦੀ ਗੱਤ ਏ, ਤੂੰ ਨਿਪੱਤਿਆਂ ਦੀ ਪੱਤ ਏ। ਐਸੀਆਂ ਅਰਦਾਸਾਂ ਆਣ ਆਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਰਦੇ ਪਏ ਨੇ, ਜਿਹੜੇ ਲੋਕ ਕਹਿੰਦੇ ਸਨ ਅਮਰੂ ਨਿਥਾਵਾਂ ਏ। ਜਦੋਂ ਸਮਾਂ ਬਦਲਿਆ, ਜਦੋਂ ਬੰਦੇ ਦੇ ਕੋਲ ਕੁਝ ਨਾ ਹੋਵੇ, ਗੱਲ ਤੇ ਸੱਚੀ ਹੈ, ਸੰਸਾਰ ਕਦੀ ਵੀ, ਸਮਾਜ ਕਦੀ ਵੀ ਸਤਿਕਾਰ ਨਹੀਂ ਦਿੰਦਾ। ਕੁਝ ਪੱਲੇ ਪੈ ਜਾਵੇ ਨਾ, ਇਹੀ ਲੋਕ ਜਿਹੜੇ ਧੱਕੇ ਮਾਰਨ ਵਾਲੇ ਨੇ, ਇਹੀ ਲੋਕ ਹੱਥਾਂ ਤੇ ਚੁੱਕ ਕੇ ਸਤਿਕਾਰ ਦੇਣ ਲੱਗ ਜਾਂਦੇ ਨੇ। ਇਹੀ ਹੁਣ ਇਹੀ ਲੋਕ ਅਰਦਾਸਾਂ ਕਰਦੇ ਸਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੂੰ ਹੀ ਸਾਨੂੰ ਦਤਾਰ ਪਿਤਾ ਤਾਰਨ ਵਾਲਾ ਹੈ, ਤੇਰੇ ਤੋਂ ਬਿਨਾਂ ਸਾਡੀ ਕੋਈ ਟੇਕ ਨਹੀਂ, ਕੋਈ ਟੇਕ ਨਹੀਂ ਸਾਡੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੁਰਗੱਦੀ ਦੇ ਉੱਤੇ ਬੈਠੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਉਹਨਾਂ ਦੀ ਪੁੱਤਰੀ ਦਾ ਨਾਮ ਹੈ, ਇੱਕ ਦਾ ਨਾਮ ਦਾਨੀ ਹੈ, ਇੱਕ ਦਾ ਨਾਮ ਹੈ ਭਾਨੀ। ਦਾਨੀ ਜੀ ਦਾ ਵਿਆਹ ਹੋ ਗਿਆ ਸੀ ਪਹਿਲਾਂ। ਹੁਣ ਜਿਹੜੀ ਭਾਨੀ ਜੀ ਹੈ ਇਹ ਅਜੇ ਕੁਆਰੇ ਨੇ ਤੇ ਉਸ ਵਕਤ ਇਤਿਹਾਸ ਕਹਿੰਦਾ ਵੀ ਗੋਇੰਦਵਾਲ ਸਾਹਿਬ ਜੀ ਦੀ ਸੇਵਾ ਚੱਲਦੀ ਪਈ ਸੀ। ਜਦੋਂ ਗੋਇੰਦਵਾਲ ਸਾਹਿਬ ਦੀ ਸੇਵਾ ਚੱਲ ਰਹੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਸੇਵਾ ਕਰਵਾ ਰਹੇ ਨੇ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਇੱਕ ਦਿਨ ਚੁਬਾਰੇ ਦੇ ਵਿੱਚ ਖਲੋਤੇ ਤੇ ਬਾਰੀ ਖੋਲ ਕੇ ਸਾਰੀ ਸੇਵਾ ਨੂੰ, ਸੇਵਾਦਾਰਾਂ ਨੂੰ ਵੇਖਦੇ ਪਏ, ਨਿਹਾਰਦੇ ਪਏ। ਇੰਨੇ ਨੂੰ ਨਾ ਸਤਿਗੁਰਾਂ ਜੀ ਦੇ ਮਹਿਲ, ਉਹਨਾਂ ਦਾ ਨਾਮ ਹੈ ਜੀ ਮਨਸਾ ਦੇਵੀ। ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਜ਼ਰੂਰ ਗਿਆਨਵਾਨ ਬਣਾਵੋ। ਸਤਿਗੁਰਾਂ ਜੀ ਦੇ ਪਰਿਵਾਰਾਂ ਬਾਰੇ ਥੋੜਾ ਬਹੁਤ ਜਾਣਨ ਦਾ ਯਤਨ ਕਰੋ। ਇਹ ਬਹੁਤ ਦੁੱਖ ਦੀ ਗੱਲ ਹੈ, ਨਹੀਂ ਪਤਾ, ਸਾਨੂੰ ਵੀ ਨਹੀਂ ਕਈ ਵੇਲੇ ਪਤਾ, ਬੱਚਿਆਂ ਨੂੰ ਵੀ ਨਹੀਂ ਪਤਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਹਿਲਾਂ ਦਾ ਨਾਮ ਹੈ ਮਨਸਾ ਦੇਵੀ ਜੀ। ਜਦੋਂ ਮਨਸਾ ਦੇਵੀ ਜੀ ਕੋਲ ਆਏ ਨੇ, ਮਨਸਾ ਦੇਵੀ ਜੀ ਨੇ ਆਖਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਓ ਆਪ ਜੀ ਕਿਰਪਾ ਕਰੋ, ਦਇਆ ਕਰੋ, ਆਪਣੀ ਧੀ ਭਾਨੀ ਜਿਹੜੀ ਹੈ ਇਹ ਵਿਆਹੁਣ ਦੇ ਲਾਇਕ ਹੋ ਗਈ ਹੈ। ਸਤਿਗੁਰੂ ਜੀ ਚਲੋ ਨਹੀਂ ਬਹੁਤਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ, ਹੁਣ ਸਮਾਂ ਹੈ ਆਪਾਂ ਉਹਦਾ ਕੋਈ ਨਾਤਾ ਕਰ ਦਈਏ, ਰਿਸ਼ਤਾ ਜੋੜ ਦਈਏ। ਤੁਹਾਡੇ ਗਿਆਨ ਦੇ ਲਈ ਦੱਸ ਦਿਆਂ 1534 ਦੇ ਵਿੱਚ, ਯਾਦ ਰੱਖਿਓ 1534 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ 1534 ਦੇ ਵਿੱਚ ਹੀ ਬੀਬੀ ਭਾਨੀ ਜੀ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ। ਦੋਵਾਂ ਦਾ ਸਾਲ ਇੱਕੋ, ਕੇਵਲ ਕੁਝ ਕੁ ਮਹੀਨਿਆਂ ਦਾ ਫਰਕ ਹੈ, ਦੋਵਾਂ ਦੀ ਉਮਰ ਇੱਕੋ ਹੀ। ਤੇ ਗੁਰੂ ਸਵਾਰਿਓ ਜਿਹੜਾ ਵਿਆਹ ਹੈ ਨਾ ਬੀਬੀ ਭਾਨੀ ਜੀ ਦਾ, ਬੀਬੀ ਭਾਨੀ ਜੀ ਦਾ ਵਿਆਹ 1554 ਦੇ ਵਿੱਚ ਹੋਇਆ ਹੈ।
20 ਸਾਲ ਦੀ ਉਮਰ ਹੋ ਗਈ ਸੀ। ਵੈਸੇ ਪੁਰਾਤਨ ਸਮਾਂ ਤੁਸੀਂ ਪੜ੍ਹ ਕੇ ਵੇਖੋ 11-12 ਸਾਲ ਦੀ ਉਮਰ ਦੇ ਵਿੱਚ ਨਾ ਧੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਸਨ। ਇਹ 20 ਸਾਲ ਦੀ ਉਮਰ ਤਾਂ ਹੋ ਗਈ ਸੀ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਸੇਵਾ ਦੇ ਵਿੱਚ ਲੱਗੇ ਰਹਿੰਦੇ ਸਨ। ਕੁਝ ਨਾਮ ਦੇ ਪ੍ਰਚਾਰ ਦੇ ਵਿੱਚ ਦੌਰਿਆਂ ਤੇ ਗਏ ਰਹੇ। ਕੁਝ ਲੋਕਾਂ ਨੇ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਅਮਰੂ ਤੇ ਆਪ ਨਿਥਾਵੇਂ, ਇਹ ਤੇ ਆਪ ਧੀਆਂ ਲੈ ਕੇ ਬੈਠਾ ਹੋਇਆ, ਇਹਦੇ ਕਰਨਾਤਾ ਨਹੀਂ ਕਰਨਾ। ਇਹ ਇਤਿਹਾਸ ਹੈ। ਲੋਕ ਉਸ ਵਕਤ ਨਿੰਦਿਆ ਕਰਨ ਲੱਗ ਪਏ। ਤਾਂ 20 ਸਾਲ ਦੀ ਉਮਰ ਹੋ ਗਈ ਸੀ ਬੀਬੀ ਭਾਨੀ ਜੀ ਦੀ। ਤੇ ਮਨਸਾ ਦੇਵੀ ਜੀ ਕਹਿੰਦੇ ਨੇ ਮੈਨੂੰ ਚਿੰਤਾ ਏ, ਉਮਰ ਜਾਂਦੀ ਪਈ ਏ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰੋ ਆਪਾਂ ਨਾਤਾ ਕਰ ਦਈਏ ਕੋਈ, ਕਿਉਂਕਿ ਧੀਆਂ ਕੁਆਰੀਆਂ ਘਰੇ ਰੱਖਣੀਆਂ ਇਹ ਤੇ ਸ਼ਰੀਕਾਂ ਦੇ ਮੂੰਹ ਦੀ ਗੱਲ ਹੋ ਜਾਵੇਗੀ, ਨਿੰਦਿਆ ਹੋ ਜਾਵੇਗੀ। ਇਹ ਸਤਿਗੁਰੂ ਜੀ ਕੋਈ ਨਾ ਕੋਈ ਯਤਨ ਕਰੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਮਨਸਾ ਦੇਵੀ ਜੀ ਕਿਵੇਂ ਦਾ ਬਾਲਕ ਚਾਹੀਦਾ, ਕਿਵੇਂ ਦਾ ਬੱਚਾ ਹੋਣਾ ਚਾਹੀਦਾ। ਅੱਗੋਂ ਅਚਨਚੇਤ ਭਾਈ ਜੇਠਾ ਜੀ ਆ ਰਹੇ ਨੇ, ਬਾਰੀ ਦੇ ਉੱਤੋਂ ਦੇਖਦੇ ਪਏ ਨੇ। ਭਾਈ ਜੇਠਾ ਜੀ ਉਸ ਵਕਤ ਗੋਇੰਦਵਾਲ ਸਾਹਿਬ ਸੇਵਾ ਕਰਦੇ ਨੇ, ਟੋਕਰੇ ਢੋਂਦੇ ਪਏ ਨੇ। ਭਾਈ ਜੇਠਾ ਜੀ ਆ ਰਹੇ ਨੇ ਅੱਗੋਂ। ਜਦੋਂ ਭਾਈ ਜੇਠਾ ਜੀ ਤੁਰੇ ਆਉਣ ਨਾ, ਮਨਸਾ ਦੇਵੀ ਜੀ ਦੀ ਅਚਨਚੇਤ ਨਿਗਾਹ ਪਈ। ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿੰਦੇ ਨੇ ਸਤਿਗੁਰੂ ਜੀ ਉਹ ਜਿਹੜਾ ਬਾਲਕ ਆ ਰਿਹਾ ਨਾ ਉਹਦੇ ਵਰਗਾ ਬੱਚਾ ਹੋ ਜਾਵੇ ਨਾ ਤੇ ਕਮਾਲ ਹੋ ਜਾਵੇ, ਉਹਦੇ ਵਰਗਾ ਬੱਚਾ ਚਾਹੀਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕੋ ਹੱਸ ਕੇ ਪਤਾ ਕੀ ਕਹਿੰਦੇ ਨੇ, ਸੁਣਿਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮਨਸਾ ਦੇਵੀ ਜੀ ਇਹਦੇ ਵਰਗਾ ਬੱਚਾ ਹੋਵੇ, ਇਹ ਕਿਉਂ ਨਾ ਹੋਵੇ। ਜੇ ਇਹਦੇ ਵਰਗਾ ਹੀ ਬੱਚਾ ਆਪਾਂ ਲੱਭਣਾ ਫਿਰ ਇਹ ਕਿਉਂ ਨਹੀਂ, ਇਹ ਵੀ ਤੇ ਚੰਗਾ ਹੀ ਹੈ ਨਾ। ਮਨਸਾ ਦੇਵੀ ਜੀ ਚਿੰਤਾ ਵਿੱਚ ਥੋੜਾ ਜਿਹਾ ਮਨ ਦੇ ਵਿੱਚ ਸ਼ੰਕਾ ਪੈਦਾ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਜੇ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਤੇ ਤੁਸੀਂ ਪ੍ਰਗਟ ਕਰੋ। ਮਨਸਾ ਦੇਵੀ ਜੀ ਕਹਿੰਦੇ ਨੇ ਸਤਿਗੁਰੂ ਜੀ ਤਿੰਨ ਗੱਲਾਂ ਤੇ ਹਰੇਕ ਸੰਸਾਰ ਦਾ ਪਿਤਾ ਮਾਂ ਵਿਚਾਰਦੇ ਨੇ ਨਾ ਧੀ ਦਾ ਨਾਤਾ ਕਰਨ ਤੋਂ ਪਹਿਲਾਂ। ਤੁਸੀਂ ਵੀ ਧੀਆਂ ਵਾਲੇ ਬੈਠੇ ਹੋ, ਵਿਚਾਰੇ ਤਿੰਨ ਗੱਲਾਂ ਵਿਚਾਰੀਆਂ ਜਾਂਦੀਆਂ ਨੇ। ਘਰ ਕਿਵੇਂ ਦਾ, ਕਾਰੋਬਾਰ ਕਿਵੇਂ ਦਾ, ਤੇ ਰੋਟੀ ਦਾ ਪ੍ਰਬੰਧ ਕੀ ਹੈ, ਰੋਟੀ ਟੁਕੜ ਦਾ ਪ੍ਰਬੰਧ ਕੀ ਹੈ, ਭੋਜਨ ਪਦਾਰਥ ਕਿੰਨੇ। ਇਹ ਤਿੰਨ ਚੀਜ਼ਾਂ ਤੇ ਜ਼ਰੂਰੀ ਨੇ ਵਿਚਾਰਨੀਆਂ, ਹਰ ਇੱਕ ਕੋਈ ਵਿਚਾਰਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਮਨਸਾ ਦੇਵੀ ਜੀ ਸਮੇਂ ਦੇ ਉੱਤੇ ਬਹੁਤਾ ਵਿਸ਼ਵਾਸ ਨਹੀਂ ਕਰੀਦਾ। ਸੁਣਿਓ ਸ਼ਾਇਦ ਤੁਹਾਡਾ ਵੀ ਭਰੋਸਾ ਵੱਜ ਜਾਵੇ। ਜਿਨ੍ਹਾਂ ਦੇ ਮਨ ਟੁੱਟੇ ਨੇ ਸ਼ਾਇਦ ਮਨ ਜੁੜ ਜਾਣ। ਸਤਿਗੁਰੂ ਜੀ ਆਖਦੇ ਨੇ ਇਹ ਮਨਸਾ ਦੇਵੀ ਜੀ ਸਮੇਂ ਦੇ ਉੱਤੇ ਬਹੁਤਾ ਭਰੋਸਾ ਨਾ ਕਰੋ। ਜੋ ਅੱਜ ਨਜ਼ਰ ਆ ਰਿਹਾ ਸ਼ਾਇਦ ਕੱਲ ਨਾ ਹੋਵੇ, ਜੋ ਅੱਜ ਨਹੀਂ ਨਜ਼ਰ ਆ ਰਿਹਾ ਸ਼ਾਇਦ ਉਹ ਕੱਲ ਹੋ ਜਾਵੇ। ਸ਼ਾਇਦ ਇਹ ਉਮੀਦ ਸਮਝ ਆਈ ਹੋਵੇਗੀ। ਮੈਂ ਫਿਰ ਦੁਹਰਾ ਦਿਆਂ, ਸਮੇਂ ਦੇ ਉੱਤੇ ਕਦੀ ਭਰੋਸਾ ਨਹੀਂ। ਸ਼ਾਇਦ ਅੱਜ ਜੋ ਨਜ਼ਰ ਆ ਰਿਹਾ ਉਹ ਕੱਲ ਨਾ ਹੋਵੇ, ਤੇ ਜੋ ਕੱਲ ਨਜ਼ਰ ਨਹੀਂ ਆ ਰਿਹਾ ਉਹ ਸ਼ਾਇਦ ਕੱਲ ਹੋ ਜਾਵੇ। ਮਨਸਾ ਦੇਵੀ ਜੀ ਬਹੁਤਾ ਭਰੋਸਾ ਨਹੀਂ ਕਰੀਦਾ। ਸਤਿਗੁਰੂ ਜੀ ਤੁਸੀਂ ਵਚਨ ਕੀ ਕਹਿਣਾ ਚਾਹੁੰਦੇ ਹੋ, ਮੈਨੂੰ ਸਮਝਾਓ ਤੇ ਸਹੀ। ਸਤਿਗੁਰੂ ਜੀ ਆਖਦੇ ਨੇ ਜਿਸ ਬੱਚੇ ਨੂੰ ਤੂੰ ਵੇਖਦੀ ਪਈ ਹੈ ਨਾ, ਗਰੀਬੜਾ ਜਿਹਾ, ਜਿਹਦੇ ਸਿਰ ਦੇ ਉੱਤੇ ਤੈਨੂੰ ਟੋਕਰੇ ਨਜ਼ਰ ਆ ਰਹੇ ਨੇ ਚਿੱਕੜ ਦੇ, ਮਿੱਟੀ ਦੇ, ਇਹ ਮਨਸਾ ਦੇਵੀ ਜੀ ਇਹਦੇ ਸਿਰ ਦੇ ਉੱਤੇ ਮੈਨੂੰ ਟੋਕਰੇ ਨਹੀਂ, ਇਹਦੇ ਸਿਰ ਦੇ ਉੱਤੇ ਮੈਨੂੰ ਛਤਰ ਝੁੱਲਦੇ ਨਜ਼ਰ ਆ ਰਹੇ ਨੇ। ਤੈਨੂੰ ਤੇ ਟੋਕਰੇ ਨਜ਼ਰ ਆ ਰਹੇ ਨੇ ਨਾ, ਮੈਨੂੰ ਛਤਰ ਝੁੱਲਦੇ ਨਜ਼ਰ ਆ ਰਹੇ ਨੇ। ਤੇ ਸਤਿਗੁਰਾਂ ਜੀ ਦੇ ਕਹੇ ਹੋਏ ਬਚਨ ਵਿਅਰਥ ਨਹੀਂ ਗਏ। ਇਹ ਦੁਨੀਆ ਦੇ ਲੋਕੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਤੀ ਮਨਸਾ ਦੇਵੀ ਜੀ ਨੇ ਕਿਹਾ ਵੀ ਘਰ ਦਾ ਪਤਾ ਕਰੋ। ਮੈਂ ਤੇ ਇਹਦਾ ਘਰ ਵੇਖਿਆ ਤੱਕ ਨਹੀਂ, ਇਹਦੇ ਰਿਸ਼ਤੇਦਾਰਾਂ ਦਾ ਖਾਨਦਾਨ ਦਾ ਪਤਾ ਕਰੋ, ਮੈਂ ਰਿਸ਼ਤੇਦਾਰ ਨਹੀਂ ਵੇਖੇ। ਇਹਦੇ ਕਾਰੋਬਾਰ ਰੋਟੀ ਟੁਕੜ ਦਾ ਪਤਾ ਕਰੋ, ਇਹ ਤੇ ਗੁਰੂ ਘਰ ਬਹਿ ਕੇ ਪ੍ਰਸ਼ਾਦੇ ਛਕਦਾ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਕਹੇ ਹੋਏ ਸੱਚ ਹੋਏ। ਕਿਸੇ ਦੇ ਘਰ ਦੇ ਵਿੱਚ ਕਿਲੋ ਸੋਨਾ, ਕਿਸੇ ਦੇ ਘਰ ਦੇ ਵਿੱਚ 2 ਕਿਲੋ ਸੋਨਾ, ਕਿਸੇ ਦੇ ਘਰ ਦੇ ਵਿੱਚ 10 ਕਿਲੋ ਸੋਨਾ। ਇਹ ਦੁਨੀਆ ਦੇ ਲੋਕੋ
ਜਿਸ ਭਾਈ ਜੇਠੇ ਨੂੰ ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਧੱਕੇ ਮਾਰ ਕੇ ਕੱਢਿਆ ਸੀ ਨਾ, ਉਹਦਾ ਭਾਈ ਜੇਠੇ ਦਾ ਘਰ ਅੱਜ ਸੋਨੇ ਦਾ ਘਰ ਬਣਿਆ ਹੋਇਆ ਹੈ। ਸੋਨੇ ਦਾ ਘਰ ਹੈ ਉਹਦਾ ਅੱਜ, ਜਿਹਨੂੰ ਤੁਸੀਂ ਪ੍ਰੇਮ ਦੇ ਨਾਲ ਪੜ੍ਹਦੇ ਹੋ, ਡਿੱਠੇ ਸਭੇ ਥਾਪ ਨਹੀਂ ਤੁਧ। ਤੁਸੀਂ ਰੋਜ਼ ਅਰਦਾਸ ਦੇ ਵਿੱਚ ਕਹਿੰਦੇ ਹੋ, ਹੇ ਨਿਮਾਣਿਆਂ ਦੇ ਮਾਂ ਨਿਤਾਨਿਆਂ ਦੇ ਤਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਸਾਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼। ਲੋਕਾਂ ਨੇ ਕਿਹਾ ਭਾਈ ਜੇਠੇ ਦਾ ਘਰ ਕੋਈ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸਮਾਂ ਆਵੇਗਾ, ਦੁਨੀਆ ਕਿਲੋ 2 ਕਿਲੋ ਸੋਨਾ ਲੈ ਕੇ ਮਾਣ ਕਰੇਗੀ, ਮੇਰੇ ਜੇਠੇ ਦਾ ਘਰ ਸੋਨੇ ਦਾ ਘਰ ਹੋਵੇਗਾ, ਦੁਨੀਆ ਨਤਮਸਤਕ ਹੋਵੇਗੀ ਇੱਥੇ ਆ ਕੇ। ਇਹ ਮਨਸਾ ਦੇਵੀ ਜੀ ਤੁਸੀਂ ਸਮਾਂ ਵੇਖਿਓ ਆਵੇਗਾ, ਲੋਕਾਂ ਨੂੰ ਆਪਣੀ ਕੁੱਲ ਦੇ ਉੱਤੇ ਮਾਣ ਹੁੰਦਾ ਹੈ, ਆਪਣੇ ਰਿਸ਼ਤੇਦਾਰਾਂ ਦੇ ਉੱਤੇ ਮਾਣ ਹੁੰਦਾ ਹੈ, ਆਪਣੀ ਜਾਤ ਬਰਾਦਰੀ ਦੇ ਉੱਤੇ ਮਾਣ ਹੋ ਜਾਂਦਾ ਹੈ। ਮੇਰੇ ਜੇਠੇ ਦੀ ਜਾਤ ਬਰਾਦਰੀ, ਮੇਰੇ ਜੇਠੇ ਦੀ ਕੁੱਲ ਨੂੰ ਦੁਨੀਆ ਨਤਮਸਤਕ ਹੋ ਕੇ ਯਾਦ ਕਰਿਆ ਕਰੇਗੀ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਬੇਦੀ ਕੁੱਲ ਵਿੱਚੋਂ ਹੋਏ ਨੇ। ਮੈਂ ਜਾਤ ਬਰਾਦਰੀ ਦਾ ਪ੍ਰਚਾਰ ਨਹੀਂ ਜੇ ਕਰਨ ਲੱਗਾ, ਕੇਵਲ ਇੱਕ ਉਦਾਹਰਨ ਦੇਣ ਲੱਗਾ ਤੁਹਾਨੂੰ, ਜੇ ਸਮਝ ਆਵੇ। ਗੁਰੂ ਨਾਨਕ ਸਾਹਿਬ ਮਹਾਰਾਜ ਬੇਦੀ ਕੁੱਲ ਦੇ ਵਿੱਚ ਹੋਏ ਨੇ, ਤੇ ਕੇਵਲ ਗੱਦੀ ਬੇਦੀ ਕੁੱਲ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲੀ ਹੈ, ਹੋਰ ਕਿਸੇ ਨੂੰ ਨਹੀਂ ਮਿਲੀ। ਅੱਗੋਂ ਥੋੜਾ ਜਿਹਾ ਤੁਰ ਪਵੋ, ਗੁਰੂ ਅੰਗਦ ਸਾਹਿਬ ਮਹਾਰਾਜ 63 ਕੁੱਲ ਦੇ ਵਿੱਚ ਹੋਏ ਨੇ ਜੀ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ 63 ਕੁੱਲ ਦੇ ਵਿੱਚੋਂ ਕੇਵਲ ਕੱਲਿਆਂ ਨੂੰ ਗੱਦੀ ਮਿਲੀ, ਹੋਰ ਕਿਸੇ ਨੂੰ ਵਾਰਸ ਨੂੰ ਨਹੀਂ ਮਿਲੀ। ਗੁਰੂ ਅਮਰਦਾਸ ਪਾਤਸ਼ਾਹ ਭੱਲਿਆਂ ਦੇ ਕੁੱਲ ਦੇ ਵਿੱਚੋਂ ਹੋਏ ਨੇ, ਤੇ ਭੱਲਿਆਂ ਦੀ ਕੁੱਲ ਦੇ ਵਿੱਚੋਂ ਗੱਦੀ ਕੇਵਲ ਤੇ ਕੇਵਲ ਗੁਰੂ ਅਮਰਦਾਸ ਪਾਤਸ਼ਾਹ ਦੇ ਹਿੱਸੇ ਆਈ, ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਪਰ ਇਹ ਦੁਨੀਆ ਦੇ ਲੋਕੋ ਨਮਸਕਾਰ ਕਰੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੁੱਲ ਨੂੰ। ਮਨਸਾ ਦੇਵੀ ਜੀ ਤੁਸੀਂ ਇਹਦੀ ਜਾਤ ਬਰਾਦਰੀ ਪੁੱਛਦੇ ਹੋ, ਇਹਦੀ ਜਾਤ ਇਹਦੀ ਕੁੱਲ ਦੇ ਵਿੱਚੋਂ 7 ਪਾਤਸ਼ਾਹੀਆਂ ਨੂੰ ਗੁਰਗੱਦੀ ਮਿਲਣੀ ਹੈ। ਸੋਢੀ ਕੁੱਲ ਦੇ ਵਿੱਚੋਂ 7 ਪਾਤਸ਼ਾਹੀਆਂ ਨੂੰ ਗੁਰਗੱਦੀ ਦਾ ਮਾਲਕ ਤਿਲਕ ਮਿਲਣਾ ਹੈ, 7 ਪਾਤਸ਼ਾਹੀਆਂ ਨੇ ਗੁਰਗੱਦੀ ਦਾ ਮਾਲਕ ਬਣਨਾ ਹੈ। ਤੇ ਸੋਢੀ ਕੁੱਲ ਦੇ ਵਿੱਚੋਂ 7 ਪੀੜ੍ਹੀਆਂ ਨੂੰ ਨਮਸਕਾਰ ਕੀਤੀ ਜਾਣੀ ਹੈ। ਜਿਹਨੂੰ ਗੁਰੂ ਸਵਾਰਿਓ ਕਿਹਾ ਗਿਆ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ 7 ਪੀੜ੍ਹੀਆਂ ਨੂੰ ਗੁਰੂ ਸਵਾਰਿਓ ਗੁਰਗੱਦੀ ਪ੍ਰਾਪਤ ਹੋਈ ਹੈ, ਗੁਰੂ ਰਾਮਦਾਸ ਮਹਾਰਾਜ ਸਮੇਤ। ਇਹ ਮਨਸਾ ਦੇਵੀ ਜੀ ਤੁਸੀਂ ਇਹਦੇ ਭੋਜਨ ਬਾਰੇ ਪੁੱਛਦੇ ਹੋ ਨਾ, ਤੁਹਾਡੀ ਚਿੰਤਾ ਜਾਇਜ਼ ਹੈ। ਬੰਦਾ ਗਰੀਬੀ ਕੱਟ ਸਕਦਾ, ਭੁੱਖ ਨਹੀਂ ਜੇ ਕੱਟ ਸਕਦਾ। ਤੁਸੀਂ ਸੂਝਵਾਨ ਬੈਠੇ, ਬੰਦਾ ਗਰੀਬੀ ਤਨ ਤੇ ਹੰਢਾ ਸਕਦਾ, ਪਰ ਭੁੱਖ ਨਹੀਂ ਜੇ ਜਰੀ ਜਾ ਸਕਦੀ। ਗਰੀਬੀ ਹੋਵੇ ਮਰਦਾ ਨਹੀਂ ਬੰਦਾ, ਭੁੱਖ ਹੋਵੇ ਤੇ ਮੌਤ ਵੀ ਆ ਜਾਂਦੀ ਹੈ। ਇਹ ਮਨਸਾ ਦੇਵੀ ਜੀ ਤੁਹਾਡੀ ਚਿੰਤਾ ਜਾਇਜ਼ ਏ, ਪਰ ਮੈਂ ਤੁਹਾਨੂੰ ਬਚਨ ਕਹਿ ਦਿਆਂ, ਆ ਜਿਹਨੂੰ ਤੁਸੀਂ ਵੇਖਦੇ ਪਏ ਹੋ ਨਾ, ਕੁੱਲ ਜਹਾਨ ਵਿੱਚ ਬੜੇ ਅਮੀਰ ਹੋਣਗੇ, 36 ਪਦਾਰਥ ਖਾ ਕੇ ਸੌਣ ਵਾਲੇ ਅਮੀਰ ਹੋਣਗੇ। ਐਸੇ ਵੀ ਅਮੀਰ ਹੋਣਗੇ ਜਿਹੜੇ ਕਿਤੇ ਨਾ ਕਿਤੇ ਕਦੀ ਨਾ ਕਦੀ ਭੁੱਖੇ ਰਹਿ ਜਾਂਦੇ ਹੋਣਗੇ। ਅਮੀਰ ਬੰਦਾ ਵੀ ਕਈ ਵੇਲੇ ਭੁੱਖਾ ਰਹਿ ਸਕਦਾ ਨਾ, ਕੋਈ ਰਾਹ ਦੇ ਵਿੱਚ ਵਿਪਤਾ ਪੈ ਜਾਵੇ, ਕੋਈ ਭੀੜ ਪੈ ਜਾਵੇ, ਸਮਾਂ ਕੋਈ ਵੀ ਅਮੀਰ ਬੰਦਾ ਵੀ ਭੁੱਖਾ ਰਹਿ ਸਕਦਾ। ਜ਼ਰੂਰੀ ਨਹੀਂ ਵੀ ਉਹ 36 ਪਦਾਰਥ ਖਾ ਕੇ ਸੋ। ਪਰ ਇਹ ਮਨਸਾ ਦੇਵੀ ਜੀ ਮੈਂ ਤੁਹਾਡੇ ਨਾਲ ਬਚਨ ਕਰਦੇ ਹਾਂ ਵੀ ਦੁਨੀਆ ਦੇ ਵਿੱਚ ਅਮੀਰ ਤੋਂ ਅਮੀਰ ਬੰਦਾ ਵੀ ਭੁੱਖਾ ਰਹਿ ਸਕਦਾ ਹੈ। ਪਰ ਮੈਂ ਤੁਹਾਡੇ ਨਾਲ ਬਚਨ ਕਰਦੇ ਹਾਂ, ਜਿਹੜਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਪਹੁੰਚ ਗਿਆ ਨਾ, ਉਹ ਬੰਦਾ ਕਦੀ ਭੁੱਖਾ ਨਹੀਂ ਸੋ ਸਕਦਾ, ਉਹ ਰੱਜ ਕੇ ਸੋਵੇਗਾ। ਹੋਟਲਾਂ ਵਾਲੇ ਗਰੀਬਾਂ ਨੂੰ ਧੱਕੇ ਮਾਰਦੇ ਨੇ। ਸੁਣਿਓ, ਗਰੀਬ ਬੰਦਾ ਹੋਟਲ ਵਿੱਚ ਚਲਿਆ ਜਾਵੇ ਨਾ, 5 ਸਟਾਰ ਹੋਟਲ ਵਾਲੇ ਅਗਾਂਹ ਤੋਂ ਲੰਘਣ ਨਹੀਂ ਦਿੰਦੇ ਵੀ ਤੇਰੀ ਔਕਾਤ ਨਹੀਂ ਸਾਡੇ ਹੋਟਲ ਵਿੱਚ ਖਾਣ ਦੀ।
ਗਰੀਬ ਬੰਦਾ ਕਿਸੇ ਅਮੀਰ ਦੇ ਘਰ ਚਲਿਆ ਜਾਵੇ, ਉਹ ਵੀ ਰਾਤ ਨੂੰ ਦਰਵਾਜ਼ਾ ਨਹੀਂ ਖੋਲ੍ਹਦਾ, ਜਾ ਅੱਗੇ ਤੁਰ ਜਾ, ਸਾਡੇ ਘਰ ਦਾ ਦਰਵਾਜ਼ਾ ਨਾ ਖੜਕਾ। ਇਹ ਮਨਸਾ ਦੇਵੀ ਜੀ ਲੋਕ ਹੱਥ ਜੋੜ ਜੋੜ ਕੇ ਭੋਜਨ ਮੰਗਦੇ ਨੇ ਨਾ, ਜਿਹੜੇ ਇਹਦੇ ਘਰ ਦੇ ਸੇਵਾਦਾਰ ਹੋਣਗੇ ਉਹ ਹੱਥ ਜੋੜ ਜੋੜ ਕੇ ਭੋਜਨ ਛਕਾਇਆ ਕਰਨਗੇ ਇਹਦੇ ਨਾਂ ਦੇ ਉੱਤੇ। ਤੁਸੀਂ ਸਾਰੇ ਦਰਸ਼ਨ ਕਰਨ ਵਾਲੇ ਬੈਠੇ ਹੋ, ਸੇਵਾਦਾਰ ਹੱਥ ਜੋੜ ਜੋੜ ਕੇ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਗਰ। ਦੁਨੀਆ ਹੱਥ ਜੋੜ ਜੋੜ ਕੇ ਭੋਜਨ ਮੰਗਦੀ ਏ, ਇਹਦੇ ਘਰ ਦੇ ਸੇਵਾਦਾਰ ਹੱਥ ਜੋੜ ਜੋੜ ਕੇ ਦੁਨੀਆ ਨੂੰ ਰਜਾਇਆ ਕਰਨਗੇ, ਕਿਸੇ ਨੂੰ ਧੱਕਾ ਨਹੀਂ ਪਵੇਗਾ ਉੱਥੇ। ਭਾਵੇਂ ਇੱਕ ਚਲਿਆ ਜਾਵੇ, ਭਾਵੇਂ 20 ਚਲੇ ਜਾਣ ਤੇ ਭਾਵੇਂ 50 ਚਲੇ ਜਾਣ, ਸਾਰਿਆਂ ਨੂੰ ਜੀਓ ਆਇਆ ਆਖ ਕੇ ਤੇ ਪ੍ਰੇਮ ਦੇ ਨਾਲ ਪੰਗਤ ਵਿੱਚ ਬਿਠਾ ਕੇ ਭੋਜਨ ਛਕਾਇਆ ਜਾਂਦਾ ਉੱਥੇ। ਇੰਨਾ ਮਹਾਨ ਘਰ ਹੋਵੇਗਾ ਮਨਸਾ ਦੇਵੀ ਜੀ ਇਹਦਾ। ਖੈਰ ਮਨਸਾ ਦੇਵੀ ਜੀ ਨੂੰ ਪ੍ਰਵਾਸਾ ਹੋਇਆ, ਕਿਉਂਕਿ ਆਖਰ ਨੂੰ ਤੇ ਗੁਰੂ ਕੇ ਮਹਿਲ ਨੇ ਨਾ, ਉਹਨਾਂ ਨੂੰ ਵੀ ਪਤਾ ਹੈ ਵੀ ਗੁਰੂ ਦਾ ਬਚਨ ਕਦੀ ਵਿਰਥਾ ਨਹੀਂ ਜਾ ਸਕਦਾ। ਗੁਰੂ ਸਵਾਰਿਓ ਸਨ 1554 ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਬੀਬੀ ਭਾਨੀ ਜੀ ਦਾ ਦੋਵਾਂ ਦਾ ਵਿਆਹ ਹੋਇਆ ਹੈ। ਗੁਰੂ ਸਵਾਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ ਦੇ ਮਾਲਕ ਬਣੇ। ਜਦੋਂ ਵਿਆਹ ਹੋਇਆ, ਪਹਿਲੇ ਪੁੱਤਰ ਗੁਰੂ ਸਵਾਰਿਓ ਘਰ ਦੇ ਵਿੱਚ ਜਨਮ ਲਿਆ ਪ੍ਰਿਥੀ ਚੰਦ ਜੀ ਨੇ 1558 ਦੇ ਵਿੱਚ। 1560 ਦੇ ਵਿੱਚ ਦੂਜੇ ਪੁੱਤਰ ਮਹਾਦੇਵ ਜੀ ਨੇ ਜਨਮ ਲਿਆ। 3 ਸਾਹਿਬਜ਼ਾਦੇ ਹੋਏ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ। ਤੇ ਇਹ ਗੁਰੂ ਸਵਾਰਿਓ ਪਹਿਲੇ ਪੁੱਤਰ ਪ੍ਰਿਥੀ ਚੰਦ 1558 1560 ਦੇ ਵਿੱਚ ਮਹਾਦੇਵ ਜੀ, ਤੇ ਜਿਨ੍ਹਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਤੁਸੀਂ ਰਲ ਮਿਲ ਕੇ ਮਨਾ ਰਹੇ ਹੋ, ਇਹਨਾਂ ਦਾ ਪ੍ਰਕਾਸ਼ 15 ਅਪ੍ਰੈਲ ਤੇ 1563 ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਅੰਦਰ ਹੋਇਆ ਹੈ। ਗੁਰੂ ਸਵਾਰਿਓ ਉਹ ਅੰਮ੍ਰਿਤਸਰ ਸਾਹਿਬ ਜੀ ਜਿਹਨੂੰ ਤੁਸੀਂ ਗੁਰੂ ਸਵਾਰਿਓ ਨਤਮਸਤਕ ਹੁੰਦੇ ਹੋ ਨਾ, ਇਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਸਜਾਉਣ ਵਾਲੇ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ। ਗੁਰੂ ਸਵਾਰਿਓ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ ਤੇ ਮੈਂ ਆਰੰਭਤਾ ਵਿੱਚ ਬੇਨਤੀ ਕੀਤੀ, ਬੜਾ ਮਹਾਨ ਤੇ ਬੜੇ ਗਿਆਨਵਾਨ ਨੇ। ਅਜੇ ਬਾਲ ਅਵਸਥਾ ਦੇ ਵਿੱਚ ਹੀ ਨੇ। ਪ੍ਰਿਥੀ ਚੰਦ ਵੀ ਘਰ ਦੇ ਵਿੱਚ ਨੇ, ਮਹਾਦੇਵ ਵੀ ਘਰ ਵਿੱਚ ਖੇਡਦੇ ਨੇ, ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਖੇਡਦੇ ਨੇ। 3 ਪੁੱਤਰ ਨੇ, ਪਰ ਤਿੰਨਾਂ ਦੇ ਸੁਭਾਅ ਵੱਖਰੇ ਵੱਖਰੇ ਨੇ। ਇਹ ਵੀ ਰੱਬ ਦੀ ਇੱਕ ਖੇਡ ਹੀ ਹੈ ਜੀ। ਅੱਜ ਵੀ ਤੁਸੀਂ ਵੇਖ ਲਵੋ, ਭਾਵੇਂ ਪੁੱਤਰ 1 ਏ 2 ਏ 4 ਏ, ਸੁਭਾਅ ਸਾਰਿਆਂ ਦੇ ਵੱਖਰੇ ਵੱਖਰੇ ਹੁੰਦੇ ਨੇ, ਕਿਸੇ ਦਾ ਮੇਲ ਨਹੀਂ ਖਾਂਦਾ ਹੁੰਦਾ। ਪਰਮਾਤਮਾ ਨੇ ਉੱਥੇ ਵੀ ਐਸੀ ਖੇਡ ਵਰਤਾਈ। ਪ੍ਰਿਥੀ ਚੰਦ ਜੀ, ਮਹਾਦੇਵ ਜੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ, ਤਿੰਨਾਂ ਦੇ ਸੁਭਾਅ ਵੱਖਰੇ। ਜਿਹੜੇ ਪ੍ਰਿਥੀ ਚੰਦ ਜੀ ਨੇ ਨਾ, ਉਹਨਾਂ ਦੇ ਸੁਭਾਅ ਦੇ ਅੰਦਰ ਮਾਇਆ ਦਾ ਪ੍ਰਭਾਵ ਬਹੁਤਾ ਹੈ। ਮੈਂ ਇਉਂ ਵੀ ਕਹਿ ਲਵਾਂ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ, ਜਿਸ ਮਾਇਆ ਦੇ ਡੰਕ ਤੋਂ ਸਤਿਗੁਰਾਂ ਨੇ ਬਚਣ ਨੂੰ ਕਿਹਾ, ਉਹ ਮਾਇਆ ਉਹ ਸਪਣੀ ਪ੍ਰਿਥੀ ਚੰਦ ਜੀ ਨੂੰ ਰੱਜ ਕੇ ਡੰਗ ਗਈ ਜੀ। ਰੱਜ ਕੇ ਡੰਗ ਗਈ। ਤੇ ਇਤਿਹਾਸ ਪੜ੍ਹ ਕੇ ਵੇਖ ਲਵੋ, ਕਿਉਂਕਿ ਗੁਰੂ ਦਾ ਸ਼ਬਦ ਹਰ ਇੱਕ ਨੂੰ ਸੁਣ ਜਾਂਦਾ ਹੈ। ਬਚਨਾਂ ਵੱਲ ਧਿਆਨ ਦਿਓ ਜੀ। ਗੁਰੂ ਦਾ ਸ਼ਬਦ ਮਨਮੁਖ ਨੂੰ ਵੀ ਸੁਣ ਜਾਂਦਾ ਹੈ, ਗੁਰੂ ਦਾ ਸ਼ਬਦ ਪਾਪੀ ਨੂੰ ਵੀ ਸੁਣ ਜਾਂਦਾ ਹੈ ਜੀ। ਗੁਰੂ ਦਾ ਸ਼ਬਦ ਅਤ ਤੋਂ ਅਤ ਵਿਕਾਰੀ ਬੰਦੇ ਨੂੰ ਵੀ ਸੁਣ ਜਾਂਦਾ ਹੈ। ਪਰ ਇੱਕ ਮਨੁੱਖ ਐਸਾ ਜਿਹਨੂੰ ਗੁਰੂ ਦਾ ਸ਼ਬਦ ਸੁਣਦਾ ਨਹੀਂ। ਮੈਂ ਜਿਹੜੇ ਬਚਨ ਕੀਤੇ ਦੁਹਰਾ ਦਿਆਂ, ਅਤ ਦੇ ਵਿਕਾਰੀ ਬੰਦੇ ਨੂੰ ਵੀ ਸੁਣਦਾ, ਅਤ ਦੇ ਪਾਪੀ ਬੰਦੇ ਨੂੰ ਵੀ ਸੁਣ ਜਾਂਦਾ, ਅਤ ਦੇ ਗੁਰੂ ਸਵਾਰਿਓ ਕ੍ਰੋਧੀ ਬੰਦੇ ਨੂੰ ਵੀ ਗੁਰੂ ਦਾ ਸ਼ਬਦ ਕਿਤੇ ਨਾ ਕਿਤੇ ਕੰਨਾਂ ਦੇ ਵਿੱਚ ਪੈ ਜਾਵੇ, ਸੁਣ ਜਾਂਦਾ, ਜੀਵਨ ਬਦਲ ਜਾਂਦਾ। ਪਰ ਇੱਕ ਮਨੁੱਖ ਦੁਨੀਆ ਵਿੱਚ ਐਸਾ ਹੈ ਜਿਹਨੂੰ ਰੋਜ਼ ਭਾਵੇਂ ਜਿੰਨਾ ਮਰਜ਼ੀ ਗੁਰੂ ਦਾ ਉਪਦੇਸ਼ ਸੁਣਾਈ ਜਾਵੋ, ਦ੍ਰਿੜਾਈ ਜਾਵੋ, ਪਰ ਨਾ ਉਹ ਸੁਣਦਾ ਹੈ ਤੇ ਨਾ ਉਹ ਕਦੀ ਵੇਖਦਾ ਹੈ। ਉਹ ਮਨੁੱਖ ਹੈ ਜੀ ਜਿਹਨੂੰ ਮਾਇਆ ਡੰਗ ਗਈ। ਆਖੋ ਸਤਨਾਮ। ਜਿਹਨੂੰ ਮਾਇਆ ਡੰਗ ਗਈ,
ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ, ਜਿਹਦੀ ਅਕਲ ਦਿਲੋਂ ਦਿਮਾਗ ਦੇ ਉੱਤੇ ਮਾਇਆ ਕਾਬਜ ਹੋ ਗਈ, ਜਿੰਨੇ ਮਰਜੀ ਉਹਦੇ ਨਾਲ ਗੁਰੂ ਦੇ ਉਪਕਾਰਾਂ ਦੀ ਸਾਂਝ ਪਾਈ ਜਾਓ, ਨਾ ਉਹਨੂੰ ਸੁਣਦੇ ਨੇ ਨਾ ਉਹਨੂੰ ਵੇਖਦੇ ਨੇ। ਤੇ ਪ੍ਰਿਥੀ ਚੰਦ ਨਾਲੋਂ ਵੱਡੀ ਉਦਾਹਰਣ ਸ਼ਾਇਦ ਇਤਿਹਾਸ ਵਿੱਚ ਕੋਈ ਨਹੀਂ ਹੋ ਸਕਦੀ। ਸਤਿਗੁਰੂ ਜੀ ਕਹਿੰਦੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਦੇ ਅਰਥ ਮੈਂ ਬੜੀ ਵਾਰ ਤੁਹਾਡੇ ਨਾਲ ਸਾਂਝ ਪਾਈ ਜੀ। ਮਾਇਆ ਧਾਰੀ ਦਾ ਅਰਥ ਇਹ ਨਹੀਂ ਜਿਹਦੇ ਘਰ 4 ਪੈਸੇ ਨੇ। ਮਾਇਆ ਧਾਰੀ ਉਹ ਬੰਦਾ ਜਿਹਦੀ ਜੇਬ ਵਿੱਚ ਪੈਸਾ ਹੋਵੇ ਨਾ ਹੋਵੇ, ਘਰ ਵਿੱਚ ਪੈਸਾ ਹੋਵੇ ਨਾ ਹੋਵੇ, ਜਿਹਦੇ ਮਨ ਹਿਰਦੇ ਦਿਲੋਂ ਦਿਮਾਗ ਦੇ ਵਿੱਚ ਦਿਨ ਰਾਤ ਮਾਇਆ ਦੀ ਚਿਤਵਣੀ ਚੱਲਦੀ ਰਹਿੰਦੀ ਹੈ, ਉਹ ਬੰਦਾ ਮਾਇਆ। ਇੱਕ ਗਰੀਬ ਬੰਦਾ ਵੀ ਮਾਇਆ ਧਾਰੀ ਹੈ, ਇੱਕ ਅਮੀਰ ਬੰਦਾ ਵੀ ਮਾਇਆ ਧਾਰੀ ਹੋ ਸਕਦਾ ਹੈ। ਕੇਵਲ 4 ਟਕਿਆਂ ਵਾਲੇ ਨੂੰ ਸਤਿਗੁਰਾਂ ਨੇ ਨਹੀਂ ਕਿਹਾ, ਕਿਉਂਕਿ ਗੁਰੂ ਘਰ ਉਹ ਕਰ ਰਿਹਾ ਜਿੱਥੇ ਸੋਨਾ ਚਾਂਦੀ ਗੁਰੂ ਸਵਾਰਿਓ ਬੇਪਰਵਾਹ ਖਜ਼ਾਨੇ ਭਰੇ ਪਏ ਰਹਿੰਦੇ ਸਨ। ਤੇ ਗੁਰਬਾਣੀ ਉਹ ਦਾਤ ਹੈ ਜਿਹੜੀ ਗੁਰੂ ਸਵਾਰਿਓ ਮਨਮੁਖ ਬੰਦੇ ਨੂੰ, ਮਾਇਆ ਧਾਰੀ ਬੰਦੇ ਨੂੰ ਕੰਡਕਟ ਕਰਦੀ ਹੈ, ਜਿਹਦੇ ਉੱਤੇ ਮਾਇਆ ਕਾਬਜ ਹੋ ਗਈ, ਨਾ ਕਿ ਸੋਨਾ ਚਾਂਦੀ ਤੇ ਧਨ ਪਦਾਰਥ ਨੂੰ ਕੰਡਕਟ ਕਰਦੀ ਹੈ। ਨਹੀਂ, ਜਿਹਦੇ ਦਿਲੋਂ ਦਿਮਾਗ ਉੱਤੇ ਮਾਇਆ ਕਾਬਜ ਹੋ ਗਈ, ਉਹਨੂੰ ਕੰਡਕਟ ਕਰਦੀ ਹੈ, ਉਹਨੂੰ ਰੱਦ ਕਰਦੀ ਹੈ ਮਾਇਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਪ੍ਰਿਥੀ ਚੰਦ ਉਹ ਮਨੁੱਖ ਹੈ, ਇਹ ਬਚਨ ਬਿਲਕੁਲ 101% ਪ੍ਰਿਥੀ ਚੰਦ ਦੇ ਉੱਤੇ ਢੁੱਕਦੇ ਨੇ। ਉਹਨੂੰ ਨਾ ਸ਼ਬਦ ਸੁਣਦਾ, ਨਾ ਗੁਰੂ ਦੇ ਪਰਉਪਕਾਰ। ਗੁਰੂ ਰਾਮਦਾਸ ਮਹਾਰਾਜ ਉਪਦੇਸ਼ ਤੇ ਤਿੰਨਾਂ ਨੂੰ ਦਿੰਦੇ ਨੇ ਨਾ। ਗੁਰੂ ਕਿਸੇ ਨਾਲ ਵਤਕੀਰਾ ਥੋੜੀ ਕਰਦਾ ਹੈ। ਗੁਰੂ ਕਿਸੇ ਨਾਲ ਵਿਰੋਧ। ਜੇ ਸੰਗਤ ਨੂੰ ਉਪਦੇਸ਼ ਗੁਰੂ ਨਾਨਕ ਦਾ ਦਿੱਤਾ ਜਾ ਰਿਹਾ ਹੈ ਵੀ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ, ਅਸੀਂ ਕਿਵੇਂ ਸਚਿਆਰ ਹੋ ਸਕਦੇ ਹਾਂ, ਤੇ ਗੁਰੂ ਕਹਿ ਰਿਹਾ ਹੁਕਮ ਰਜਾਈ ਚੱਲਣਾ। ਤੇ ਇਹ ਹੁਕਮ ਰਜਾਈ ਚੱਲਣਾ ਪ੍ਰਿਥੀ ਚੰਦ ਲਈ ਵੀ ਤੇ ਇਹੀ ਉਪਦੇਸ਼ ਹੈ ਨਾ। ਹੁਕਮ ਰਜਾਈ ਚੱਲਣਾ ਜੇ ਸੰਗਤ ਦੇ ਲਈ ਇਹ ਉਪਦੇਸ਼ ਸਚਿਆਰ ਹੋਣ ਦਾ, ਤੇ ਪ੍ਰਿਥੀ ਚੰਦ ਨੂੰ ਨਹੀਂ ਸੁਣਦਾ ਇਹ ਉਪਦੇਸ਼। ਮਾਇਆ ਕਾਬਜ ਹੋ ਗਈ, ਕਿਉਂਕਿ ਮਾਇਆ ਜਿਹੜੀ ਹੈ ਨਾ, ਗੁਰੂ ਸਵਾਰਿਓ ਚੇਤੇ ਰੱਖਿਓ ਥੋੜਾ ਜਿਹਾ, ਜਿਹੜੀ ਮਾਇਆ ਹੈ ਇਹ ਮਨੁੱਖ ਨੂੰ ਸੁਰਤ ਕਰਕੇ, ਵਿਚਾਰਾਂ ਕਰਕੇ, ਦਿਮਾਗ ਕਰਕੇ ਗੁਰੂ ਤੋਂ ਬਹੁਤ ਦੂਰ ਲੈ ਜਾਂਦੀ ਹੈ। ਸਰੀਰ ਗੁਰੂ ਦੇ ਕੋਲ ਹੀ ਹੁੰਦਾ, ਪ੍ਰਿਥੀ ਚੰਦ ਤੋਂ ਨੇੜੇ ਤੇ ਕੋਈ ਨਹੀਂ ਨਾ ਹੈਗਾ। ਆਖਰ ਨੂੰ ਉਸ ਮਾਂ ਦੀ ਕੁੱਖ ਦੇ ਵਿੱਚੋਂ ਹੀ ਜਨਮ ਲਿਆ ਜਿਹਦੇ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਨੇ ਜਨਮ ਲਿਆ। ਸਰੀਰ ਹੈ ਪਰ ਮਾਇਆ ਸੁਰਤ ਜਿਹੜੀ ਹੈ, ਮਾਇਆ ਬੜੀ ਦੂਰ ਲੈ ਗਈ, ਜਿੱਥੇ ਨਾ ਗੁਰੂ ਨਜ਼ਰੀ ਆਉਂਦਾ, ਨਾ ਉਹਦਾ ਉਪਦੇਸ਼ ਸੁਣਾਈ ਦਿੰਦਾ ਹੈ। ਇਸੇ ਕਰਕੇ ਬਾਰ-ਬਾਰ ਕਿਹਾ ਜਾਂਦਾ ਹੈ ਵੀ ਸੁਰਤ ਟਿਕਾਓ, ਕਿਤੇ ਲੈ ਕੇ ਦੌੜ ਨਾ ਜਾਵੇ ਸੁਰਤ। ਸਰੀਰ ਦਾ ਕੋਈ ਲਾਹਾ ਨਹੀਂ, ਜੇ ਲਾਹਾ ਤੇ ਸੁਰਤ ਨੇ ਲੈਣਾ ਹੈ, ਲਾਹਾ ਤੇ ਅੰਦਰ ਨੇ ਲੈਣਾ ਹੈ। ਕਈ ਵੇਲੇ ਨੇੜੇ ਹੋ ਕੇ ਬਹਿ ਕੇ ਵੀ ਬੰਦਾ ਦੂਰ ਏ, ਤੇ ਕਈ ਵੇਲੇ ਚਲੋ ਕਈਆਂ ਦੇ ਸਰੀਰ ਨਹੀਂ ਸਾਥ ਦਿੰਦੇ। ਸੁਰਤ ਸਪੀਕਰਾਂ ਦੇ ਵਿੱਚ ਗੁਰੂ ਘਰ ਵਿੱਚ ਹੁੰਦੀ ਹੈ, ਕਈ ਘਰੇ ਬਹਿ ਕੇ ਲਾ ਲੈ ਲੈਂਦੇ ਨੇ, ਕਈ ਗੁਰਦੁਆਰੇ ਆ ਕੇ ਵੀ ਨਹੀਂ ਲਾ ਲੈ ਸਕਦੇ। ਇਦਾਂ ਵਾਪਰਦਾ ਹੈ। ਖੈਰ ਪ੍ਰਿਥੀ ਚੰਦ ਦੀ ਸੁਰਤ ਉਹ ਨਹੀਂ ਜਿਹੜੀ ਸੁਰਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਹੈ। ਪ੍ਰਿਥੀ ਚੰਦ ਦੇ ਕੋਲ ਉਹ ਵਿਚਾਰ ਨਹੀਂ ਜਿਹੜੀ ਵਿਚਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਜਨਮਤ ਗੁਰਮਤ ਬ੍ਰਹਮ ਪਛਾਣੇ ਹੋਏ। ਪ੍ਰਿਥੀ ਚੰਦ ਰੋਜ਼ ਮਾਇਆ ਦੇ ਵਿੱਚ ਲਬਰੇਜ਼ ਰਹਿੰਦਾ, ਰੋਜ਼ ਮਾਇਆ ਦੇ ਵਿੱਚ ਕਿੰਨੀ ਕੁ ਆ ਗਈ, ਕਿੰਨੀ ਕੁ ਜੋੜ ਲਈ, ਬਸ ਇਹਨਾਂ ਦੇ ਵਿੱਚ ਹੀ ਝਮੇਲਿਆਂ ਦੇ ਵਿੱਚ। ਬੀਬੀ ਭਾਨੀ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬੜਾ ਪਿਆਰ ਕਰਦੇ ਨੇ ਜੀ, ਬਹੁਤ ਪਿਆਰ ਕਰਦੇ ਨੇ, ਬੜਾ ਸਤਿਕਾਰ ਕਰਦੇ ਨੇ। ਇਹਦਾ ਕਾਰਨ ਇੱਕ ਬੜਾ ਵੱਡਾ ਬਣਿਆ, ਇਤਿਹਾਸ ਦੀ ਗਵਾਹੀ ਕਰਦਾ ਇਹ ਗੱਲ ਦੀ। ਮਾਂ ਦੇ ਲਈ ਪੁੱਤਰ ਤਿੰਨੋਂ ਹੀ ਬਰਾਬਰ ਨੇ।
ਪਰ ਗੁਰੂ ਅਰਜਨ ਪਾਤਸ਼ਾਹ ਦੇ ਉੱਤੇ ਇੰਨਾ ਪ੍ਰੇਮ ਕਿਉਂ? ਇਤਿਹਾਸ ਗਵਾਹੀ ਭਰਦਾ ਹੈ ਇਹਦੀ। ਗਵਾਹੀ ਪਤਾ ਕੀ ਭਰਦਾ ਹੈ? ਦਰਅਸਲ ਬੀਬੀ ਭਾਨੀ ਜੀ ਉਹ ਗੁਰੂ ਸਵਾਰਿਓ ਗੁਰੂ ਘਰ ਦੀ ਸੇਵਾਦਾਰ ਹੈ, ਜਿਹੜੀ ਲੰਗਰਾਂ ਦੇ ਵਿੱਚ ਦਿਨ ਰਾਤ ਗੁਰੂ ਸਵਾਰਿਓ ਸੰਗਤ ਦੀ ਸੇਵਾ ਕਰਦੀ, ਰੋਜ਼ ਲੰਗਰ ਪਕਾਉਣ ਦੀ ਸੇਵਾ। ਹੁਣ ਗੁਰੂ ਅਰਜਨ ਪਾਤਸ਼ਾਹ ਛੋਟੇ ਜਿਹੇ ਨੇ, ਬੀਬੀ ਭਾਨੀ ਜੀ ਸੋਚਦੇ ਨੇ ਚੁੱਲ੍ਹਿਆਂ ਦੇ ਕੋਲ ਖੇਡਣ ਨਾ ਆ ਜਾਵੇ, ਵੱਡੇ ਵੱਡੇ ਬਰਤਨ ਨੇ ਲੰਗਰਾਂ ਵਾਲੇ, ਚੁੱਲ੍ਹੇ ਬਲਦੇ ਪਏ ਨੇ, ਕਿਤੇ ਅਨਹੋਣੀ ਘਟਨਾ ਨਾ ਵਾਪਰ ਜਾਵੇ। ਬੀਬੀ ਭਾਨੀ ਜੀ ਕੀ ਕਰਦੇ ਨੇ? ਪੁਰਾਤਨ ਸਮੇਂ ਦੇ ਵਿੱਚ ਚਲੋ ਖਿਡੌਣੇ ਤੇ ਬਹੁਤੇ ਹੁੰਦੇ ਨਹੀਂ ਸਨ, ਪੁਰਾਣੀਆਂ ਇਸਤਰੀਆਂ ਕੀ ਕਰਦੀਆਂ ਸਨ? ਲੀਰਾਂ ਲੈਣੀਆਂ ਜੀ, ਤੁਸੀਂ ਵੀ ਸ਼ਾਇਦ ਇਹ ਸਮਾਂ ਬਜ਼ੁਰਗਾਂ ਨੇ ਹਟਾਇਆ ਹੋਵੇਗਾ। ਲੀਰਾਂ ਲੈਣੀਆਂ, ਉਹਨਾਂ ਲੀਰਾਂ ਨੂੰ ਇਕੱਠਿਆਂ ਕਰਕੇ ਨਾ ਤੇ ਉਹਨਾਂ ਨੂੰ ਸੀ ਕੇ ਇੱਕ ਖਿੱਦੋ ਬਣਾ ਦੇਣੀ, ਗੇਂਦ ਬਣਾ ਦੇਣੀ। ਪੁਰਾਤਨ ਸਮੇਂ ਵਿੱਚ ਖਿੱਦੋ ਕਹਿੰਦੇ ਸੀ। ਬੀਬੀ ਭਾਨੀ ਜੀ ਨੇ ਗੇਂਦ ਬਣਾ ਦਿੱਤੀ ਤੇ ਉਸ ਗੇਂਦ ਨੂੰ ਅੱਗੇ ਅੱਗੇ ਰੋੜ ਦੇਣਾ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਿੱਛੇ ਪਿੱਛੇ ਦੌੜੇ ਫਿਰਨਾ, ਉਸ ਗੇਂਦ ਨੂੰ ਅੱਗੇ ਅੱਗੇ ਰੋੜੀ ਜਾਣਾ ਤੇ ਪਿੱਛੇ ਪਿੱਛੇ ਤੁਰੇ ਫਿਰਨਾ, ਖੇਡੀ ਜਾਣਾ ਆਪਣੀ ਮਸਤੀ ਦੇ ਵਿੱਚ। ਗੁਰੂ ਅਰਜਨ ਪਾਤਸ਼ਾਹ ਇੱਕ ਦਿਨ ਖੇਡਦੇ ਪਏ ਸਨ ਗੇਂਦ ਦੇ ਨਾਲ, ਖਿੱਦੋ ਨਾਲ, ਤੇ ਖੇਡਦਿਆਂ ਖੇਡਦਿਆਂ ਗੇਂਦ ਆਪ ਹੀ ਸੁੱਟੀ ਜਾਂਦੇ ਨੇ, ਆਪ ਹੀ ਦੌੜ ਕੇ ਲੈ ਲੈਂਦੇ ਨੇ। ਤੇ ਖੇਡਦਿਆਂ ਖੇਡਦਿਆਂ ਨਾ ਇਹ ਗੇਂਦ ਅਚਨਚੇਤ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਕਸ਼ ਵਿੱਚ ਚਲੇ ਗਈ, ਕਮਰੇ ਵਿੱਚ ਚਲੇ ਗਈ। ਤੇ ਅੱਜ ਤੁਸੀਂ ਸੁਣਿਆ। ਹੁਣ ਦਰਵਾਜ਼ੇ ਪੁਰਾਤਨ ਬੜੇ ਭਾਰੇ ਹੁੰਦੇ ਸਨ, ਹੁਣ ਗੇਂਦ ਜਾਣ ਜੋਗੀ ਤੇ ਜਗ੍ਹਾ ਹੈ ਸੀ, ਗੁਰੂ ਅਰਜਨ ਪਾਤਸ਼ਾਹ ਦੇ ਜਾਣ ਜੋਗੀ ਜਗ੍ਹਾ ਨਹੀਂ ਸੀ। ਗੁਰੂ ਅਰਜਨ ਪਾਤਸ਼ਾਹ ਨੇ ਵੇਖਿਆ ਗੇਂਦ ਅੰਦਰ ਚਲੇ ਗਈ ਏ, ਉਹਨਾਂ ਨੇ ਬਹੁਤ ਹੱਥਾਂ ਦੇ ਨਾਲ ਜ਼ੋਰ ਲਾਇਆ ਵੀ ਗੇਂਦ ਲੈਣ ਲਈ ਮੈਂ ਕਿਤੇ ਦਰਵਾਜ਼ਾ ਖੋਲ੍ਹਾਂ ਤੇ ਅੰਦਰ ਜਾਵਾਂ, ਪਰ ਅਵਸਥਾ ਛੋਟੀ ਬਾਲਕ ਅਵਸਥਾ ਹੈ, ਜ਼ੋਰ ਲੱਗਦਾ ਕੋਈ ਨਹੀਂ, ਦਰਵਾਜ਼ਾ ਖੁੱਲ੍ਹਦਾ ਕੋਈ ਨਹੀਂ, ਬੜਾ ਜ਼ੋਰ ਲਾ। ਬੀਬੀ ਭਾਨੀ ਜੀ ਵੇਖਦੇ ਪਏ ਨੇ ਕਿੱਧਰ ਚਲੇ ਗਏ ਅਰਜਨ, ਹੁਣੇ ਤੇ ਅੱਖਾਂ ਸਾਹਮਣੇ। ਉਹ ਵੇਖਦਿਆਂ ਲੱਭਦਿਆਂ ਗੁਰੂ ਅਮਰਦਾਸ ਪਾਤਸ਼ਾਹ ਦੇ ਉਹ ਵੀ ਕਮਰੇ ਕੋਲ ਆ ਗਏ, ਉਹ ਵੀ ਸਾਰੀ ਖੇਡ ਵੇਖਦੇ ਪਏ ਨੇ ਵੀ ਗੁਰੂ ਅਰਜਨ ਪਾਤਸ਼ਾਹ ਹੱਥਾਂ ਦੇ ਨਾਲ ਧੱਕਾ ਲਾਉਂਦੇ ਪਏ ਨੇ, ਖੁੱਲ੍ਹਦਾ ਨਹੀਂ। ਇੰਨੇ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਪਤਾ ਕੀ ਕੀਤਾ? ਉਹਨਾਂ ਨੇ ਆਪਣੇ ਗੋਡੇ ਦੋਵੇਂ ਧਰਤੀ ਨਾਲ ਲਾਏ ਜੀ, ਦੋਵੇਂ ਗੋਡੇ ਧਰਤੀ ਨਾਲ ਲਾ ਕੇ ਆਪਣਾ ਸਿਰ ਵੀ ਲਾਇਆ ਦਰਵਾਜ਼ੇ ਦੇ ਨਾਲ, ਸਿਰ ਵੀ ਦਰਵਾਜ਼ੇ ਨਾਲ ਲਾਇਆ, ਦੋਵੇਂ ਹੱਥ ਵੀ ਲਾਏ, ਜ਼ੋਰ ਪੂਰਾ ਲਾਇਆ ਤੇ ਦਰਵਾਜ਼ਾ ਖੁੱਲ੍ਹ ਗਿਆ। ਸਿਰ ਦਾ ਜ਼ੋਰ, ਦੋਵੇਂ ਹੱਥਾਂ ਦਾ ਜ਼ੋਰ, ਸਰੀਰ ਇੱਕਦਮ ਉਹਨਾਂ ਨੇ ਜ਼ੋਰ ਮਾਰਿਆ, ਦਰਵਾਜ਼ਾ ਖੁੱਲ੍ਹ ਗਿਆ। ਦਰਵਾਜ਼ਾ ਖੁੱਲ੍ਹ ਕੇ ਜਦੋਂ ਅੰਦਰ ਚਲੇ ਗਏ ਨਾ, ਗੁਰੂ ਅਮਰਦਾਸ ਪਾਤਸ਼ਾਹ ਜੀ ਆਰਾਮ ਕਰਦੇ ਪਏ ਨੇ, ਕਈਆਂ ਨੇ ਲਿਖਿਆ ਭਗਤੀ ਕਰਦੇ ਪਏ ਸਨ ਨੇਤਰ ਬੰਦ ਕਰਕੇ। ਤੇ ਗੁਰੂ ਅਮਰਦਾਸ ਪਾਤਸ਼ਾਹ ਜਿਸ ਪਲੰਘ ਦੇ ਉੱਤੇ ਬੈਠੇ ਨੇ ਜਾਂ ਵਿਸ਼ਰਾਮ ਕਰ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਰਿੜਦੇ ਗਏ ਤੇ ਉਸ ਪਲੰਘ ਦੀ ਬਾਹੀ ਫੜ ਕੇ ਨਾ ਖੜੇ ਹੋਣ ਦਾ ਯਤਨ ਕੀਤਾ ਤੇ ਪਲੰਘ ਹਿੱਲਿਆ ਜੀ, ਥੋੜਾ ਜਿਹਾ ਪਲੰਘ ਹਿੱਲਿਆ। ਜਦੋਂ ਹਿੱਲਿਆ ਪਲੰਘ, ਸਤਿਗੁਰਾਂ ਜੀ ਦੇ ਨੇਤਰ ਖੁੱਲੇ। ਜਦੋਂ ਨੇਤਰ ਖੁੱਲੇ ਨਾ ਤੇ ਸਹਿ ਸੁਭਾਏ ਬਚਨ ਕਹਿ ਦਿੱਤੇ, ਕੌਣ ਹੈ ਪੁਰਖ ਭਾਰੀ, ਜਿਸ ਨੇ ਮੰਜੀ ਅਸਾਡੀ ਹਲਾਈ ਸਾਰੀ। ਜਦੋਂ ਇਹ ਬਚਨ ਕਹੇ ਨਾ, ਨੇਤਰ ਖੋਲ੍ਹਦਿਆਂ ਬੀਬੀ ਭਾਨੀ ਜੀ ਅੰਦਰ ਆ ਗਏ ਤੇ ਉਹਨਾਂ ਨੇ ਆਖਿਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਪਿਤਾ ਗੁਰੂ ਜੀਓ, ਖਿਮਾ ਬਖਸ਼ ਦਿਆ ਜੇ, ਇਹ ਤੁਹਾਡਾ ਦੋਹਤਾ ਹੈ, ਦੋਹਤਾ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਧੀ ਨੇ ਬੀਬੀ ਭਾਨੀ ਜੀ, ਤੁਹਾਡਾ ਦੋਹਤਾ ਹੈ ਸਤਿਗੁਰੂ ਜੀ। ਧੰਨ ਗੁਰੂ ਅਰਜਨ ਪਾਤਸ਼ਾਹ ਨੇ ਨਾ ਬੜੇ ਪ੍ਰੇਮ ਦੇ ਨਾਲ ਦੋਵੇਂ ਹੱਥਾਂ ਦੇ ਨਾਲ ਚੁੱਕ ਕੇ ਗੋਦ ਵਿੱਚ ਬਿਠਾਇਆ ਤੇ ਗੋਦ ਵਿੱਚ ਬਿਠਾ ਕੇ ਪਤਾ ਕੀ ਕਹਿੰਦੇ ਨੇ, ਸੁਣਿਓ। ਉਹਨਾਂ ਦੀ ਥਾਪੜਾ ਦੇ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਬਚਨ ਕਹਿ ਰਹੇ ਨੇ, ਭਾਨੀਏ ਇਹ ਦੋਹਤਾ ਨਹੀਂ, ਇਹ ਜਿਹੜਾ ਮੇਰਾ ਪੁੱਤਰ ਹੈ ਨਾ, ਇਹ ਤੇ ਵੇਖੀ ਬਾਣੀ ਕਾ ਬੋਹਿਥਾ ਹੈ, ਬਾਣੀ ਕਾ ਬੋਹਿਥਾ। ਇਹ ਇੱਕ ਆਸ਼ੀਰਵਾਦ ਵੀ ਸੀ, ਇੱਕ ਭਵਿੱਖਤ ਬਚਨ ਵੀ ਸਨ ਜੋ ਗੁਰੂ ਦੇ ਮੁਖ ਤੋਂ ਨਿਕਲੇ। ਬੀਬੀ ਭਾਨੀ ਵੀ ਹੁਣ ਗੁਰੂ ਪੁੱਤਰੀ ਏ, ਉਹਨੂੰ ਪਤਾ ਵੀ ਗੁਰੂ ਦੇ ਮੁਖ ਦੇ ਵਿੱਚੋਂ ਬਚਨ ਨਿਕਲੇ ਨੇ, ਇਹਦਾ ਮਤਲਬ ਜਿਹੜਾ ਮੇਰਾ ਪੁੱਤਰ ਹੈ ਨਾ, ਕਿਉਂਕਿ ਪ੍ਰਿਥੀ ਚੰਦ ਨੂੰ ਵੀ ਵੇਖਿਆ, ਮਹਾਦੇਵ ਜੀ ਨੂੰ ਵੀ ਮਾਂ ਨੇ ਵੇਖਿਆ, ਉਹਨੂੰ ਪਤਾ ਵੀ ਇਹ ਕਿਰਪਾ ਦੇ ਪਾਤਰ ਨਹੀਂ ਬਣਨ ਵਾਲੇ। ਪਰ ਜਦੋਂ ਇਹ ਬਚਨ ਕਹਿ ਦਿੱਤੇ ਨਾ, ਬੀਬੀ ਭਾਨੀ ਨੂੰ ਵਿਸ਼ਵਾਸ ਹੋ ਗਿਆ ਵੀ ਅਗਲੀ ਜਿਹੜੀ ਕਿਰਪਾ ਗੁਰਗੱਦੀ ਦੀ ਵਾਪਰਨੀ ਹੈ, ਇਹ ਮੇਰੇ ਪੁੱਤਰ ਅਰਜਨ ਦੇ ਉੱਤੇ ਵਾਪਰੇਗੀ। ਤਾਂ ਬਹੁਤ ਪਿਆਰ ਕਰਦੇ ਨੇ ਗੁਰੂ ਅਰਜਨ ਪਾਤਸ਼ਾਹ। ਸਗੋਂ ਬੀਬੀ ਭਾਨੀ ਨੇ ਨਾ ਉਹ ਸਾਰੀ ਘਟਨਾ ਦੱਸੀ। ਬੀਬੀ ਭਾਨੀ ਜੀ ਆਖਦੇ ਨੇ, ਗੁਰੂ ਅਮਰਦਾਸ ਪਾਤਸ਼ਾਹ, ਆ ਜਿਹੜਾ ਤੁਹਾਡਾ ਦੋਹਤਾ ਹੈ ਨਾ, ਬੜਾ ਚਲਾਕ ਹੋ ਗਿਆ ਤੁਹਾਡਾ ਦੋਹਤਾ। ਮੈਂ ਸਾਰੀ ਖੇਡ ਬਾਹਰ ਵੇਖਦੀ ਪਈ ਸਾਂ, ਗੇਂਦ ਅੰਦਰ ਆ ਗਈ, ਆਪ ਆ ਨਹੀਂ ਸੀ ਸਕਦਾ ਤੇ ਦੋਵੇਂ ਹੱਥਾਂ ਦੇ ਨਾਲ ਜ਼ੋਰ ਲਾਇਆ, ਲੱਗਾ ਕੋਈ ਨਹੀਂ, ਫਿਰ ਸਿਰ ਲਾ ਕੇ ਦਰਵਾਜ਼ਾ ਖੋਲ੍ਹਿਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਤਾਂ ਦਰਵਾਜ਼ਾ ਖੋਲ੍ਹ ਕੇ ਤੁਹਾਡੇ ਅੰਦਰ ਆਇਆ। ਬੜਾ ਚਲਾਕ ਹੋ ਗਿਆ ਤੁਹਾਡਾ ਦੋਹਤਾ। ਅੱਗੋਂ ਗੁਰੂ ਅਮਰਦਾਸ ਪਾਤਸ਼ਾਹ ਪਤਾ ਕੀ ਕਹਿੰਦੇ ਨੇ,
ਹੁਣ ਇੱਕ ਹੋਰ ਆਸ਼ੀਰਵਾਦ, ਇੱਕ ਹੋਰ ਭਵਿੱਖਤ ਬਚਨ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਭਾਨੀਏ ਇਹਨੂੰ ਚਲਾਕ ਨਾ ਕਹਿ, ਇਹ ਜਿਹੜਾ ਮੇਰਾ ਦੁੱਤ ਹੈ ਨਾ, ਬਾਣੀ ਕਾ ਬੋਹਤ ਹੈ ਨਾ, ਇਹਨੂੰ ਚਲਾਕ ਨਾ ਕਹਿ। ਇਹਦੇ ਵਿੱਚ ਬੜੀ ਕਿਰਪਾ ਨਿਰੰਕਾਰ ਦੀ ਵਾਪਰਦੀ ਪਈ ਏ। ਇਹਨੇ ਸਿਰ ਲਾ ਕੇ ਦਰਵਾਜ਼ਾ ਖੋਲਿਆ ਨਹੀਂ। ਐ ਮੇਰੀ ਧੀਏ, ਇਹਨੂੰ ਇਸ ਗੱਲ ਦੀ ਸਮਝ ਆ ਗਈ ਏ ਕਿ ਧਰਮ ਦਾ ਦਰਵਾਜ਼ਾ ਜੇ ਖੋਲ ਕੇ ਰੱਖਣਾ ਹੈ ਤੇ ਆਪਣਾ ਆਪ ਸਿਰ ਵੀ ਦੇਣਾ ਪੈ ਜਾਣਾ ਹੈ। ਧਰਮ ਦੇ ਦਰਵਾਜ਼ੇ ਦੁਨੀਆ ਨੇ ਬੰਦ ਕਰਨੇ ਨੇ ਆਪਣੀ ਜ਼ੁਲਮ ਦੇ ਨਾਲ। ਧਰਮ ਦੇ ਦਰਵਾਜ਼ੇ ਬੰਦ ਕਰਨੇ ਨੇ ਦੁਨੀਆ ਨੇ ਆਪਣੀਆਂ ਚਤੁਰਾਈਆਂ ਦੇ ਨਾਲ। ਮੇਰੀ ਧੀਏ, ਇਹ ਤੇਰੇ ਪੁੱਤਰ ਚਲਾਕ ਨਹੀਂ, ਤੇਰੇ ਪੁੱਤਰ ਨੂੰ ਗਿਆਨ ਹੋ ਗਿਆ ਵੀ ਧਰਮ ਦਾ ਦਰਵਾਜ਼ਾ ਮੈਂ ਆਪਣਾ ਸਿਰ ਦੇ ਕੇ ਵੀ ਸਦਾ ਖੁੱਲਾ ਰੱਖਾਂਗਾ। ਇਹ ਬਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨੇ। ਤੇ ਜਦੋਂ ਸਮਾਂ ਆਇਆ ਸੀ ਤਤੀ ਤਵੀ ਦੇ ਉੱਤੇ ਬਹਿ ਕੇ ਵੀ ਧਰਮ ਦਾ ਦਰਵਾਜ਼ਾ ਨਹੀਂ ਬੰਦ ਹੋਣ ਦਿੱਤਾ। 4 ਦਰਵਾਜ਼ੇ ਹਰਮੰਦਰ ਸਾਹਿਬ ਜੀ ਦੇ ਧਰਮ ਦੇ ਖੋਲ ਕੇ ਰੱਖੇ। ਤੇ ਗੁਰੂ ਸਵਾਰਿਓ ਜਹਾਂਗੀਰ ਵਰਗਾ ਕਹਿੰਦਾ ਸੀ, ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰਨਾ ਹੈ, ਇਹਨਾਂ ਦਰਵਾਜ਼ਿਆਂ ਦੇ ਵਿੱਚੋਂ ਆ ਰਹੀ ਬਾਣੀ ਦੀ ਆਵਾਜ਼ ਨੂੰ ਬੰਦ ਕਰਨਾ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਸੀਸ ਹਾਜ਼ਰ ਏ ਪਰ ਦਰਵਾਜ਼ੇ ਨਹੀਂ ਬੰਦ ਹੋਣ ਦੇਣੇ। ਤਤੀ ਤਵੀ ਦੇ ਉੱਤੇ ਚੌਂਕੜਾ ਮਾਰ ਕੇ ਵੀ ਕਹਿੰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ। ਤਤੀ ਤਵੀ ਤੇ ਵੀ ਚੌਂਕੜਾ ਮਾਰ ਕੇ ਕਹਿੰਦੇ ਨੇ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁਖ। ਧੀਏ, ਤੇਰਾ ਪੁੱਤਰ ਚਲਾਕ ਨਹੀਂ, ਤੇਰੇ ਪੁੱਤਰ ਦੇ ਅੰਦਰ ਗਿਆਨ ਪੈਦਾ ਹੋ ਗਿਆ, ਸ਼ਹਾਦਤ ਦਾ ਇਹਦੇ ਅੰਦਰ ਚਾਉ ਪੈਦਾ ਹੋ ਗਿਆ। ਆਪਣਾ ਸਿਰ ਦੇ ਕੇ ਵੀ ਧਰਮ ਦੇ ਦਰਵਾਜ਼ੇ ਖੋਲਣ ਦੀ ਜਾਚ ਇਹਨੂੰ ਆ ਗਈ। ਇਹ ਬਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਦੋਂ ਕਹੇ, ਬੀਬੀ ਭਾਨੀ ਜੀ ਗੁਰੂ ਸਵਾਰਿਓ ਬੜਾ ਪਿਆਰ ਉਸ ਦਿਨ ਤੋਂ ਕਰਨ ਲੱਗ ਪਏ ਨੇ, ਕਿਉਂਕਿ ਪਤਾ ਲੱਗ ਗਿਆ ਮੇਰਾ ਪੁੱਤਰ ਆਮਣਈ, ਮੇਰਾ ਪੁੱਤਰ ਬੜਾ ਮਹਾਨ ਹੈ। ਬੀਬੀ ਭਾਨੀ ਵੀ ਉਹ ਗੁਰੂ ਸਵਾਰਿਓ ਗੁਰੂ ਘਰ ਦੀ ਸੇਵਾਦਾਰ ਏ, ਜਿਹੜੀ ਗੁਰੂ ਧੀ ਵੀ ਏ। ਗੁਰੂ ਸਵਾਰਿਓ ਜਿਹੜੀ ਗੁਰੂ ਦੇ ਮਹਿਲ ਵੀ ਨੇ, ਜਿਹੜੀ ਗੁਰੂ ਦੀ ਮਾਂ ਵੀ ਏ, ਜਿਹੜੀ ਗੁਰੂ ਦੀ ਦਾਦੀ ਵੀ ਏ ਤੇ ਜਿਹੜੀ ਗੁਰੂ ਦੀ ਪੜਦਾਦੀ ਵੀ ਬਣੀ ਏ। ਇੱਕੋ ਇੱਕ ਗੁਰੂ ਘਰ ਦੇ ਵਿੱਚ ਬੀਬੀ ਭਾਨੀ ਜਿਹਨੂੰ ਸਾਰੇ ਕਿਤਾਬ ਮਿਲੇ ਨੇ। ਬੜਾ ਪਿਆਰ ਕਰਦੇ ਨੇ ਧੰਨ ਗੁਰੂ ਅਰਜਨ ਪਾਤਸ਼ਾਹ। ਗੁਰੂ ਸਵਾਰਿਓ ਇੱਕ ਦਿਨ ਇਤਿਹਾਸ ਕਹਿੰਦਾ ਇਹ ਵੀ ਘਟਨਾ ਵਾਪਰੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਭੋਜਨ ਛਕਦੇ ਪਏ ਸਨ। ਭੋਜਨ ਛਕਦੇ ਆ ਨਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਗੁਰੂ ਅਰਜਨ ਸਾਹਿਬ ਮਹਾਰਾਜ ਖੇਡਦਿਆਂ ਆ ਕੇ, ਜਿਵੇਂ ਅਕਸਰ ਬੱਚੇ ਸਾਡੇ ਘਰਾਂ ਵਿੱਚ ਵੀ, ਆਪਣੇ ਘਰਾਂ ਵਿੱਚ ਵੀ ਆਉਂਦੇ ਨੇ। ਕੋਈ ਬੰਦਾ ਖਾ ਰਿਹਾ ਹੋਵੇ ਤੇ ਉਹ ਛੋਟੇ ਛੋਟੇ ਬੱਚੇ ਨਾ ਥਾਲਾਂ ਨੂੰ ਹੱਥ ਪਾਉਂਦੇ ਨੇ, ਖਾਣ ਦੀਆਂ ਚੀਜ਼ਾਂ ਨੂੰ ਹੱਥ ਪਾਉਂਦੇ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਭੋਜਨ ਛਕਦੇ ਪਏ ਸਨ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਰਿੜਦੇ ਆਏ ਤੇ ਉਹਨਾਂ ਨੇ ਨਾ ਥਾਲ ਨੂੰ ਹੱਥ ਪਾ ਲਿਆ ਜੀ। ਜਦੋਂ ਥਾਲ ਨੂੰ ਹੱਥ ਪਾਇਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਬੜੇ ਖੁਸ਼ ਹੋਏ। ਨਾਲੇ ਬਾਲਕ ਦਾ ਹੱਥ ਫੜ ਲਿਆ ਤੇ ਬਾਲਕ ਦਾ ਹੱਥ ਫੜ ਕੇ ਪਤਾ ਬੜੇ ਪ੍ਰੇਮ ਨਾਲ ਕਹਿੰਦੇ ਨੇ, ਠਹਿਰੋ ਇਹ ਥਾਲ ਦਿਆ ਮਾਲਕਾ, ਅਜੇ ਤੇਰੀ ਵਾਰੀ ਨਹੀਂ ਇਸ ਥਾਲ ਦੇ ਵਿੱਚੋਂ ਭੋਜਨ ਛਕਣ ਦੀ, ਤੇਰੀ ਵਾਰੀ ਨਹੀਂ ਆਈ। ਇਹ ਜਿੰਨੇ ਵੀ ਬਚਨ ਮੈਂ ਤੁਹਾਡੇ ਨਾਲ ਸਾਂਝ, ਇਹ ਭਵਿੱਖਤ ਬਚਨ ਗੁਰੂ ਕਰ ਰਿਹਾ ਹੈ। ਅਜੇ ਤੇਰੀ ਵਾਰੀ ਨਹੀਂ ਆਈ ਇਸ ਥਾਲ ਦਾ ਮਾਲਕ ਬਣਨ ਦੀ। ਹੁਣ ਦੁਨੀਆ ਤੇ ਵੇਖੇਗੀ, ਦੁਨੀਆ ਤੇ ਜਿਹੜੀ ਬਾਹਰੀ ਆਖੇ ਉਹ ਤੇ ਵੇਖੇਗੀ ਨਾ ਵੀ ਭੋਜਨ ਹੀ ਪਿਆ ਹੋਇਆ ਥਾਲ ਦੇ ਵਿੱਚ, ਇਹ ਬੱਚੇ ਨੇ ਕੀ ਖਾ ਲੈਣਾ, ਇਹਨੇ ਕੀ ਮਾਲਕ ਬਣ ਜਾਣਾ, ਦੋ ਗਰਾਹੀਆਂ ਛਕ ਲਵੇਗਾ ਨਾ। ਪਰ ਉਹ ਸੰਸਾਰੀ ਤੇ ਦੁਨਿਆਵੀ ਥਾਲ ਦੀ ਗੱਲ ਨਹੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਨੇ, ਸਤਿਗੁਰਾਂ ਜੀ ਦੇ ਬੋਲ ਦੇ ਵਿੱਚ ਬ੍ਰਹਮ ਹੈ, ਸਤਿਗੁਰਾਂ ਜੀ ਦੇ ਬੋਲ ਦੇ ਵਿੱਚ ਗਿਆਨ ਹੈ, ਸਤਿਗੁਰਾਂ ਜੀ ਦੇ ਬੋਲ ਦੇ ਵਿੱਚ ਭਵਿੱਖ ਲੁਕਿਆ ਹੋਇਆ ਹੈ। ਗੁਰੂ ਕਹਿ ਰਿਹਾ, ਠਹਿਰ ਓਏ ਥਾਲ ਦੇ ਮਾਲਕਾ, ਅਜੇ ਨਹੀਂ, ਅਜੇ ਤੇਰੇ ਪਿਓ ਦੀ ਵਾਰੀ ਏ, ਤੇਰੇ ਪਿਓ ਤੋਂ ਬਾਅਦ ਤੈਨੂੰ ਇਹ ਥਾਲ ਮਿਲਣਾ ਹੈ। ਫਿਰ ਰੱਜ ਰੱਜ ਕੇ ਆਪ ਵੀ ਖਾਵੀਂ ਤੇ ਦੂਜਿਆਂ ਨੂੰ ਵੀ ਛਕਾਉਣਾ ਕਰੇ। ਰੱਜ ਰੱਜ ਕੇ ਆਪ ਵੀ ਛਕੀ, ਨਾਲੇ ਇਹ ਥਾਲ ਤੂੰ ਹੀ ਸੰਪੂਰਨ ਕਰਨਾ ਹੈ।
ਇਹ ਥਾਲ ਤੂੰ ਸੰਪੂਰਨ ਕਰਨਾ ਹੈ, ਆਪ ਵੀ ਰੱਜ ਰੱਜ ਕੇ ਛਕੀ ਤੇ ਦੂਜਿਆਂ ਨੂੰ ਵੀ ਛਕਾਵੀਂ। ਅੱਜ ਵੀ ਗੁਰੂ ਸਵਾਰਿਓ ਉਹ ਥਾਲ ਪਰੋਸ ਕੇ ਗੁਰੂ ਨੇ ਤੁਹਾਡੇ ਸਨਮੁਖ ਰੱਖਿਆ, ਉਹ ਗੱਲ ਵੱਖਰੀ। ਕੋਈ ਸੁਰਤ ਕਰਕੇ ਛਕਦਾ ਹੈ ਭੋਜਨ, ਬਹੁਤੇ ਨਹੀਂ ਛਕਦੇ, ਬਹੁਤੇ ਨਹੀਂ ਛਕਦੇ। ਅੱਜ ਤੇ ਏਡਾ ਵੱਡਾ ਦੁਖਾਂਤ ਮੈਨੂੰ ਬੜੀ ਵਾਰ ਸਾਂਝ ਚਲੋ ਆਪਾਂ ਪਾਉਂਦੇ ਵੀ ਹਾਂ, ਸਾਡੇ ਬੱਚਿਆਂ ਨੂੰ ਪਤਾ ਹੀ ਕੋਈ ਨਹੀਂ ਇਸ ਥਾਲ ਵਿੱਚ, ਸਾਨੂੰ ਆਪ ਨੂੰ ਨਹੀਂ ਪਤਾ ਕੀ ਹੋਇਆ। ਹੈਰਾਨ ਹੋ ਜਾਈਦਾ, ਸਾਰੀ ਉਮਰ ਹੰਢਾ ਕੇ ਵੀ ਲੋਕ ਸਾਨੂੰ ਆ ਕੇ ਪੁੱਛਦੇ ਨੇ ਵੀ ਜਾਪ ਸਾਹਿਬ ਕਿਸ ਅੰਗ ਦੇ ਉੱਤੇ ਲਿਖਿਆ, ਆਖੋ ਸਤਿਨਾਮ। ਇਹ ਸਾਡਾ ਦੁਖਾਂਤ ਜੇ, ਇਸ ਥਾਲ ਦੇ ਵਿੱਚ ਸਾਨੂੰ ਹੀ ਨਹੀਂ ਪਤਾ ਕੀ ਹੈ, ਛਕਣਾ ਤੇ ਕੀ ਅਸੀਂ, ਸਾਨੂੰ ਪਤਾ ਹੀ ਨਹੀਂ ਪੰਜ ਬਾਣੀਆਂ ਦਾ ਨਿਤਨੇਮ ਕਿੱਥੇ ਦਰਜ ਹੋਇਆ ਪਿਆ, ਸਾਨੂੰ ਨਹੀਂ ਪਤਾ ਇਹਦੇ ਵਿੱਚ ਕਿਸ ਗੁਰੂ ਦੀ ਬਾਣੀ, ਇਹਦੇ ਵਿੱਚ ਕਿਹੜੇ ਭਗਤ ਦੀ ਬਾਣੀ, ਕਿਹੜੇ ਗੁਰਸਿੱਖਾਂ ਦੀ ਬਾਣੀ, ਕਿੰਨੀ ਬਾਣੀ, ਕਿੰਨੇ ਅੰਗ, ਕਿੱਥੇ ਬਾਣੀ ਲਿਖੀ ਏ, ਕਿਹਦੀ ਲਿਖੀ ਏ, ਸਾਨੂੰ ਨਹੀਂ ਪਤਾ। ਦੁਨੀਆ ਦਾ ਗਿਆਨ ਬਹੁਤ ਅਸੀਂ ਹਾਸਲ ਕਰ ਲਿਆ। ਗੁਰੂ ਸਵਾਰਿਓ ਅੱਜ ਆ ਜਿਹੜੀ ਸਿੱਖੀ ਰੁਲਦੀ ਪਈ ਹੈ ਨਾ, ਮੈਨੂੰ ਬਖਸ਼ ਲਿਆ ਜੇ ਬਚਨ ਵਰਤਨੇ ਪੈਂਦੇ ਨੇ। ਅੱਜ ਜਿਹੜਾ ਆ ਪਤਤ ਪਾਉਣਾ ਵੱਧਦਾ ਪਿਆ, ਇਹਦੀ ਕਾਰਨ ਕੇਵਲ ਇਹ ਹੈ, ਸਾਡੇ ਘਰ ਦੇ ਵਿੱਚ ਨਾ ਗੁਰੂ ਦਾ ਗਿਆਨ ਹੈ, ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗਿਆਨ ਹੈ, ਤੇ ਨਾ ਹੀ ਸਾਡੇ ਘਰ ਦੇ ਵਿੱਚ ਨਿਤਨੇਮ ਹੁੰਦਾ ਹੈ। ਇਹ ਭੋਜਨ ਅਸੀਂ ਕਦੀ ਖਾਧਾ ਹੀ ਕੋਈ ਨਹੀਂ, ਹੋਰ ਬੜਾ ਕੁਝ ਸੰਸਾਰ ਦਾ ਅਸੀਂ ਖਾ ਲਿਆ ਹੈ ਜੀ। ਲੋਕ ਸਪੈਸ਼ਲੀ ਆਰਡਰ ਕਰਕੇ, ਅੱਜ ਕੱਲ੍ਹ ਤੇ ਸਵੀਗੀ ਜਮੈਟੋ ਬਹੁਤ ਕੁਝ ਚੱਲ ਗਿਆ ਨਾ, ਲੋਕ ਸਪੈਸ਼ਲੀ ਆਰਡਰ ਕਰਕੇ ਮੰਗਾ ਕੇ ਖਾਂਦੇ ਨੇ। ਕਦੀ ਕਿਸੇ ਨੇ ਸ਼ਾਇਦ ਹੀ ਆਖਿਆ ਹੋਵੇ ਅੱਜ ਆਤਮਾ ਨੂੰ ਭੁੱਖ ਲੱਗੀ ਏ ਮਣਾ, ਜਾ ਕੇ ਗੁਰੂ ਦੀ ਗੋਦ ਵਿੱਚ ਬਹਿ, ਇਕੱਲਿਆਂ ਬਹਿ ਤੇ ਬਹਿ ਕੇ ਕਿਤੇ ਰੱਬ ਦੀ ਬਾਣੀ ਦਾ ਭੋਜਨ ਛਕ ਕੇ ਆਤਮਾ ਨੂੰ ਵੀ ਰਲਾ ਲਵਾਂ, ਇਹਨੂੰ ਵੀ ਰਜਾ ਲਵਾਂ, ਕਿਤੇ ਢਿੱਡ ਤੇ ਰੋਜ਼ ਹੀ ਰਜਾਈ ਜਾਣਾ, ਕਿਤੇ ਆਤਮਾ ਵੀ ਰਜਾ ਲਵਾਂ। ਤੇ ਸੱਚ ਜਾਣਿਆ ਜੇ ਢਿੱਡ ਰੱਜ ਜਾਣਾ 2 ਫੁਲਕੇ ਖਾ ਕੇ, ਆਤਮਾ ਰਜਣੀ ਹੈ ਗੁਰੂ ਦੀ ਬਾਣੀ ਦੇ ਨਾਲ, ਮਨ ਰਜਣਾ ਗੁਰੂ ਦੇ ਉਪਦੇਸ਼ ਦੇ ਨਾਲ, ਆਤਮਾ ਨਿਰੁਕਤ ਹੋਣੀ ਹੈ ਕੇਵਲ ਤੇ ਕੇਵਲ ਸਿਮਰਨ ਦੇ ਨਾਲ। ਉਦਾਂ ਨਹੀਂ ਜੇ, ਉਦਾਂ ਤੇ 84 ਲੱਖ ਜੂਨਾਂ ਦੀ ਭੁੱਖੀ ਹੈ, ਅੱਜ ਵੀ ਭੁੱਖੀ ਹੈ ਤੇ ਅਗਾਂਹ ਵੀ ਭੁੱਖੀ ਰਹਿਣਾ। ਗੁਰੂ ਨੇ ਕਿਹਾ ਖਾ ਇਹਨੂੰ, ਇਹ ਤੈਨੂੰ ਮੈਂ ਕੇਵਲ ਤੇ ਕੇਵਲ ਮੱਥੇ ਟੇਕਣ ਨੂੰ ਨਹੀਂ ਦਿੱਤਾ ਥਾਲ। ਕਿਮਾ ਕਰਿਆ ਜੇ ਕਿਸੇ ਦੇ ਮਨ ਨੂੰ ਠੇਕੇ, ਮੱਥੇ ਟੇਕਣ ਨੂੰ ਜਾਂ ਰੁਮਾਲੇ ਚੜਾਉਣ ਨੂੰ ਨਹੀਂ ਤੈਨੂੰ ਮੈਂ ਇਹ ਥਾਲ ਦਿੱਤਾ। ਇਹ ਥਾਲ ਦਿੱਤਾ ਤੈਨੂੰ ਤੇਰੀ ਆਤਮਾ ਦੀ ਭੁੱਖ ਮਿਟਾਉਣ ਦੇ ਲਈ, ਇਹ ਥਾਲ ਦਿੱਤਾ ਭਵ ਸਾਗਰ ਤੋਂ ਪਾਰ ਲੰਘਣ ਦੇ ਲਈ ਤੈਨੂੰ। ਸ਼ਬਦ ਪੜ੍ਹ ਲੈਂਦੇ ਹੋ, ਵਿਚਾਰਿਆ ਵੀ ਜ਼ਰੂਰ ਕਰੋ। ਥਾਲ ਵਿੱਚ 3, ਇਹਦੇ ਵਿੱਚ ਵਸਤੂ ਪਈਓ, ਕਿਹੜੀ 7 ਸੰਤੋਖ ਵਿਚਾਰ, ਸੱਚ, ਸਬਰ, ਸੰਤੋਖ। ਵਿਚਾਰੋ ਦਾ ਅਰਥ ਪਤਾ ਕੀ ਹੈ? ਗੁਰੂ ਦਾ ਉਪਦੇਸ਼ ਦੀ ਵਿਚਾਰ, ਬਾਣੀ ਦੀ ਵਿਚਾਰ ਕਰਨੀ ਹੈ ਤੂੰ। ਇਹ ਸਾਡੀ ਆਤਮਾ ਦਾ ਭੋਜਨ ਹੈ ਜੀ, ਇਹ ਸਾਡੇ ਮਨ ਦਾ ਭੋਜਨ ਹੈ। ਜੇ ਗੁਰੂ ਨੇ ਤਿਆਰ ਕਰ, ਮੈਂ ਕਹਿੰਦਾ ਗੁਰੂ ਦੇ ਪਰਉਪਕਾਰ ਤੋਂ ਕੁਰਬਾਨ ਹੋ ਜਾਵੋ ਗੁਰਸਿੱਖੋ। ਦੁਨੀਆ ਤੁਹਾਨੂੰ ਆਟੇ ਦੇ ਭੋਜਨ, ਹੋਰ ਛੱਤੀ ਪਦਾਰਥਾਂ ਦੇ ਭੋਜਨ ਦੇ ਕੇ, ਲਾਲਚ ਦੇ ਕੇ ਆਪਣੇ ਵੱਲ ਖਿੱਚਦੀ ਏ। ਗੁਰੂ ਨੇ ਤੁਹਾਨੂੰ ਆ ਇੰਨਾ ਵਧੀਆ ਤੇ ਨਿਰਮਲ ਭੋਜਨ ਦਿੱਤਾ, ਸਾਡੇ ਮੰਦੇ ਭਾਗ ਅਸੀਂ ਖਾਣ ਦੀ ਤਿਆਰ ਹੀ ਨਹੀਂ ਹੁੰਦੇ ਪਏ। ਕੋਈ ਪੈਸਾ ਲੈ ਕੇ ਇਸ ਭੋਜਨ ਨੂੰ ਛੱਡ ਜਾਂਦਾ ਹੈ, ਸਮਝਦੇ ਹੋਵੋਗੇ ਇਸ ਗੱਲ ਨੂੰ। ਅੱਜ ਕੱਲ੍ਹ ਤੇ ਇੱਥੋਂ ਤੱਕ ਲੋਕਾਂ ਦੇ ਵਿੱਚ ਗਿਰਾਵਟ ਆ ਗਈ, ਬੱਚਿਆਂ ਦੀਆਂ ਫੀਸਾਂ ਕਰਕੇ ਇਸ ਥਾਲ ਨੂੰ ਛੱਡੀ ਜਾਂਦੇ ਨੇ ਜੀ। ਲੋਕ ਲਾਲਚ ਦੇਈ ਜਾਂਦੇ ਨੇ, ਤੁਹਾਡੇ ਬੱਚੇ ਸਾਡੇ ਸਕੂਲਾਂ 'ਚ ਫ੍ਰੀ, ਤੁਹਾਡੇ ਬੱਚਿਆਂ ਦੀ ਫੀਸਾਂ ਅਸੀਂ ਆਪੇ ਉਤਾਰਾਂਗੇ, ਤੁਹਾਡੇ ਬੱਚਿਆਂ ਦੇ ਮੈਡੀਕਲ ਫ੍ਰੀ। ਲੋਕ ਇਸ ਥਾਲ ਨੂੰ ਕੇਵਲ ਕੁਝ ਕੁ ਮਾਇਆ ਕਰਕੇ ਛੱਡੀ ਜਾਂਦੇ ਨੇ ਜੀ। ਇਹਦੇ ਤੋਂ ਦਰ ਕਿਨਾਰਾ ਜਾ, ਸੱਚੇ ਪਾਤਸ਼ਾਹ ਤੇਰਾ ਨਾਤਾ ਹੀ ਕੋਈ ਨਹੀਂ, ਨਾਤਾ ਸਾਡਾ ਮਾਇਆ ਦੇ ਨਾਲ ਬਣ ਗਿਆ। ਗੁਰੂ ਸਵਾਰਿਓ, ਗੁਰੂ ਨੇ ਆਖਿਆ ਸੀ ਨਹੀਂ ਬੰਦਿਆ, ਇਹਦੇ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਤੇਰਾ।
ਇਹਦੇ ਤੋਂ ਬਿਨਾ ਕਿਤੇ ਪਾਰ ਉਤਾਰਾ ਨਹੀਂ ਹੋਣਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ठाकुर का पयो, जिसका सबसे आधार हो। चेते रखी जे को खावे, जे को पुंचै तिसका होए। आ शब्द बड़ा कमाल दा जी। जे को खावे, अगला बचन कहते ने सुरत करके सुनियो, जे को खावे जे को पुंचै। पुंचै का अर्थ हुंदा पचा जाना। जिवें सियाणे कहते ने ना, रोटी खाधी है ਹੁਣ ਲੇਟੀ ਨਾ, ਥੋੜਾ ਜਿਹਾ ਤੁਰ ਫਿਰ ਪਚੇ, ਤੇਰੇ ਸਰੀਰ ਦੇ ਲਈ ਲਾਭਦਾਇਕ ਹੋਏਗੀ। ਹੁਣ ਇਦਾਂ ਦਾ ਹੀ ਵਚਨ ਗੁਰੂ ਨੇ ਕਿਹਾ ਵੀ ਬਾਣੀ ਖਾਧੀ ਆ ਨਾ, ਬਾਣੀ ਪੜ੍ਹੀ ਹੈ ਨਾ, ਸਿਮਰਨ ਕੀਤਾ ਹੀ ਹੈ ਨਾ, ਨਿਤਨੇਮ ਕੀਤਾ ਹੀ ਹੈ ਨਾ, ਯਤਨ ਕਰ ਸਹਿਜ ਵਿੱਚ ਆ, ਟਿਕ ਕੇ 2 ਘੜੀਆਂ ਚੌਂਕੜਾ ਮਾਰ ਕੇ ਇਹਨੂੰ ਪਹੁੰਚਾਉਣ ਦਾ ਯਤਨ ਕਰ। ਪਚੇ ਇਹ ਬਾਣੀ ਤੇ ਖਿਮਾ ਕਰਦੇ ਆ ਜੇ ਬਹੁਤਿਆਂ ਦੇ ਵਿੱਚ ਪਚਦੀ ਨਹੀਂ। ਇਹ ਤੁਸੀਂ ਸਾਰੇ ਖੇਡ ਵੇਖਦੇ ਹੀ ਹੋ ਨਾ ਰੋਜ਼ ਸੰਸਾਰ ਦੀ, ਬਹੁਤਿਆਂ ਵਿੱਚ ਪਚਦੀ ਨਹੀਂ। 4 ਦਿਨ ਨਿਤਨੇਮ ਕੀਤਾ ਨਹੀਂ, ਉਹ ਦੁਨੀਆ ਨੂੰ ਪੜਾਉਣ ਲੱਗ ਜਾਂਦਾ, ਪਚੀ ਨਹੀਂ ਨਾ। ਥੋੜਾ ਜਿਹਾ ਅੱਖਰਾਂ ਦਾ ਗਿਆਨ ਆਇਆ ਨਹੀਂ, ਥੋੜਾ ਜਿਹਾ ਲਗਾ ਮਾਤਰਾ ਦਾ ਗਿਆਨ ਆਇਆ ਨਹੀਂ, ਦੱਸਣ ਲੱਗ ਜਾਂਦਾ ਦੂਜੇ। चलो किसी की गलती होवे दसना कोई माड़ी गल नहीं, मैं नहीं कहता भी माड़ी, चलो दसना भी चाहिए, पर प्रेम किधर गया जी? सुनते जाओ तो रोस ना करे। प्रेम किधर गया, भावना किधर गई? एक दूजे नूं सिख समझ के, एक दूजे नूं गुरु दे लड़ लाउण दे लई, एक दूजे नूं गुरु दे अंदर प्रेम पैदा करन दे लई वो भावना किधर चले गईयां? इउं आके दसदे आ सिर च जिवें डांग सोटा मार देना। पची नहीं ना, जिहदे अंदर पच जाती है ना, फिर वो अपने आप को प्रचारदा नहीं फिरदा। मैं तो बड़ी बार तुहाडे सामने बड़ी बार चलो कोशिश भी की भी यतन करया करो, अपनियां कमाइयां अपने कोल रखिए, प्रेम दे नाल सांभ के। की लोड़ है किसी नूं दस्सण दी, मैं इन्ने पाठ कर लए जी, इन्नी वार सहज पाठ कर लिया, इन्नी वार मैं अखंड पाठ साहब करा दिते, इन्नी वार मैं इन्ने बजे उठदा, इन्ने बजे मैं इशनान करदा, इन्ने बजे मैं नितने। की लोड़ है? ये तो करमी आपो अपनी है। किसी नूं दस के तेरे कर्म वध नहीं जाने, किसी नूं दस के तेरे कर्म घट नहीं जाने, किसी नूं दस के किसी ने पापी बन नहीं जाना, किसी नूं दस के किसी ने धर्मी बन नहीं जाना। तू यतन कर, ये तो करमी आपो अपनी है, जो कुछ करेगा वो कमाई जाना। डांग सोटे ना चुकीए, प्रेम भावना। गुरु जदों भी समझाते सन, गुरु साहिबान जदों भी समझाते सन, प्रेम दे नाल, प्यार दे नाल। सिखा नहीं आ तेरी गलती है, इत्थे एवें करना है। उस प्रेम नूं छड्डो ना जीवन दे विच, ते ना ही इस थाल नूं छड्डो। बाणी ने आख्या थाल विच 3 वस्तु पईओ, सत संतोख विचारो, अमृत नाम ठाकुर का पयो, जिसका सबसे आधारो। जे को खावे जे को पुंचै, इनू पहुंचाउण दा यतन कर, तिसका होए उधारो। जिदे अंदर पच गई भव सागर तो उन्हें पार लंघना है जी। जिदे गले दे विच ही अटकी रह गई ना, वो नहीं जे पार लंघदा। नहीं तो एक मोर ते पक्की है जी, पड़ पड़ गड्डी लदी है, पड़ पड़ भरी है। नहीं तो एक मोर पक्की है, क्या पढ़ी है, क्या गुणी है, क्या वेद पुराना सुनिया, पढ़े सुने क्या हुई, जो सहज ना मिलियो। जे पची नहीं, जो सहज ना मिलियो, फिर ये मोर पक्की है। खैर धन गुरु अमरदास पातशाह जी के जीवन में मैं विचार रहा, गुरु अर्जन साहिब महाराज कहते हैं थाल हथ पाया, सतगुरु जी आखते ने नहीं, ये थाल अजे तेरा नहीं, ये थाल तेरे पिता नूं मिलना है, गुरु रामदास महाराज जी नूं मिलना है। उस तो बाद ये थाल दा मालिक तू बनना है। गुरु रामदास महाराज इस थाल दे मालिक बने। गुरु सवारे गुरु रामदास महाराज तो गुरु अर्जन साहिब महाराज गुरगद्दी ते विराजमान होए। वो भी प्रीख्या लई गुरु ने, किते दुनिया ये ना कहे 2 पुत्रां नूं छड्ड दिता ते केवल एक पुत्र का पक्ष पूरिया। मैं अखीरली घटना कह के बस संपूर्णता करन लगा।
ਕਿਤੇ ਦੁਨੀਆ ਇਹ ਨਾ ਕਵੇ 2 ਪੁੱਤਰਾਂ ਨੂੰ ਛੱਡ ਦਿੱਤਾ ਤੇ 1 ਪੁੱਤਰ ਦਾ ਪੱਖ ਪੂਰਿਆ। ਸਤਿਗੁਰਾਂ ਨੇ ਬਕਾਇਦਾ ਪ੍ਰੀਖਿਆ ਲਈ, ਕਿਉਂਕਿ ਬੀਬੀ ਭਾਨੀ ਨੇ ਨਾ ਬਚਪਨ ਤੋਂ ਗੁਰੂ ਸਵਾਰੇ ਗੁਰੂ ਅਰਜਨ ਪਾਤਸ਼ਾਹ ਨੂੰ ਇੱਕ ਗਿਆਨ ਬਖਸ਼ਿਆ ਸੀ। ਸੁਣਿਓ, ਬਚਪਨ ਤੋਂ ਬੀਬੀ ਭਾਨੀ ਜੀ ਕਹਿੰਦੇ ਸੀ, ਪੁੱਤਰਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਵਸਾਇਆ ਤੇ ਕਰਤਾਰਪੁਰ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਮਿਲ ਗਿਆ। ਪਰ ਜਿਹੜਾ ਕਰਤਾਰ ਹੈ ਨਾ, ਕਰਤਾਰ ਸੇਵਾ ਦੇ ਪੁੰਜ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਮਿਲਿਆ। ਆਖੋ ਸਤਨਾਮ। ਜਿਨੇ ਹੁਕਮ ਮੰਨਿਆ ਹੋਵੇ, ਜਿਨੇ ਹੁਕਮ ਮੰਨਿਆ। ਕਰਤਾਰਪੁਰ ਲੈਣ ਵਾਲੇ ਦਾਵਾ ਕਰਨ ਲੱਗ ਪਏ ਸਾਡਾ ਕਰਤਾਰਪੁਰ, ਪਰ ਕਰਤਾਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਮਿਲਿਆ। ਖਡੂਰ ਸਾਹਿਬ ਲੈਣ ਵਾਲੇ ਦਾਵਾ ਕਰਨ ਲੱਗ ਪਏ ਖਡੂਰ ਸਾਹਿਬ ਸਾਡਾ, ਪਰ ਜਿਹੜਾ ਖਡੂਰ ਦੇ ਵਿੱਚ ਕਰਤਾ ਵਸਦਾ ਸੀ, ਉਸ ਕਰਤੇ ਦਾ ਮਾਲਕ ਗੁਰੂ ਅਮਰਦਾਸ ਪਾਤਸ਼ਾਹ ਬਣੇ। ਤੇ ਗੁਰੂ ਸਵਾਰਿਓ ਗੋਇੰਦਵਾਲ ਲੈਣ ਵਾਲਿਆਂ ਨੇ ਦਾਵਾ ਕੀਤਾ ਗੋਇੰਦਵਾਲ ਸਾਡਾ, ਪਰ ਜਿਹੜਾ ਗੋਬਿੰਦ ਸੀ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲਿਆ ਹੈ। ਹੁਕਮ ਮੰਨਣ ਵਾਲਿਆਂ ਨੂੰ ਮਿਲਿਆ ਹੈ। ਪੁੱਤਰਾ ਜੋ ਮਰਜ਼ੀ ਜੀਵਨ ਦੇ ਵਿੱਚ ਹੋਵੇ, ਕਿਸੇ ਜ਼ਮੀਨ, ਕਿਸੇ ਧਨ, ਕਿਸੇ ਪਦਾਰਥ ਦੇ ਉੱਤੇ ਆਪਣਾ ਦਾਵਾ ਨਾ ਕਰੀ ਵੀ ਪਿਤਾ ਦੀ ਜਾਇਦਾਦ ਮੇਰੀ, ਪਿਤਾ ਦਾ ਧਨ ਮੇਰਾ, ਪਿਤਾ ਦਾ ਸੋਨਾ ਚਾਂਦੀ ਮੇਰਾ। ਆਖਿਆ ਇਹ ਸਾਰਾ ਕੁਝ ਸੰਗਤ ਦਾ ਏ। ਐ ਪੁੱਤਰਾ ਜੇ ਦਾਵਾ ਕਰਨਾ ਹੀ ਨਾ, ਇੱਕੋ ਇੱਕ ਦਾਵਾ ਕਰੀ, ਇੱਕ ਮੈਂ ਗੁਰੂ ਦਾ ਤੇ ਗੁਰੂ ਮੇਰਾ। ਤੇ ਸੱਚ ਜਾਣਿਆ ਜੇ ਧੰਨ ਗੁਰੂ ਅਰਜਨ ਪਾਤਸ਼ਾਹ ਨੇ ਸਾਰੀ ਜ਼ਿੰਦਗੀ, ਸੁਣਿਓ, ਪਿਤਾ ਤੇ ਹੈ ਹੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਪਰ ਜਦੋਂ ਵੀ ਵੇਖਿਆ ਪਿਤਾ ਦੀ ਦ੍ਰਿਸ਼ਟੀ ਦੇ ਨਾਲ ਨਹੀਂ, ਇੱਕ ਗੁਰੂ ਦੀ ਦ੍ਰਿਸ਼ਟੀ ਦੇ ਨਾਲ ਵੇਖਿਆ ਹੈ। ਗੁਰੂ ਦੀ ਦ੍ਰਿਸ਼ਟੀ ਦੇ ਨਾਲ ਤਾਂ ਹੀ ਤਾਂ ਚਿੱਠੀਆਂ ਲਿਖੀਆਂ। ਜਦੋਂ ਆ ਪ੍ਰੀਖਿਆ ਹੋਈ ਨਾ ਜੀ, ਸਿਹਾਰੀ ਮੱਲ ਜੀ, ਚਲੋ ਮੈਂ ਛੇਤੀ ਨਾਲ ਨੇੜੇ ਲਾਵਾਂ, ਲਾਹੌਰ ਤੋਂ ਆਏ, ਕਹਿੰਦੇ ਵਿਆਹ ਤੇ ਜਾਣਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪ੍ਰੀਤੀ ਚੰਦ ਜੀ ਜਾਵੋ। ਪ੍ਰੀਤੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਕਰੋੜਾਂ ਦੀ ਮਾਇਆ ਆਉਂਦੀ ਹੈ, ਇਹ ਕਿੰਨੇ ਹਿਸਾਬ ਰੱਖਣਾ, ਇਹ ਕੌਣ ਵੇਖੇਗਾ। ਤੇ ਸਤਿਗੁਰੂ ਜੀ ਮੈਂ ਤੇ ਜਾ ਨਹੀਂ ਸਕਦਾ, ਏਡਾ ਵੱਡਾ ਪ੍ਰਬੰਧ ਤੇ ਮੈਂ ਹੀ ਵੇਖਣਾ ਨਾ। ਸਤਿਗੁਰਾਂ ਨੇ ਉੱਥੇ ਬਚਨ ਕਹੇ। ਸਤਿਗੁਰਾਂ ਨੇ ਆਖਿਆ ਗੁਰੂ ਘਰ ਦਾ ਪ੍ਰਬੰਧ ਕੇਵਲ ਗੁਰੂ ਹੀ ਸੁਚੱਜੇ ਢੰਗ ਨਾਲ ਚਲਾ ਸਕਦਾ, ਕੋਈ ਇਨਸਾਨ ਨਹੀਂ ਚਲਾ ਸਕਦਾ, ਕੋਈ ਨਹੀਂ ਚਲਾ ਸਕਦਾ। ਤੂੰ ਕੌਣ ਹੁੰਨਾ ਚਲਾਉਣ ਵਾਲਾ? ਇਸ ਗੁਰੂ ਘਰ ਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਚਲਾਉਂਦੇ ਪਏ ਨੇ। ਪ੍ਰਿਥੀ ਚੰਦ ਝਗੜਿਆ ਵੀ ਸੱਚੇ ਪਾਤਸ਼ਾਹ ਮੈਂ ਨਹੀਂ ਜਾ ਸਕਦਾ। ਸਤਿਗੁਰਾਂ ਨੇ ਆਖਿਆ ਨਹੀਂ ਪਿਆਰਿਆ, ਮਾਣ ਨਾ ਕਰ, ਜਿਹਨੂੰ ਗੁਰੂ ਨਾਨਕ ਆਪ ਚਲਾਵੇ ਉਹਨੂੰ ਕੋਈ ਮਨੁੱਖ ਨਹੀਂ ਚਲਾ ਸਕਦਾ। ਪ੍ਰਿਥੀ ਚੰਦ ਵੀ ਨਹੀਂ ਗਿਆ, ਨਾ ਕਰਤੀ। ਮਹਾਦੇਵ ਦੀ ਵਾਰੀ ਆਈ, ਮਹਾਦੇਵ ਕਹਿੰਦੇ ਨੇ ਮੈਂ ਵੀ ਨਹੀਂ ਜਾਣਾ, ਮੇਰਾ ਤੇ ਸੰਬੰਧ ਹੀ ਕੋਈ ਨਹੀਂ, ਨਾ ਰਿਸ਼ਤੇਦਾਰਾਂ ਨਾਲ, ਨਾ ਸਾਕ ਸੰਬੰਧੀਆਂ ਦੇ ਨਾਲ, ਮੇਰੇ ਲਈ ਤੇ ਸਾਰੇ ਬਰਕਤ ਨੇ, ਮੈਂ ਤੇ ਦੁਨੀਆ ਤੋਂ ਉਪਰਾਮ। ਇੱਕ ਬੇਨਤੀ ਕਰਾਂ, ਯਾਦ ਰੱਖਿਓ ਜੀਵਨ ਦੇ ਵਿੱਚ ਜਿਹੜਾ ਸਾਜ਼ ਹੁੰਦਾ ਨਾ ਜੀ, ਸਾਜ਼ ਦੇ ਵਿੱਚੋਂ ਮਧੁਰ ਸੰਗੀਤ ਉਸ ਸਾਜ਼ ਵਿੱਚੋਂ ਪੈਦਾ ਹੁੰਦਾ ਜਿਹਦੀਆਂ ਤਾਰਾਂ ਨਾ ਬਹੁਤੀਆਂ ਢਿੱਲੀਆਂ ਹੋਣ ਤੇ ਨਾ ਬਹੁਤੀਆਂ ਕੱਸੀਆਂ ਹੋਣ। ਫਿਰ ਦੁਹਰਾਵਾਂ, ਸਾਜ਼ ਦੇ ਵਿੱਚੋਂ ਮਧੁਰ ਸੰਗੀਤ ਤਾਂ ਪੈਦਾ ਹੁੰਦਾ ਹੈ ਜੇ ਬਹੁਤ ਜ਼ਿਆਦਾ ਨਾ ਕੱਸਿਆ ਹੋਵੇ ਤੇ ਨਾ ਢਿੱਲਾ ਹੋਵੇ, ਮੱਧਮ ਜਿਹਾ ਹੋਵੇ, ਮੀਡੀਅਮ ਹੋਵੇ, ਉਹਦੇ ਵਿੱਚੋਂ ਸਾਜ਼ ਦੇ ਵਿੱਚੋਂ ਸੰਗੀਤ ਪੈਦਾ ਹੁੰਦਾ। ਹੁਣ ਇਸ ਘਰ ਦੇ ਵਿੱਚ ਜਿਹੜਾ ਸੰਗੀਤ ਵੱਜਦਾ ਪਿਆ ਨਾ, ਉਹਦੇ ਵਿੱਚੋਂ ਪ੍ਰਿਥੀ ਚੰਦ ਦੀਆਂ ਤਾਰਾਂ ਇੰਨੀਆਂ ਕੱਸੀਆਂ ਹੋਈਆਂ ਨੇ, ਇੰਨੀਆਂ ਕੱਸੀਆਂ ਹੋਈਆਂ ਨੇ, ਮਾਇਆ ਤੋਂ ਬਿਨਾਂ ਉਹਨੂੰ ਕੋਈ ਰਾਗ ਸੁਣਦਾ ਹੀ ਕੋਈ ਨਹੀਂ। ਉਹਦੇ ਜੀਵਨ ਦੇ ਜਿੰਨੇ ਵੀ ਸੁਰ ਨੇ ਸਾਰੇ ਬੇਸੁਰੇ ਕਰ ਦਿੱਤੇ ਮਾਇਆ। ਤੇ ਜਿਹੜਾ ਮਹਾਦੇਵ,
ਮਹਾਂਦੇਵ ਦੀਆਂ ਤਾਰਾਂ ਇੰਨੀਆਂ ਢਿੱਲੀਆਂ ਹੋ ਗਈਆਂ, ਇੰਨੀਆਂ ਢਿੱਲੀਆਂ ਹੋ ਗਈਆਂ, ਉਹਦੇ ਜੀਵਨ ਦਾ ਵੀ ਰਾਗ ਬੇਸੁਰਾ ਹੋ ਗਿਆ। ਜਿੰਨੇ ਮਾਂ ਨੇ ਜਨਮ ਦਿੱਤਾ ਕਹਿੰਦਾ ਇਹਦੇ ਨਾਲ ਵੀ ਨਾਤਾ ਨਹੀਂ, ਤੇ ਜਿਹੜੇ ਇਹਦੇ ਨਾਲ ਜੁੜੇ ਨੇ ਮੇਰਾ ਉਹਨਾਂ ਨਾਲ ਵੀ ਨਾਤਾ ਨਹੀਂ, ਸੰਸਾਰ ਦੇ ਨਾਲ ਮੇਰਾ ਨਾਤਾ ਹੀ ਕੋਈ ਨਹੀਂ। ਮੇਰੀ ਜਗ੍ਹਾ ਸੰਸਾਰ ਮਰਿਆ, ਸੰਸਾਰ ਦੀ ਜਗ੍ਹਾ ਮੈਂ ਮਰਿਆ, ਮੇਰਾ ਨਾਤਾ ਤੇ ਕੇਵਲ ਭਗਤੀ ਦੇ ਨਾਲ ਹੈ। ਇਵੇਂ ਸੰਸਾਰ, ਇਸੇ ਕਰਕੇ ਗੁਰੂ ਨੇ ਸਾਨੂੰ ਗ੍ਰਸਤ ਜੀਵਨ ਦਿੱਤਾ ਹੈ। ਨਾ ਤਾਰਾਂ ਬਹੁਤੀਆਂ ਢਿੱਲੀਆਂ ਰੱਖੀ ਗ੍ਰਸਤ ਜੀਵਨ ਦੇ ਵਿੱਚ, ਤੇ ਨਾ ਕੱਸੀ ਬਹੁਤੀਆਂ ਮੱਧਮ ਜੀਆਂ। ਵੇਖੀ ਜੀਵਨ ਦਾ ਰਾਗ ਤੇਰਾ ਕਿੰਨਾ ਸੁਰਮਈ ਹੋਵੇਗਾ। ਨਾ ਬਹੁਤਾ ਕ੍ਰੋਧਿਤ ਹੋਵੀਂ, ਨਾ ਮਾਇਆ ਪਿੱਛੇ ਬਹੁਤਾ ਦੌੜੀ, ਨਾ ਬਹੁਤਾ ਵਿਕਾਰੀ ਹੋਵੀਂ। ਸੰਜਮ ਦੇ ਨਾਲ ਮਾਇਆ, ਸੰਜਮ ਦੇ ਨਾਲ ਪਰਿਵਾਰ ਦਾ ਨਿਰਵਾਹ, ਸੰਜਮ ਦੇ ਨਾਲ ਜੀਵਨ, ਤੇ ਨਾ ਬਹੁਤਾ ਢਿੱਲਾ ਰੱਖੀ ਵੀ ਸੰਸਾਰ ਕੋਲੋਂ ਕੀ ਲੈਣਾ। ਕਿਤੇ ਇਹ ਨਾ ਹੋਵੇ ਧੀਆਂ ਪੁੱਤਰ ਵਿਚਾਰੇ ਰੁੱਲ ਜਾਣ। ਸੰਗੀਤ ਆਪਣੇ ਜੀਵਨ ਦਾ ਦਰੁਸਤ ਕਰਨਾ ਹੀ, ਤੇ ਮੱਧਮ ਜਿਹਾ ਰੱਖੀ ਜੀਵਨ। ਇੱਕ ਪਾਸੇ ਧਰਮ ਤੇ ਦੂਜੇ ਪਾਸੇ ਸੰਸਾਰ, ਇਹਨਾਂ ਨੂੰ ਨਾਲ ਲੈ ਕੇ ਤੁਰਦਾ ਜਾਵੀਂ। ਇੱਕ ਦਿਨ ਰੱਬ ਦੇ ਘਰ ਤੱਕ ਜ਼ਰੂਰ ਪਹੁੰਚ ਜਾਵੇਂਗਾ। ਸਰਬ ਧਰਮ ਮੈਂ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ, ਇਹ ਵੀ ਕਮਾਉਂਦਾ ਜਾਵੀਂ। ਤੇ ਗ੍ਰਸਤ ਜੀਵਨ ਨੂੰ ਵੀ ਪ੍ਰਧਾਨਤਾ ਦਵੀਂ, ਤਾਂ ਸਿੱਖਾ ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੈ। ਸਤਿਗੁਰਾਂ ਨੇ ਕਿਹਾ ਪ੍ਰਿਥੀ ਚੰਦ ਚੱਲੋ, ਕਹਿੰਦੇ ਨਹੀਂ। ਮਹਾਦੇਵ ਚੱਲ, ਕਹਿੰਦੇ ਨਹੀਂ। ਗੁਰੂ ਅਰਜਨ ਪਾਤਸ਼ਾਹ ਨੂੰ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਅਰਜਨ ਤੂੰ ਜਾਣਾ। ਮੈਂ ਬੇਨਤੀ ਕਰ ਰਿਹਾ, ਗੁਰੂ ਅਰਜਨ ਪਾਤਸ਼ਾਹ ਨੇ ਕਦੀ ਵੀ ਪਿਤਾ ਕਰਕੇ ਨਹੀਂ, ਗੁਰੂ ਕਰਕੇ ਹਮੇਸ਼ਾ ਸਤਿਕਾਰ ਦਿੱਤਾ। ਆਖਿਆ ਤੂੰ ਵੀ ਜਾ, ਤੂੰ ਜਾ। ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਇਤਿਹਾਸ ਨੇ ਬਚਨ ਸਾਂਭ ਕੇ ਰੱਖੇ। ਆਖਿਆ ਇੱਥੇ ਤੇ ਖੁਸ਼ੀ ਦਾ ਮੌਕਾ ਨਾ, ਜਿੱਥੇ ਭੇਜ ਰਹੇ ਹੋ ਬੜਾ ਆਨੰਦ ਹੋਵੇਗਾ, ਬੜਾ ਚਾਅ ਹੋਵੇਗਾ, ਕਿਉਂਕਿ ਵਿਆਹ ਦਾ ਸਮਾਂ ਹੈ, ਸਾਰੇ ਖੁਸ਼ੀਆਂ ਮਨਾਉਂਦੇ ਹੋਣਗੇ। ਧੰਨ ਗੁਰੂ ਰਾਮਦਾਸ ਮਹਾਰਾਜ ਤੇਰੇ ਚਰਨਾਂ ਨਾਲ ਵਾਅਦਾ ਰਿਹਾ, ਜੇ ਲਾਹੌਰ ਦੀ ਧਰਤੀ ਦੇ ਉੱਤੇ ਆਪਣਾ ਸੀਸ ਦੇਣ ਲਈ ਵੀ ਜਾਣਾ ਪਵੇ ਤਾਂ ਵੀ ਮੈਂ ਪਿਛਾਂ ਮੁੜ ਕੇ ਨਹੀਂ ਵੇਖਾਂਗਾ। ਤੇ ਹੋਇਆ ਵੀ ਜੇ ਵਿਆਹ ਦੇ ਵਿੱਚ ਖੁਸ਼ੀਆਂ ਦੇ ਖੇੜੇ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਗਏ ਨੇ, ਤੇ ਜਦੋਂ ਸੀਸ ਦੇਣ ਗਏ ਨੇ ਉਦੋਂ ਵੀ ਤੇ ਲਾਹੌਰ ਦੀ ਧਰਤੀ ਸੀ ਨਾ। ਸਤਿਗੁਰੂ ਜੀ ਜਦੋਂ ਸੀਸ ਦੇਣਾ ਪਿਆ ਤਾਂ ਵੀ ਪਿਛਾਂ ਮੁੜ ਕੇ ਨਹੀਂ ਵੇਖਣਾ। ਧੰਨ ਗੁਰੂ ਅਰਜਨ ਪਾਤਸ਼ਾਹ ਜੀ 7 ਵਚਨ ਕਹਿ ਕੇ ਗਏ। ਉੱਥੇ ਗੁਰੂ ਸਵਾਰਿਓ ਸਤਿਗੁਰਾਂ ਨੇ ਜਾਣ ਲੱਗਿਆ ਵਚਨ ਕਹੇ, ਜੇ ਸਾਡੇ ਹੁਕਮ ਨਾਲ ਚੱਲੇ ਆ ਨਾ, ਸੁਣਿਓ, ਤੇ ਸਾਡੇ ਹੁਕਮ ਨਾਲ ਹੀ ਆਉਣਾ ਹੈ। ਹੁਕਮ ਅਦੂਲੀ ਨਾ ਹੋਵੇ, ਹੁਕਮ ਨਾਲ ਚੱਲੇ, ਹੁਕਮ ਦੇ ਨਾਲ ਆਉਣਾ। ਗੁਰੂ ਨਾਨਕ ਦਾ ਬਚਨ ਯਾਦ ਰੱਖੀ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ। ਹੁਕਮ ਦੇ ਵਿੱਚ ਰਵੀਂ, ਹੁਕਮ ਤੋਂ ਬਾਹਰ ਆਣਾ ਹੋ ਜਾਵੀਂ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ 7 ਵਚਨ ਲਾਹੌਰ ਗਏ, ਕਈ ਮਹੀਨੇ ਨਹੀਂ ਆ ਸਕੇ ਜੀ। ਵਿਆਹ ਵੀ ਸਿਮਟ ਗਿਆ, ਵਿਆਹ ਵੀ ਸੰਪੂਰਨ ਹੋ ਗਿਆ, ਚਿੱਠੀਆਂ ਭੇਜੀਆਂ। ਹੁਣ ਚਿੱਠੀਆਂ ਤੁਸੀਂ ਪੜ੍ਹੋ, ਕਦੀ ਬਾਣੀ ਦੇ ਵਿੱਚ ਦਰਜ ਨੇ ਉਹ ਚਿੱਠੀਆਂ। ਚਿੱਠੀਆਂ ਦੇ ਵਿੱਚ ਇਹ ਨਹੀਂ ਲਿਖਿਆ, ਪਿਤਾ ਜੀ ਮੈਂ ਤੁਹਾਡੇ ਤੋਂ ਬਗੈਰ ਉਦਾਸ ਹੋ ਗਿਆ। ਕਿਤੇ ਸਤਿਗੁਰਾਂ ਨੇ ਇਹ ਨਹੀਂ ਕਿਹਾ ਮਾਂ ਮੈਂ ਤੇਰੇ ਤੋਂ ਬਿਨਾਂ ਉਦਾਸ ਹੋ ਗਿਆ। ਕਿਤੇ ਨਹੀਂ ਕਿਹਾ ਭਰਾਤਾ ਮੈਂ ਤੁਹਾਡੇ ਤੋਂ ਬਿਨਾਂ ਉਦਾਸ ਹੋ ਗਿਆ। ਕਿਤੇ ਨਹੀਂ ਕਿਹਾ ਸੰਗਤ ਜੀ ਮੈਂ ਤੁਹਾਡੇ ਤੋਂ ਬਿਨਾਂ ਉਦਾਸ ਹੋ ਗਿਆ। ਜਦੋਂ ਵੀ ਚਿੱਠੀ ਲਿਖੀ ਤੇ ਚਿੱਠੀ ਵਿੱਚ ਲਿਖਿਆ, ਗੁਰੂ ਜੀਓ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਹੁਣ ਮੇਰਾ ਮਨ ਟਿਕਦਾ ਨਹੀਂ, ਮੇਰਾ ਮਨ ਲੋਚੈ। ਉੱਥੇ ਪਿਤਾ ਤਾਂ ਹੀ ਨਹੀਂ ਲਿਖਿਆ, ਉੱਥੇ ਲਿਖਿਆ ਮੇਰਾ ਮਨ ਲੋਚੈ ਗੁਰ ਦਰਸ਼ਨ ਪਾਏ। ਬਿਲਪ ਕਰੈ ਚਤ੍ਰਿਕ ਕੀ ਨਿਆਈ, ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ। ਮੇਰਾ ਮਨ ਨਹੀਂ ਸ਼ਾਂਤ ਹੁੰਦਾ ਗੁਰੂ ਜੀ। ਉੱਥੇ ਪਿਤਾ ਨਹੀਂ ਕਿਹਾ, ਉੱਥੇ ਤੇ ਕਹਿ ਦਿੱਤਾ ਇੱਕ ਘੜੀ ਨਾ ਮਿਲਤੇ ਸਤਿਗੁਰੂ ਜੀ ਤੇਰੇ ਤੋਂ ਬਿਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲਿਆ ਪੈ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਸਾਰੇ ਜੀਓ। ਤੇਰੇ ਦਰਸ਼ਨਾਂ ਤੋਂ ਬਿਨਾ ਗੁਰੂ ਜੀਓ, ਤੇਰੇ ਦੀਦਾਰੇ ਪਾਏ ਬਿਨਾ ਮੈਂ ਨਹੀਂ ਰਹਿ ਸਕਦਾ।
ਧੰਨ ਗੁਰੂ ਅਰਜਨ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਕਰਕੇ ਆਗਿਆਕਾਰੀ ਹੋ ਕਰਕੇ ਹੁਕਮ ਮੰਨ ਕੇ ਜੀਵਨ ਬਤੀਤ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਰਹਿਮਤਾਂ ਵੀ ਵਰਸਾਈਆਂ। ਜਦੋਂ ਗੁਰਗੱਦੀ ਦਾ ਸਮਾਂ ਆਇਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਪ੍ਰੀਤੀ ਚੰਦ ਜੀ ਨਹੀਂ, ਕਿਉਂਕਿ ਝਗੜਾ ਕਰਦਾ ਰਿਹਾ ਏ ਮਹਾਦੇਵ, ਨਹੀਂ, ਸਾਰੀ ਉਮਰ ਜੰਗਲਾਂ ਵਿੱਚ ਬਤੀਤ ਕਰ ਦਿੱਤੀ ਏ, ਇੱਥੇ ਸਿੱਖੀ ਧਰਮ ਕਮਾਉਣਾ ਗ੍ਰਸਤ ਦੇ ਵਿੱਚ ਕਿਵੇਂ ਹੈ? ਧੰਨ ਗੁਰੂ ਅਰਜਨ ਪਾਤਸ਼ਾਹ ਦੇ ਕੋਲੋਂ ਸਿੱਖ। ਇਸੇ ਕਰਕੇ ਇਸ ਗੱਦੀ ਦੇ ਮਾਲਕ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ। ਸਤਿਗੁਰਾਂ ਨੇ ਗੁਰਗੱਦੀ ਬਖਸ਼ਿਸ਼ ਕੀਤੀ ਜੀ ਉੱਥੇ। ਧੰਨ ਗੁਰੂ ਰਾਮਦਾਸ ਮਹਾਰਾਜ ਆਪ ਅਕਾਲ ਚਲਾਣਾ ਕਰ ਗਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਸਾਰੀ ਆਈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਡਿੱਠੇ ਸਭੇ ਸਾਹਿਬ ਗੁਰੂ ਸਵਾਰਿਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗੁਰੂ ਸਵਾਰਿਓ ਉਸਾਰਿਆ। 4 ਦਰਵਾਜ਼ੇ ਰੱਖੇ ਜੀ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼, ਇਹਨਾਂ ਨੂੰ ਦੇਣ ਦੇ ਲਈ ਚਾਰੇ ਪਾਸਿਓਂ ਆਓ, ਜਿਹੜਾ ਮਰਜੀ ਆਵੇ, ਜੀ ਆਇਆਂ ਹੈ। ਸਤਿਗੁਰਾਂ ਜੀ ਦੀ ਸੋਚ ਵੇਖੋ ਕਿੱਡੀ ਕਮਾਲ ਦੀ। ਅੱਜ ਪਹਿਰਾ ਦਿਓ ਇਸ ਸੋਚ ਦੇ ਉੱਤੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ। ਬਾਣੀ ਸਾਰੀ ਇਕੱਤਰ ਕਰਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ, ਧੰਨ ਭਾਈ ਗੁਰਦਾਸ ਜੀ ਵਰਗਿਆਂ ਨੂੰ ਨਾਲ ਬਿਠਾ ਕਰਕੇ ਬਾਣੀ ਗੁਰੂ ਸਵਾਰਿਓ ਉਚਾਰਨ ਕੀਤੀ, ਲਿਖਵਾਈ ਗਏ ਨੇ। ਆਪ ਸੁਖਮਨੀ ਸਾਹਿਬ ਜੀ ਦੀ ਬਾਣੀ ਐਸੀ ਬਾਣੀ ਜਿਹਨੂੰ ਪੜ੍ਹ ਕੇ ਵਿਚਾਰ ਕੇ ਭਵ ਸਾਗਰ ਤੋਂ ਬੰਦਾ ਪਾਰ ਲੰਘ ਜਾਂਦਾ ਹੈ। ਸਤਿਗੁਰਾਂ ਨੇ ਆਪ ਬਾਣੀ ਰਚਿਤ ਕੀਤੀ, ਆਪ ਬਾਣੀ ਦਰਜ ਕਰਵਾਈ। ਗੁਰੂ ਸਵਾਰਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਐਡਾ ਵੱਡਾ ਪਰਉਪਕਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ। ਗੁਰੂ ਸਵਾਰਿਓ, ਦੁਨੀਆ ਦੇ ਵਿੱਚ ਅਨੇਕਾਂ ਧਰਮ ਗ੍ਰੰਥ ਨੇ, ਪਰ ਦੁਨੀਆ ਵਿੱਚ ਕਿਸੇ ਵੀ ਧਰਮ ਗ੍ਰੰਥ ਨੂੰ ਕਦੀ ਵੀ ਗੁਰੂ ਦੀ ਪਦਵੀ ਨਹੀਂ ਮਿਲੀ। ਉਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲੇ ਆਪਣੀ ਪੂਜਾ ਕਰਵਾਉਂਦੇ ਰਹੇ, ਪਰ ਇੱਥੇ ਪਹਿਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਨੇ। ਧੰਨ ਗੁਰੂ ਅਰਜਨ ਪਾਤਸ਼ਾਹ ਨੇ ਜਿਸ ਦਿਨ ਪ੍ਰਕਾਸ਼ ਕੀਤਾ, ਉਸ ਦਿਨ ਆਪ ਗੱਦੀ ਛੱਡ ਕੇ ਧਰਤੀ ਦੇ ਉੱਤੇ ਬੈਠਣ ਲੱਗ ਪਏ ਸੰਗਤ ਦੇ ਵਿੱਚ। ਸੰਗਤ ਨੇ ਕਿਹਾ, ਸਤਿਗੁਰੂ ਤੁਸੀਂ ਤੇ ਗੁਰੂ ਹੋ। ਆਖਿਆ, ਨਹੀਂ, ਬਾਣੀ ਗੁਰੂ ਗੁਰੂ ਹੈ, ਇਹ ਮੇਰਾ ਪਿਤਾ ਕਹਿ ਗਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿ ਗਿਆ ਏ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ। ਅੱਜ ਤੋਂ ਬਾਅਦ ਮੈਨੂੰ ਮੱਥੇ ਨਹੀਂ ਟੇਕਣੇ, ਇਹ ਸਿੱਖੋ, ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਓ, ਕਿਉਂਕਿ ਸਾਰਾ ਅੰਮ੍ਰਿਤ, ਸਾਰੀਆਂ ਦਾਤਾਂ ਤੁਹਾਨੂੰ ਇਹਦੇ ਵਿੱਚੋਂ ਅੱਜ ਤੋਂ ਬਾਅਦ ਮਿਲਣਗੀਆਂ। ਐਡਾ ਵੱਡਾ ਪਰਉਪਕਾਰ ਗੁਰਸਿੱਖੋ ਦੁਨੀਆ ਦੇ ਉੱਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀਤਾ ਹੈ। ਨਾਮ ਦਾ ਪ੍ਰਚਾਰ, ਬੰਦਗੀ ਦਾ ਪ੍ਰਚਾਰ ਸਤਿਗੁਰੂ ਜੀ ਕਰਦੇ ਰਹੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਅੰਦਰ ਗੁਰੂ ਸਵਾਰਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੀ ਪ੍ਰਕਾਸ਼ ਹੋਇਆ। ਉਹ ਵੀ ਗੁਰੂ ਪਦਵੀ ਦੇ ਮਾਲਕ ਬਣੇ। ਧੰਨ ਗੁਰੂ ਅਰਜਨ ਪਾਤਸ਼ਾਹ ਨੇ ਬ੍ਰਹਮ ਦਾ ਗਿਆਨ, ਨਿਰੰਕਾਰ ਦੇ ਘਰ ਦੀ ਸੋਝੀ ਆਪਣੇ ਸਪੁੱਤਰ ਨੂੰ ਵੀ ਬਖਸ਼ ਕੇ ਗੁਰੂ ਪਦਵੀ ਤੇ ਬਿਠਾਇਆ। ਗੁਰੂ ਸਵਾਰਿਓ, ਇਹ ਜਿੰਨੇ ਪਰਉਪਕਾਰ ਨੇ, ਇਹਦੇ ਮਾਲਕ ਤੁਸੀਂ ਵੀ ਬਣ ਸਕਦੇ ਹੋ। ਅਖੀਰਲੀ ਬੇਨਤੀ ਸੁਣਿਓ ਬਸ। ਇਹ ਜਿੰਨੀਆਂ ਮਹਿਰਾਮਤਾਂ ਧੰਨ ਗੁਰੂ ਅਰਜਨ ਪਾਤਸ਼ਾਹ ਨੇ ਦੁਨੀਆ ਦੇ ਉੱਤੇ ਵਰਸਾਈਆਂ ਨੇ ਨਾ, ਆਪਣਾ ਆਪ ਵਾਰ ਕੇ ਵੀ ਇਹਦੇ ਪਾਤਰ ਤੁਸੀਂ ਖੁਦ ਬਣ ਸਕਦੇ ਹੋ। ਬਸ ਇੱਕ ਕਾਰਜ ਕਰਨਾ ਅੱਜ ਤੋਂ ਜੀਵਨ ਵਿੱਚ ਪ੍ਰਾਰੰਭ ਕਰ ਦਿਓ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਦੇ ਹੁਕਮ ਵਿੱਚ ਚੱਲਣਾ। ਗੁਰੂ ਨੇ ਜੇ ਹੁਕਮ ਕੀਤਾ ਨਾ ਵੀ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ, ਤੇ ਕੇਵਲ ਇਹਨੂੰ ਹੀ ਟੇਕਿਓ। ਗੁਰੂ ਨੇ ਕਿਹਾ ਨਾ ਵੀ ਮੈਂ ਥਾਲ ਪਰੋਸ ਚੱਲਿਆ ਤੇ ਖਾਵੀਂ ਰੱਜ ਰੱਜ ਕੇ। ਤੇ ਗੁਰਸਿੱਖੋ, ਜਿਹੜਾ ਬਾਣੀ ਨਹੀਂ ਨਾ ਪੜ੍ਹਦਾ, ਅੱਜ ਬਚਨ ਕਰੋ ਵੀ ਸੱਚੇ ਪਾਤਸ਼ਾਹ ਭਾਵੇਂ ਥੋੜੀ ਹੀ ਕਿਉਂ ਨਾ, ਮੈਂ ਜ਼ਰੂਰ ਰੋਜ਼ ਬਾਣੀ ਪੜ੍ਹਿਆ ਕਰਾਂ। ਫਿਰ ਇਹਦੇ ਵਿੱਚ ਜਿੰਨੀਆਂ ਮਹਿਰਾਮਤਾਂ ਅੰਮ੍ਰਿਤ ਹੈ ਨਾ, ਉਹ ਤੁਹਾਡੇ ਵਿੱਚ ਵੀ ਜਾਏਗਾ, ਤੁਹਾਡੇ ਅੰਦਰ ਵੀ ਸਿੱਧੇਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੁਹਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ, ਮਹਿਰਾਮਤ ਕਰਨ, ਸਿੱਖੀ ਸਿਦਕ ਭਰੋਸਾ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ। ਤੁਸੀਂ ਰਲ ਮਿਲ ਕੇ ਸਾਰੇ ਜਣੇ ਇਹਨਾਂ ਸਮਾਗਮਾਂ ਦੇ ਵਿੱਚ ਇਕੱਤਰ ਹੁੰਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਇਤਿਹਾਸਕ ਵਿਚਾਰਾਂ ਨੇ, ਬਾਣੀ ਦੀਆਂ ਵਿਚਾਰਾਂ ਨੇ, ਤੇ ਮੈਂ ਅਕਸਰ ਕਹਿੰਦਾ ਭੁੱਲਾਂ ਮੇਰੀਆਂ ਹੋ ਜਾਂਦੀਆਂ ਨੇ, ਕਿਉਂਕਿ ਬਹੁਤ ਕੁਝ ਸੋਚਣਾ ਵਿਚਾਰਨਾ ਪੈਂਦਾ, ਪਰ ਬੋਲਦਿਆਂ ਬਹੁਤ ਐਸੇ ਸ਼ਬਦ ਨੇ ਜਿਹੜੇ ਨਿਕਲ ਜਾਂਦੇ ਨੇ, ਸੰਗਤ ਨੂੰ ਨਹੀਂ ਵੀ ਭਾਉਂਦੇ ਕਈਆਂ। ਪਰ ਇੱਕ ਕਿਰਪਾ ਕਰਿਆ ਕਰੋ, ਉਹਨਾਂ ਸ਼ਬਦਾਂ ਨੂੰ ਮੇਰੇ ਤੱਕ, ਮੇਰੀ ਝੋਲੀ ਵਿੱਚ ਪਾ ਦਿਆ ਕਰੋ, ਤੇ ਜਿਹੜਾ ਉਪਦੇਸ਼ ਤੁਹਾਨੂੰ ਭਾਵੇ ਗੁਰੂ ਦੀ ਬਾਣੀ ਦਾ, ਗੁਰ ਇਤਿਹਾਸ ਦਾ, ਉਹਨੂੰ ਹਿਰਦੇ ਦੇ ਵਿੱਚ ਸੰਜੋਣ ਦਾ ਤੇ ਯਾਦ ਕਰਨ ਦਾ ਯਤਨ ਕਰਿਆ ਕਰੋ, ਤਾਂ ਜੋ ਰਲ ਮਿਲ ਕੇ ਗੁਰੂ ਦੀਆਂ ਕਿਰਪਾ ਦੇ ਪਾਤਰ ਬਣ ਸਕੀਏ। ਇਤਨੀਆਂ ਕੁ ਬੇਨਤੀਆਂ ਆਪ ਸਾਰਿਆਂ ਜਣਿਆਂ ਨੇ ਪ੍ਰਵਾਨ ਕਰਨੀਆਂ ਜੀ। ਲੱਖ ਲੱਖ ਵਧਾਈਆਂ ਹੋਣ। ਫਤਿਹ ਦੀ ਸਾਂਝ ਪਾਈਏ, ਕੋਈ ਰਸਨਾ ਮਾਂਝੀ ਨਾ ਰਹੇ, ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।